सरकार तो मेरे तो औखी, फिर मैं एजेंसी का बंदा किवें हो गया? कहते सरकार ਤੁਹਾਡੇ ਤੋਂ ਔਖੀ, ਕਹਿੰਦੇ ਕਿ ਸਭ ਕੁਝ ਪਲਾਨ ਹੈਗਾ। ਜੇਕਰ ਸਰਕਾਰ ਮੱਖੂ ਸਾਹਿਬ ਦੇ ਨਾਲ ਖੁੱਲ੍ਹ ਕੇ ਹਮਾਇਤ ਦੇ ਵਿੱਚ ਆ ਜਾਊਗੀ ਤਾਂ ਫਿਰ ਸਭ ਕੁਝ ਕਲੀਅਰ ਹੋ ਜਾਊਗਾ। ਇੱਕ ਲੋਕਾਂ ਨੂੰ ਕਨਫਿਊਜ਼ਨ ਦੇ ਵਿੱਚ ਪਾਉਣ ਦੀਆਂ ਸਾਰੀਆਂ ਮੱਖੂ ਸਾਹਿਬ ਦੀਆਂ ਜਾਂ ਸਰਕਾਰ ਦੀਆਂ ਮਿਲੀ ਭੁਗਤ ਹੈਗੀ ਇਹ। ਕਹਿੰਦਾ ਕਿ ਗੋਲੀ ਤੇ ਇੱਕ ਬਹੁਤ ਹੁੰਦੀ ਬੰਦੇ ਨੂੰ ਖਤਮ ਕਰਨ ਲਈ। ਮੱਖੂ ਦੀ ਆਵਾਜ਼ ਫੇਰ ਬੋਲ ਰਹੀ ਹੈ, ਮੱਖੂ ਕਿਸ ਤਰ੍ਹਾਂ ਬਚ ਜਾਂਦਾ? ਵੀ ਮਖੂ ਤੇ 7 ਗੋਲੀਆਂ ਚਲੀਆਂ, ਜੇ ਤੇ ਮਖੂ ਮਰ ਜਾਂਦਾ ਫਿਰ ਤੇ ਕੌਮ ਦਾ ਸੀ, ਜੇ ਮਖੂ ਮਰਿਆ ਨਹੀਂ ਤੇ ਮਖੂ ਹੋ ਗਿਆ ਏਜੰਸੀਆਂ ਦਾ। ਮੌਤ ਦੀ ਇੱਕ ਵੱਖਰੀ ਗੱਲ ਆ, ਮੱਖੂ ਸਾਹਿਬ ਜ਼ਖਮੀ ਵੀ ਨਹੀਂ ਹੁੰਦੇ ਹੈ ਜਦੋਂ 7 ਗੋਲੀਆਂ ਚੱਲਦੀਆਂ। ਮੈਨੂੰ ਇੰਜ ਲੱਗਦਾ ਪਿਆ ਵੀ ਤੁਸੀਂ ਮੇਰਾ ਚੀਰਹਰਨ ਕਰਨ ਲਈ ਨਾ ਇਹ ਤੇ ਅੱਜ ਬੈਠੇ ਹੋਏ ਹੋ ਤੇ ਵੀ ਮਖੂ ਦਾ ਜਿਹੜਾ ਪੂਰਾ ਕੱਪੜੇ ਐਨ ਲਾ ਕੇ ਤੇ ਮਖੂ ਨੂੰ ਨੰਗਾ ਕਰਕੇ ਵੀ ਗੋਲੀਆਂ ਚਲੀਆਂ ਤੇ ਵਿਰੋਧੀ ਕਹਿੰਦੇ ਵੀ ਮਖੂ ਬਚ ਕਿਵੇਂ ਗਿਆ। ਤੇ ਫਿਰ 84 ਵੇਲੇ ਜਿਹੜੇ ਬਚੇ ਐ ਉਸ ਤੋਂ ਬਾਅਦ ਜੋਧਪੁਰ ਜੇਲ੍ਹ ਦੇ ਵਿੱਚ ਗਏ ਐ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਨੂੰ ਸਰਟੀਫਿਕੇਟ ਕੀ ਦਿੰਦੇ ਹੋ? ਚਲੋ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਉਹਨਾਂ ਨੇ ਆਪਣਾ ਤਸ਼ੱਦਦ ਵੀ ਝੱਲਿਆ ਕੌਮ ਦਾ। ਕੌਮ ਦੇ ਲਈ ਉਹਨਾਂ ਨੇ ਕਈ ਸਾਲ 15 ਸਾਲ ਜਿਨ੍ਹਾਂ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਸੂਰਮੇ ਸਾਡੇ ਜਿਉਂਦੇ ਹੈਗੇ ਜਾਂ ਨਹੀਂ। ਸਾਡੀ ਕੌਮ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਵੀ ਜਾਂ ਤੇ ਬੰਦਾ ਜੇਲ੍ਹ ਦੇ ਵਿੱਚ ਹੋਵੇ ਜਾਂ ਸ਼ਹੀਦੀ ਪਾ ਜਾਵੇ ਫਿਰ ਉਹ ਪੰਥਕ ਹੈ। ਜੇ ਉਹ ਬਚ ਗਿਆ ਸਾਡੀ ਕੌਮ ਕਹਿੰਦੀ ਇਹ ਪੰਥਕ ਨਹੀਂ ਹੈ। ਸੋ ਇਹ ਸਵਾਲ ਬਹੁਤ ਵੱਡਾ ਸਾਡੇ ਉੱਪਰ ਆ ਜਾਂਦਾ, ਇੰਜ ਨਹੀਂ ਹੁੰਦਾ। ਹੁਣ ਆਪਾਂ ਸੰਘਰਸ਼ ਵੇਲੇ ਦੀਆਂ ਗੱਲਾਂ ਕਰਦੇ ਹਾਂ। ਮਤਲਬ ਤੁਸੀਂ ਹੁਣ ਕੌਮ ਦੇ ਉੱਪਰ ਹੀ, ਸਾਰੀ ਕੌਮ ਦੇ ਉੱਪਰ ਹੀ ਸਵਾਲ ਚੱਕ ਰਹੇ ਕਹਿੰਦੇ ਕਿ ਐਦਾਂ ਦਾ ਘਟਨਾਕ੍ਰਮ ਕਰਵਾ ਕੇ ਸਿੰਥੀ ਲੈ ਕੇ ਕਹਿੰਦੇ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਉਹਦੀਆਂ ਉਦਾਹਰਨਾਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਕੈਮਰੇ ਦੇ ਸਾਹਮਣੇ ਆਈਆਂ ਨੇ, ਤੁਸੀਂ ਸਭ ਜਾਣੀਆਂ ਹੋ। ਉਦਾਹਰਨ ਦੇ ਦਿਓ ਕੋਈ। ਲੁਧਿਆਣਾ ਦੇ ਵਿੱਚ ਸਾਰਾ ਪ੍ਰਸ਼ਾਸਨ, ਕਾਂਗਰਸ ਦੇ ਵੱਡੇ ਮੰਤਰੀ ਤੁਹਾਡੇ ਘਰ ਦੇ ਵਿੱਚ ਮੀਟਿੰਗ ਕਰਦੇ ਨੇ। ਸਰਕਾਰ ਦੀ, ਸਰਕਾਰੀ ਮੰਤਰੀਆਂ ਦੀ ਅਜਿਹੀ ਕੀ ਮਜਬੂਰੀ ਕਿ ਉਹਨਾਂ ਨੂੰ ਹਰਪ੍ਰੀਤ ਸਿੰਘ ਮੱਖੂ ਦੇ ਸਮੇਤ ਡੀਸੀ ਸਾਹਿਬ ਲੁਧਿਆਣਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਮੱਖੂ ਸਾਹਿਬ ਦੇ ਘਰੇ ਮੀਟਿੰਗ ਕਰਨੀ ਪੈਗੀ, ਜਦ ਕਿ ਉਹ ਕਿਸੇ ਸਰਕਾਰੀ ਜਗ੍ਹਾ ਤੇ ਵੀ ਹੋ ਸਕਦੀ ਸੀ। ਕਿਉਂਕਿ ਕਾਂਗਰਸ ਤੇ ਹਮੇਸ਼ਾ ਤੋਂ ਸਿੱਖ ਵਿਰੋਧੀ ਹੋਣ ਦੇ ਇਲਜ਼ਾਮ ਲੱਗਦੇ ਨੇ। 84 ਦਾ ਮੁੱਦਾ ਹੋਵੇ ਚਾਹੇ ਅਕਾਲ ਤਖਤ ਸਾਹਿਬ ਦੇ ਉੱਪਰ, ਮੇਰੇ ਹਿਸਾਬ ਦੇ ਨਾਲ ਇੱਕ ਸਿੱਖ ਦੇ ਲਈ ਕੁਝ ਵੀ ਨਹੀਂ। ਇਹ ਜਿਹੜੀ ਮੀਟਿੰਗ ਨਹੀਂ ਹੋਈ ਇਹਨੂੰ ਆਪਾਂ ਇੰਜ ਕਹਿ ਸਕਦੇ ਹਾਂ, ਮੇਰੇ ਘਰ ਦੇ ਵਿੱਚ ਆਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ, ਨਾਲ ਆਏ ਐਮਐਲਏ ਕੁਲਬੀਰ ਸਿੰਘ ਜੀਰਾ। ਮੰਨ ਲਓ ਮਰਗ ਭੋਗ ਤੇ ਮੈਨੂੰ ਆ ਜਾਂਦਾ ਹੈ ਵੀ ਹਰਪ੍ਰੀਤ ਸਿੰਘ ਮੱਖੂ ਜੀ ਤੁਸੀਂ ਆ ਮਰਗ ਭੋਗ ਤੇ ਕਥਾ ਕਰਨੀ, ਮੈਂ ਪਹਿਲਾਂ ਪੁੱਛਿਆ ਕਰਾਂ ਵੀ ਤੂੰ ਕਾਂਗਰਸੀ ਹੈ? ਜੇ ਤੂੰ ਕਾਂਗਰਸੀ ਹੈ ਤਾਂ ਮੈਂ ਨਹੀਂ ਆਉਂਦਾ। ਗੁਰਦੁਆਰੇ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਨੇ ਆਪਾਂ ਪੁੱਛਦੇ ਵੀ ਤੂੰ ਕਾਂਗਰਸੀ ਹੈ, ਤੇਰੇ ਆਨੰਦ ਕਾਰਜ ਨਹੀਂ ਹੋਣ ਦੇਣੇ। ਮੱਖੂ ਸਵਾਲ ਕਰਨ ਦਾ ਹੱਕ ਰੱਖਦਾ ਆ। ਮੱਖੂ ਕਿਸੇ ਨੂੰ ਵੀ ਫੜ ਲੈਂਦਾ ਬਾਂਹ ਤੋਂ ਵੀ, ਲੈ ਵੀ ਮੇਰੇ ਸਵਾਲ ਦਾ ਜਵਾਬ ਦੇ, ਇੰਜ ਦੀ ਗੱਲ ਬਣਦੀ। ਠੀਕ ਹੈ ਜੀ। ਹੁਣ ਬਾਕੀਆਂ ਦੇ ਵੀ ਜ਼ਰੂਰਤ ਚਾਹੀਦੀ ਵੀ ਕਿੰਨੀ ਗੱਲ ਕਰਦੇ ਆ। ਹੁਣ ਤੁਸੀਂ ਮੱਖੂ ਦੀ ਅੱਜ ਬਾਂਹ ਫੜ ਲਈ ਹੈ, ਮੈਂ ਮੰਤਰੀ ਦੀ ਬਾਂਹ ਫੜੀ ਹੈ, ਤੁਸੀਂ ਮੱਖੂ ਦੀ ਬਾਂਹ ਫੜ ਲਈ ਔਰ ਨਾਲ ਦੀ ਨਾਲ ਕਹਿਤਾ। ਹੁਣ ਚਲੋ ਤੁਸੀਂ ਮੈਨੂੰ ਪਾਤਾ ਖੇਮੇ ਦੇ ਵਿੱਚ, ਕਿਤੇ ਪਾਤਾ ਜੀ ਕਾਂਗਰਸ ਦੇ ਖੇਮੇ ਦੇ ਵਿੱਚ। ਤੁਸੀਂ ਆਪਣੇ ਐਂਗਲ ਤੋਂ ਦੇਖਦੇ ਪਏ, ਤੁਸੀਂ ਕਰੋ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਮੇਰੀ ਬਾਦਲਾਂ ਨਾਲ ਦੱਸੋ ਵੀ ਕੀ ਸਾਂਝ ਹੈ? ਉਹਨਾਂ ਦੇ ਨਾਲ ਗੱਠਜੋੜ ਰੱਖਣ ਵਾਲੀ ਪਾਰਟੀ ਨਾਲ ਤਾਂ ਸਰ ਸਾਂਝ ਹੈਗੀ ਨਾ ਤੁਹਾਡੀ। ਉਹਨਾਂ ਦੇ ਗੱਠਜੋੜ ਰੱਖਣ ਵਾਲੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਨਾਲ ਤੁਹਾਡੀ ਸਾਂਝ ਹੈਗੀ। ਤੁਸੀਂ ਫੋਟੋਜ਼ ਉਹਨਾਂ ਦੀਆਂ ਅਸੀਂ ਦਿਖਾ ਸਕਦੇ। ਮੈਂ ਨਾ ਜਾਇਆ ਕਰਾਂ ਉਹਨਾਂ ਕੋਲੇ ਜਾਂ ਉਹਨਾਂ ਨੂੰ ਨਾ ਮਿਲਿਆ ਕਰਾਂ, ਫੋਟੋ ਨਾ ਕਰਾਇਆ ਕਰਾਂ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਿਆਰੇ ਦਰਸ਼ਕੋ, ਪ੍ਰਾਈਡ ਪੰਜਾਬ ਟੀਵੀ ਦੇਖ ਰਹੇ ਹੋ, ਮੈਂ ਸੰਸਾਰਦੀਪ। ਦੋਸਤੋ, ਸਿੱਖ ਕੌਮ ਨੇ ਜਿਹੜਾ ਇਤਿਹਾਸ, ਜੇਕਰ ਸਿੱਖ ਕੌਮ ਦਾ ਆਪਾਂ ਫੋਲ ਕੇ ਦੇਖੀਏ, ਇੱਕ ਯੋਧਿਆਂ ਦਾ ਇਤਿਹਾਸ ਮੰਨਿਆ ਜਾਂਦਾ, ਇੱਕ ਸੂਰਬੀਰਾਂ ਦਾ ਇਤਿਹਾਸ ਜਿਹੜਾ ਪੜ੍ਹਨ ਨੂੰ ਆਪਾਂ ਨੂੰ ਮਿਲਦਾ ਹੈ। ਬੜੇ ਵੱਡੇ ਪ੍ਰਚਾਰਕ ਸਿੱਖ ਕੌਮ ਦੇ ਵਿੱਚ ਹੋਏ ਨੇ ਜਿਨ੍ਹਾਂ ਨੇ ਉਸ ਇਤਿਹਾਸ ਨੂੰ ਆਮ ਸੰਗਤ ਦੇ ਸਾਹਮਣੇ ਬੜੇ ਵਧੀਆ ਢੰਗ ਦੇ ਨਾਲ ਲੈ ਕੇ ਆਇਆ। ਪਰ ਉਹਨਾਂ ਦੇ ਪ੍ਰਚਾਰਕ ਤੇ ਹੋਣ ਦੇ ਨਾਲ ਉਹਨਾਂ ਦੇ ਨਾਲ ਕੁਝ ਵਿਵਾਦ ਹਮੇਸ਼ਾ ਤੋਂ ਜੁੜਦੇ ਰਹੇ ਨੇ, ਚਾਹੇ ਉਹਨਾਂ ਦੇ ਉੱਪਰ ਏਜੰਸੀਜ਼ ਦੀ ਹੱਥ ਦੀ ਕਠਪੁਤਲੀ ਬਣਨਾ ਹੋਵੇ, ਚਾਹੇ ਹੋਰ ਤਰ੍ਹਾਂ ਕਿਸੇ ਵੀ ਤਰ੍ਹਾਂ ਦੇ ਵਿਵਾਦ ਹੋਣ, ਉਹ ਜੁੜਦੇ ਰਹਿੰਦੇ ਨੇ। ਇਸੇ ਤਰ੍ਹਾਂ ਦੇ ਪ੍ਰਚਾਰਕ ਅੱਜ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਸਾਡੇ ਨਾਲ ਨੇ, ਜਿਹੜੇ ਹਮੇਸ਼ਾ ਸਿੱਖ ਕੌਮ ਦੀ ਆਵਾਜ਼ ਜਿਹੜੀ ਆ ਸਮੇਂ-ਸਮੇਂ 'ਤੇ ਚੱਕਦੇ ਰਹਿੰਦੇ ਨੇ। ਪਰ ਪਹਿਲਾਂ ਜਿਸ ਤਰ੍ਹਾਂ ਗੱਲ ਕੀਤੀ ਕਿ ਵਾਦ ਵਿਵਾਦ ਵੀ ਇਹਨਾਂ ਦੇ ਨਾਲ ਚੱਲਦੇ ਰਹਿੰਦੇ ਨੇ, ਆਪਾਂ ਇਹਨਾਂ ਤੋਂ ਅੱਜ ਵਾਦਾਂ ਵਿਵਾਦਾਂ ਤੇ ਸਪਸ਼ਟੀਕਰਨ ਜਿਹੜਾ ਕੁਝ ਨਾ ਕੁਝ ਲੈਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ। ਭਾਈ ਸਾਹਿਬ ਜੀ ਬਹੁਤ ਬਹੁਤ ਸਵਾਗਤ।
ਬਹੁਤ ਬਹੁਤ ਤੁਹਾਡਾ ਧੰਨਵਾਦ ਸੰਸਾਰਦੀਪ ਜੀ, ਤੇ ਤੁਹਾਡੇ ਚੈਨਲ ਨੂੰ ਦੇਖ ਰਹੇ ਸਾਰੇ ਦਰਸ਼ਕਾਂ ਦਾ ਦਿਲ ਦੀਆਂ ਗਹਿਰਾਈਆਂ ਤੋਂ ਮੈਂ ਧੰਨਵਾਦੀ ਹਾਂ ਜੀ। ਜੀ ਭਾਈ ਸਾਹਿਬ ਜੀ, ਇੱਕ ਜਾਣਿਆ ਪਛਾਣਿਆ ਨਾਮ ਤੁਹਾਡਾ ਸਿੱਖ ਪ੍ਰਚਾਰਕਾਂ ਦੇ ਵਿੱਚ, ਬਹੁਤ ਵੱਡੀ ਸ਼ਖਸੀਅਤ ਤੁਹਾਡੀ, ਪਰ ਇੱਕ ਸਿੱਖ ਪ੍ਰਚਾਰਕ ਦਾ ਕੰਮ ਹੁੰਦਾ ਹੈ ਕਿ ਕੌਮ ਦੇ ਸਾਹਮਣੇ ਜਿਹੜੇ ਨੇ ਮੁੱਦੇ ਜਿਹੜੇ ਨੇ ਕੌਮ ਦੇ, ਉਹਨਾਂ ਨੂੰ ਉਠਾ ਕੇ ਲੈ ਕੇ ਆਇਆ ਜਾਵੇ, ਸਹੀ ਤਰੀਕੇ ਨਾਲ ਲੈ ਕੇ ਆਇਆ ਜਾਵੇ। ਪਰ ਇੱਕ ਕੌਮ ਦੇ ਪ੍ਰਚਾਰਕ ਹੋਣ ਦੇ ਨਾਲ ਨਾਲ ਤੁਹਾਡੇ ਨਾਲ ਵੱਡੇ ਵੱਡੇ ਵਾਦ ਵਿਵਾਦ ਵੀ ਜੁੜਦੇ ਰਹਿੰਦੇ ਨੇ, ਕੀ ਕਾਰਨ? ਭਾਜੀ ਵਾਦ ਵਿਵਾਦ ਦਾ ਜੁੜ ਜਾਣਾ ਕੋਈ ਬਹੁਤ ਵੱਡੀ ਗੱਲ ਨਹੀਂ ਹੁੰਦੀ। ਜਦੋਂ ਤੁਸੀਂ ਕੰਮ ਕਰਦੇ ਹੋ ਜੀ, ਤੁਹਾਡੇ ਕੰਮਾਂ ਦੇ ਉੱਪਰ ਉਂਗਲ ਰੱਖੀ ਜਾਣੀ ਸੁਭਾਵਿਕ ਹੈ। ਜੇ ਤੁਸੀਂ ਚੁੱਪ ਕਰਕੇ ਬੈਠ ਜਾਂਦੇ ਹੋ ਤੇ ਕਿਹਾ ਜਾਂਦਾ ਵੀ ਇਹ ਵਿਕ ਗਿਆ, ਇਹ ਸ਼ਾਂਤ ਹੋ ਕੇ ਬਹਿ ਗਿਆ। ਜੇ ਤੁਸੀਂ ਅੱਗੇ ਹੋ ਕੇ ਤੁਰਦੇ ਹੋ ਤੇ ਤੁਹਾਡੇ ਤੇ ਨਾਲ ਦੀ ਨਾਲ ਲਾ ਦਿੱਤਾ ਜਾਂਦਾ ਵੀ ਇਹ ਚੌਧਰਾ ਭਾਲਦਾ ਹੈ। ਹੁਣ ਮੈਨੂੰ ਦੱਸੋ ਵੀ ਜੇ ਤੇ ਅੱਗੇ ਹੋ ਕੇ ਮੈਂ ਤੁਰਦਾ ਵਾਂ ਕਹਿੰਦੇ ਚੌਧਰਾ ਭਾਲਦਾ, ਜੇ ਚੁੱਪ ਕਰਕੇ ਬਹਿ ਜਾਣਾ ਮੈਂ ਕਿਹਾ ਦਿੱਤਾ ਜਾਂਦਾ ਬਸ ਏਜੰਸੀਆਂ ਦਾ ਪੈ ਗਿਆ ਦਬਾਅ, ਮਖੂ ਵਿਕ ਗਿਆ, ਹੈ ਨਾ। ਹੁਣ ਤੁਸੀਂ ਵਾਦ ਵਿਵਾਦ ਦੀ ਗੱਲ ਕੀਤੀ, ਸ਼ੁਰੂਆਤ ਵਿੱਚ ਤੁਸੀਂ ਇੱਕ ਏਜੰਸੀਆਂ ਦਾ ਨਾਮ ਲਿਆ, ਚਲੋ ਮੰਨ ਲਓ ਇੱਕ ਪਲ ਦੇ ਲਈ ਜੀ, ਜੇ ਮੰਨ ਲਓ ਤੁਹਾਨੂੰ ਕਿਸੇ ਨੇ ਕਹਿਤਾ ਜਾਂ ਜੇ ਤੁਸੀਂ ਸਵਾਲ ਲੈ ਕੇ ਆਏ ਹੋ ਤੁਹਾਡੇ ਤੱਕ ਕੋਈ ਗੱਲ ਲੱਪੜੀ ਹੋਣੀ ਹੈ ਤਾਂ ਕਰਕੇ ਤੁਸੀਂ ਕਹਿਤਾ ਵੀ ਏਜੰਸੀਆਂ। ਬਿਲਕੁਲ, ਪਹਿਲੀ ਗੱਲ ਤੇ ਇਹ ਹੈ, ਹਰਪ੍ਰੀਤ ਸਿੰਘ ਮਖੂ ਸ਼ਹੀਦ ਪਰਿਵਾਰਾਂ ਦੀ ਗੱਲ ਕਰਦਾ, ਖੁੱਲ੍ਹ ਕੇ ਗੱਲ ਕਰਦਾ, ਉਹਨਾਂ ਦੇ ਪਰਿਵਾਰਾਂ ਤੱਕ ਜਾਂਦਾ ਹੈ। ਪਿਛਲੇ ਦਿਨਾਂ ਦੇ ਵਿੱਚ ਭਾਵੇਂ ਰਵਨੀਤ ਸਿੰਘ ਬਿੱਟੂ ਨੇ ਸਾਡੀ ਇੱਕ ਇੰਟਰਵਿਊ ਨੂੰ ਆਧਾਰ ਬਣਾ ਕੇ, ਜਿਹੜੀ ਇੰਟਰਵਿਊ ਮੈਂ ਕਰ ਰਿਹਾ ਮੈਂ ਤੇ ਹੋ ਰਹੀ ਹੈ ਭਾਈ ਰਿਸ਼ਪਾਲ ਸਿੰਘ ਜੀ ਛੰਦਣਾ, ਇਹਨਾਂ ਦੇ ਸਪੁੱਤਰ ਹੈ ਭਾਈ ਅਮਰਤਪਾਲ ਸਿੰਘ ਛੰਦਣਾ ਦੀ, ਹੈ ਨਾ। ਤੇ ਉਹਨਾਂ ਨੇ ਇਸ ਆਧਾਰ ਦੇ ਉੱਪਰ ਕਿਹਾ ਸੀ ਕਿ ਮੈਂ ਗ੍ਰਹਿ ਮੰਤਰਾਲੇ ਨੂੰ ਚਿੱਠੀ ਲਗਾ ਲਿਖਣ, ਇਹ ਚੈਨਲ ਬੰਦ ਹੋਣਾ ਚਾਹੀਦਾ, ਇਹ ਲੋਕ ਇੰਜ ਕੰਮ ਕਰਦੇ ਨੇ। ਮੈਨੂੰ ਇੱਕ ਚੀਜ਼ ਦੱਸੋ, ਸਰਕਾਰ ਸਾਡੇ ਤੇ ਔਖੀ, ਸਰਕਾਰ ਔਖੀ ਹੈ ਨਾ ਵੀ ਮਖੂ ਦਾ ਇਹ ਜਿਹੜਾ ਕੰਮ ਹੈ ਠੀਕ ਨਹੀਂ, ਤੇ ਇੱਥੇ ਹੁਣ ਮੈਨੂੰ ਦੱਸੋ ਵੀ ਮੈਨੂੰ ਕਿਹੜੇ ਖੇਮੇ ਦੇ ਵਿੱਚ ਪਾਉਣਾ? ਸਰਕਾਰ ਤੇ ਮੇਰੇ ਤੋਂ ਔਖੀ, ਫਿਰ ਮੈਂ ਏਜੰਸੀ ਦਾ ਬੰਦਾ ਕਿਵੇਂ ਹੋ ਗਿਆ? ਕਹਿੰਦੇ ਸਰਕਾਰ ਤੁਹਾਡੇ ਤੋਂ ਔਖੀ, ਕਹਿੰਦੇ ਕਿ ਸਭ ਕੁਝ ਪਲਾਨ ਹੈਗਾ, ਜੇਕਰ ਸਰਕਾਰ ਮੱਖੂ ਸਾਹਿਬ ਦੇ ਨਾਲ ਖੁੱਲ੍ਹ ਕੇ ਹਮਾਇਤ ਦੇ ਵਿੱਚ ਆ ਜਾਊਗੀ ਤਾਂ ਫਿਰ ਸਭ ਕੁਝ ਕਲੀਅਰ ਹੋ ਜਾਊਗਾ। ਇੱਕ ਲੋਕਾਂ ਨੂੰ ਕਨਫਿਊਜ਼ਨ ਦੇ ਵਿੱਚ ਪਾਉਣ ਦੀਆਂ ਸਾਰੀਆਂ ਮੱਖੂ ਸਾਹਿਬ ਦੀਆਂ ਜਾਂ ਸਰਕਾਰ ਦੀਆਂ ਮਿਲੀ ਭੁਗਤ ਹੈਗੀ ਇਹ। ਮੈਨੂੰ ਇੱਕ ਚੀਜ਼ ਦੱਸੋ, ਚਲੋ ਮੈਂ ਇਸ ਗੱਲ ਨਾਲ ਸਹਿਮਤ ਹੋ ਗਿਆ ਜੀ, ਉਹ ਸਾਡੇ ਅਗੇਂਸਟ ਚੱਲੇ, ਸਾਡਾ ਚੈਨਲ ਬੰਦ ਕਰ ਦਿੱਤਾ ਗਿਆ ਤੇ ਆਪਾਂ ਕੀ ਕਹੀਏ, ਪਰ ਚੈਨਲ ਚਲਾ ਵੀ ਦਿੱਤਾ ਗਿਆ, ਚੈਨਲ ਚਲਾ ਦਿੱਤਾ ਗਿਆ। ਉਹ ਚੈਨਲ ਚੱਲਣ ਦੇ ਕਾਰਨ ਕੀ ਬਣ ਗਏ, ਸਾਡੇ ਹੱਕ ਦੇ ਵਿੱਚ ਬਹੁਤ ਵੱਡਾ ਲੋਕਾਂ ਦਾ ਵਿਊ ਆ ਗਿਆ। ਹੁਣ ਆਮ ਕਰਕੇ ਤੁਸੀਂ ਦੇਖੋ ਵੀ ਕਈ ਦਿਨਾਂ ਦੇ ਵਿੱਚ, ਪਿਛਲੇ ਕੁਝ ਦਿਨਾਂ ਦੇ ਵਿੱਚ ਕੁਝ ਚੈਨਲ ਬੰਦ ਕੀਤੇ ਗਏ ਆ, ਪਰ ਕੁਝ ਸਮੇਂ ਬਾਅਦ ਉਹਨਾਂ ਨੂੰ ਉਹ ਚੈਨਲ ਜਿਹੜੇ ਚੱਲ ਗਏ। ਸਾਡੇ ਹੱਕ ਦੇ ਵਿੱਚ ਜਿੱਡੀ ਵੱਡੀ ਵੇਵ ਚੱਲੀ ਸੀ, ਮੈਨੂੰ ਤੁਸੀਂ ਦੱਸ ਦਿਓ ਵੀ ਏਡੀ ਵੱਡੀ ਵੇਵ ਕਿਸੇ ਹੋਰ ਚੈਨਲ ਦੇ ਹੱਕ ਦੇ ਵਿੱਚ ਚੱਲੀ ਹੋਵੇ। ਇਹਦਾ ਮਤਲਬ ਅਸੀਂ ਗਰਾਊਂਡ ਤੇ ਵਰਕ ਬਹੁਤ ਵੱਡੇ ਪੱਧਰ ਤੇ ਕੀਤਾ। ਮੈਂ ਉਸ ਸਵਾਲ ਦਾ ਜਵਾਬ ਦੇਣਾ ਚਾਹੁੰਦਾ ਵੀ ਜਿਹੜਾ ਤੁਸੀਂ ਗੱਲ ਕੀਤੀ ਸੀ ਵੀ ਏਜੰਸੀਆਂ ਜਿਹੜਾ ਸ਼ਬਦ ਹੈ ਜੀ, ਆਪਾਂ ਉਸ ਗੱਲ ਦੇ ਉੱਪਰ ਆ ਵੀ ਜਾਂਦੇ ਆ। ਮੈਂ ਤਾਂ ਪਹਿਲਾਂ ਹੀ ਇੱਕ ਬੇਨਤੀ ਕਰ ਦਿੱਤੀ ਹੈ ਵੀ ਸਾਡੇ ਵਿਰੋਧ ਦੇ ਵਿੱਚ ਸਰਕਾਰ ਭੁਗਤੀ, ਹਰਪ੍ਰੀਤ ਸਿੰਘ ਮਖੂ ਤੇ ਗੋਲੀਆਂ ਚੱਲੀਆਂ, ਹਰਪ੍ਰੀਤ ਸਿੰਘ ਮਖੂ ਸ਼ਹੀਦਾਂ ਦੀ ਗੱਲ ਕਰਦਾ ਹੈ ਔਰ ਨਿੱਤ ਮੁੱਦੇ ਚੁੱਕਦਾ ਹੈ। ਇੱਕ ਮੇਰੇ ਸਵਾਲ ਕੰਪਲੀਟ ਹੋਣ ਦਿਆ ਜੇ, ਲੁਧਿਆਣੇ ਦੇ ਵਿੱਚ 14 ਸਾਲਾਂ ਦੀ ਕੁੜੀ ਚੱਕੀ ਕਿਵੇਂ ਸਿੱਧਾ ਉਹਨਾਂ ਦੇ ਪਰਿਵਾਰ ਦੇ ਵਿੱਚ ਚਲਾ ਗਿਆ? ਮੈਂ ਕਿਹਾ ਦੱਸੋ ਜੀ, ਜੇ ਕੋਈ ਕਹਿ ਦਿੰਦਾ ਵੀ ਆਹ ਸਮਾਜ ਸੇਵੀ ਹੈ ਜੀ, ਚਿਹਰਾ ਬੜਾ ਜਾਣਿਆ ਪਛਾਣਿਆ, ਪਰ ਇਹਨਾਂ ਤੇ ਠੱਗੀ ਦੇ, ਮੈਂ ਕਹਿੰਦਾ ਆਓ ਜੀ ਤੁਸੀਂ ਮੇਰੇ ਕੋਲ ਪੇਸ਼ ਕਰੋ ਜੀ। ਜੇ ਕੋਈ ਸੱਜਣ ਕਹਿ ਦਿੰਦਾ ਵੀ ਸਰਕਾਰ ਨੇ ਮੇਰੇ ਨਾਲ ਧੱਕਾ ਕੀਤਾ, ਮੈਂ ਕਹਿੰਦਾ ਆਓ ਜੀ। ਚਲੋ ਮੈਨੂੰ ਇੱਕ ਗੱਲ ਦੱਸੋ, ਮੇਰੀਆਂ ਕਰੀਬ 5 ਤੋਂ 7,000 ਇੰਟਰਵਿਊ ਹੈ ਜੀ, ਮੰਨ ਕੇ ਚੱਲੀਏ ਵੀ ਉਹਦੇ ਵਿੱਚੋਂ ਤੁਹਾਨੂੰ 3,000 ਪਸੰਦ ਨਹੀਂ ਆਈ, 3,000 ਇੰਟਰਵਿਊ ਮੇਰੀ ਪਸੰਦ ਨਹੀਂ ਆਈ, 7,000 ਦੇ ਵਿੱਚੋਂ 4,000 ਤੇ ਕੰਮ ਮੈਂ ਕੀਤਾ ਨਾ। ਜੇ 4,000 ਇੰਟਰਵਿਊ ਕਰਕੇ ਵੀ ਮਖੂ ਏਜੰਸੀਆਂ ਦਾ ਬੰਦਾ ਹੈ ਤੇ ਮੈਂ ਕਹਿੰਦਾ ਵੀ ਫਿਰ ਇਹਦੇ ਵਿੱਚ ਘੱਟੋ ਘੱਟ ਸਾਨੂੰ 10-12 ਬੰਦੇ ਏਜੰਸੀਆਂ ਦੇ ਇਹੋ ਜਿਹੇ ਚਾਹੀਦੇ ਨੇ ਜਿਹੜੇ ਆਪਣੀ ਕੌਮ ਦੀ ਗੱਲ ਕਰਨ। ਤੁਸੀਂ ਕਹਿੰਦੇ ਹੋ ਕਿ ਮਖੂ ਏਜੰਸੀਆਂ ਦਾ ਬੰਦਾ ਨਹੀਂ, ਕਿ ਮੱਖੂ ਦੇ ਉੱਪਰ ਗੋਲੀਆਂ ਚੱਲੀਆਂ, ਪਰ ਤੁਹਾਡੇ ਵਿਰੋਧੀ ਇਸ ਚੀਜ਼ ਤੇ ਵੀ ਸਵਾਲ ਚੱਕਦੇ ਨੇ ਕਿ ਮੱਖੂ ਵੱਲੋਂ ਸਭ ਕੁਝ ਪਲਾਨ ਕੀਤਾ ਗਿਆ। ਜੇਕਰ ਤੁਸੀਂ 6-7 ਵਾਰ ਕਹਿੰਦੇ ਹੋ ਕਿ ਹਮਲੇ ਹੋਏ, 6-7 ਗੋਲੀਆਂ ਚੱਲੀਆਂ, ਕਹਿੰਦਾ ਕਿ ਗੋਲੀ ਤੇ ਇੱਕ ਬਹੁਤ ਹੁੰਦੀ ਬੰਦੇ ਨੂੰ ਖਤਮ ਕਰਨ ਲਈ, ਮੱਖੂ ਦੀ ਆਵਾਜ਼ ਫੇਰ ਬੋਲ ਰਹੀ ਹੈ, ਮੱਖੂ ਕਿਸ ਤਰ੍ਹਾਂ ਬਚ ਜਾਂਦਾ? ਬਿਲਕੁਲ ਤੁਹਾਡੀ ਗੱਲ ਬੜੀ ਸੋਹਣੀ ਹੈ। ਜਦੋਂ ਮੈਂ ਘਰ ਦੇ ਵਿੱਚੋਂ ਨਿਕਲਦਾ ਵਾਂ ਨਾ ਤੇ ਮੈਂ ਪ੍ਰੀ ਪਲਾਨ ਨਿਕਲਦਾ ਵਾਂ ਜੀ, ਮੈਂ ਪੂਰੀ ਤਿਆਰੀ ਦੇ ਵਿੱਚ ਨਿਕਲਦਾ ਵਾਂ। ਮੈਨੂੰ ਪਤਾ ਹੁੰਦਾ ਵੀ ਮੌਤ ਕਿਤੇ ਨਾ ਕਿਤੇ ਮੇਰਾ ਇੰਤਜ਼ਾਰ ਕਰਦੀ ਪਈ ਹੈ। ਸਭ ਤੋਂ ਵੱਡੀ ਗੱਲ ਇਹ ਹੈ, ਹੁਣ ਮੰਨ ਲਓ ਜੇ ਮੈਂ ਇੱਥੇ ਵੀ ਬੈਠਾ ਵਾਂ ਤੇ ਮੈਂ ਇਸ ਗੱਲ 'ਚ ਕੋਈ ਸ਼ੱਕ ਨਹੀਂ ਕਰਦਾ ਪਿਆ, ਜੇ ਮੈਂ ਇੰਟਰਵਿਊ ਤੁਹਾਨੂੰ ਦੇ ਰਿਹਾ ਤੇ ਅਸਲਾ ਮੈਂ ਨਾਲ ਰੱਖਿਆ ਹੋਇਆ ਆਪਦਾ, ਠੀਕ ਹੈ ਜੀ। ਜੇ ਮੈਨੂੰ ਇੱਥੇ ਵੀ ਇੰਟਰਵਿਊ ਦੇ ਦੌਰਾਨ ਵੀ ਕਿਤੇ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਆ, ਚਲੋ ਮੇਰੀ ਘਟੀ ਹੋਵੇ ਤਾਂ ਮੈਂ ਕਹਿ ਨਹੀਂ ਸਕਦਾ, ਪਰ ਯਤਨ ਤੇ ਮੈਂ ਆਪਣੇ ਬਚਾਅ ਦਾ ਕਰਾਂਗਾ। ਚਲੋ ਜੇ ਇਸ ਗੱਲ ਨੂੰ ਪੈਮਾਨਾ ਲੈ ਲਈਏ ਵੀ ਮਖੂ ਤੇ 7 ਗੋਲੀਆਂ ਚੱਲੀਆਂ, ਜੇ ਤੇ ਮਖੂ ਮਰ ਜਾਂਦਾ ਫਿਰ ਤੇ ਕੌਮ ਦਾ ਸੀ, ਜੇ ਮਖੂ ਮਰਿਆ ਨਹੀਂ ਤੇ ਮਖੂ ਹੋ ਗਿਆ ਏਜੰਸੀਆਂ ਦਾ। ਮੌਤ ਦੀ ਇੱਕ ਵੱਖਰੀ ਗੱਲ ਆ, ਮਖੂ ਸਾਹਿਬ ਜ਼ਖਮੀ ਵੀ ਨਹੀਂ ਹੁੰਦੇ ਹੈ ਜਦੋਂ 7 ਗੋਲੀਆਂ ਚੱਲਦੀਆਂ ਨੇ। ਮੈਨੂੰ ਇੰਜ ਲੱਗਦਾ ਪਿਆ ਵੀ ਤੁਸੀਂ ਮੇਰਾ ਚੀਰ ਹਰਨ ਕਰਨ ਲਈ ਨਾ ਇਹ ਤੇ ਅੱਜ ਬੈਠੇ ਹੋਏ ਹੋ ਤੇ ਵੀ ਮਖੂ ਦਾ ਜਿਹੜਾ ਪੂਰਾ ਕੱਪੜੇ ਐਨ ਲਾ ਕੇ ਤੇ ਮਖੂ ਨੂੰ ਨੰਗਾ ਕਰਕੇ ਇਹ ਲੋਕਾਂ ਦੇ ਸਵਾਲ ਹੈਗੇ ਨੇ, ਅਸੀਂ ਲੋਕਾਂ ਦੀ ਆਵਾਜ਼ ਚੱਕਣ ਦੀ ਹਮੇਸ਼ਾ ਦੀ ਕੋਸ਼ਿਸ਼ ਕਰਦੇ ਮੈਂ ਕਹਿੰਦਾ ਮੈਨੂੰ ਮੌਕਾ ਦਿਓ ਗੱਲ ਕਰਨ ਦਾ, ਬੜਾ ਸਵਾਦ ਜਿਹਾ ਆਇਆ। ਚਲੋ ਹੁਣ ਤੁਸੀਂ ਮੁੱਦਾ ਛੇੜ ਹੀ ਲਿਆ ਜੀ। ਜਿਹੜੀ ਮੇਰੇ ਤੇ ਗੋਲੀ ਚੱਲੀ ਵੀਡੀਓ ਵੀ ਮੈਂ ਵਾਇਰਲ ਕੀਤੀ ਹੈ,
ਵਾਇਰਲ ਮੈਂ ਕੀਤੀ ਹੈ ਨਾ ਵੀਡੀਓ, ਮੇਰੇ ਵਿਰੋਧੀਆਂ ਨੇ ਤੇ ਵਾਇਰਲ ਕੀਤੀ ਨਹੀਂ। ਉਹਦੇ ਵਿੱਚ ਕਿੱਥੇ ਮੈਂ ਕਿਹਾ ਵੀ ਗੋਲੀ ਮੇਰੀ ਹਿੱਕ ਤੇ ਵੱਜੀ ਹੈ, ਗੋਲੀ ਮੇਰੀ ਗੱਡੀ ਤੇ ਲੱਗੀ ਹੈ। ਮੈਂ ਬਕਾਇਦਾ ਦੱਸਿਆ ਵੀ ਆਹ ਨੰਬਰ ਗੱਡੀ ਹੈ, ਇਹਨਾਂ ਨੇ ਮੈਨੂੰ ਅਗਲੇ ਪਾਸਿਓਂ ਘੇਰਿਆ ਤੇ ਅਗਲੇ ਪਾਸੇ ਹਵਾਈ ਫਾਇਰ ਕਰਦੇ ਪਏ ਨੇ, ਠੀਕ ਹੈ ਜੀ। ਤੇ ਜਿਹੜਾ ਮੈਂ ਉਹਨਾਂ ਦੇ ਉੱਪਰ ਪਰਚਾ ਦਰਜ ਕਰਵਾਇਆ ਆ, ਪਰਚੇ ਦੇ ਵਿੱਚ ਵੀ ਮੈਂ ਗੱਡੀ ਦਾ ਜਿਹੜਾ ਲਿਖਿਆ ਵੀ ਆਹ ਗੱਡੀ ਦਾ ਨੰਬਰ ਆ, ਨਾਲ ਹੀ ਮੈਂ ਲਿਖ ਦਿੱਤਾ ਵੀ ਆਹ ਇੰਨੀਆਂ ਰਾਊਂਡ ਮੇਰੇ ਤੇ ਫਾਇਰ ਕੀਤੇ ਗਏ ਨੇ। ਉਸ ਤੋਂ ਬਾਅਦ ਆਪਣੀ ਜਾਨ ਬਚਾਉਣ ਦੇ ਲਈ ਮੈਂ ਆਹ ਫਾਇਰ ਕੀਤਾ। ਚਲੋ ਜੇ ਆਪਾਂ ਇਸ ਪੈਮਾਨੇ ਨੂੰ ਲੈ ਲਈਏ, ਜਿਹੜਾ ਪੈਮਾਨਾ ਤੁਸੀਂ ਦੱਸਦੇ ਪਏ ਹੋ ਵੀ ਗੋਲੀਆਂ ਚੱਲੀਆਂ ਤੇ ਵਿਰੋਧੀ ਕਹਿੰਦੇ ਵੀ ਮਖੂ ਬਚ ਕਿਵੇਂ ਗਿਆ, ਤੇ ਫਿਰ 84 ਵੇਲੇ ਜਿਹੜੇ ਬਚੇ ਹੈ ਉਸ ਤੋਂ ਬਾਅਦ ਜੋਧਪੁਰ ਜੇਲ੍ਹ ਦੇ ਵਿੱਚ ਗਏ ਆ। ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਵੀ ਉਹਨਾਂ ਨੂੰ ਸਰਟੀਫਿਕੇਟ ਕੀ ਦਿੰਦੇ ਹੋ? ਚਲੋ ਮੈਨੂੰ ਇਸ ਗੱਲ ਦਾ ਜਵਾਬ ਦੇ ਦਿਓ। ਉਹਨਾਂ ਨੇ ਆਪਣੀ ਜੇਲ੍ਹ ਤਾਂ ਕੱਟੀ ਨਾ, ਉਹਨਾਂ ਨੇ ਚਲੋ ਜੋ ਤੁਸੀਂ ਕਹਿੰਦੇ ਹੋ ਬਚੇ 84 ਦੇ ਅਟੈਕ ਦੇ ਵਿੱਚ, ਜੋਧਪੁਰ ਜੇਲ੍ਹ ਦੇ ਵਿੱਚ ਉਹਨਾਂ ਨੇ ਤਸ਼ੱਦਦ, ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਏ, ਮੇਰੇ ਸਵਾਲ ਦਾ ਇਹ ਜਵਾਬ, ਸਵਾਲ ਦਾ ਹੀ ਜਵਾਬ ਆ। ਉਹਨਾਂ ਨੇ ਆਪਣਾ ਤਸ਼ੱਦਦ ਵੀ ਝੱਲਿਆ ਕੌਮ ਦਾ, ਕੌਮ ਦੇ ਲਈ ਉਹਨਾਂ ਨੇ ਕਈ ਸਾਲ 15 ਸਾਲ ਜਿਨ੍ਹਾਂ ਦੇ ਪਰਿਵਾਰ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਸੂਰਮੇ ਸਾਡੇ ਜਿਉਂਦੇ ਹੈਗੇ ਜਾਂ ਨਹੀਂ। ਉਹਨਾਂ ਨੇ ਆਪਣਾ ਮੈਂਟਲੀ ਤੌਰ ਤੇ ਵੀ ਫਿਜ਼ੀਕਲ ਤੌਰ ਤੇ ਵੀ ਤਸ਼ੱਦਦ ਤਾਂ ਚੱਲਿਆ ਨਾ। ਤੁਸੀਂ ਤਾਂ ਚੰਗੀਆਂ ਗੱਡੀਆਂ ਦੇ ਵਿੱਚ ਘੁੰਮ ਰਹੇ ਹੋ, ਚੰਗੀ ਜ਼ਿੰਦਗੀ ਆਪਣੀ ਜੀ ਰਹੇ ਹੋ। ਇਸ ਗੱਲ ਦੇ ਉੱਪਰ ਆ ਜਾਈਏ, ਇਸ ਗੱਲ ਦੇ ਉੱਪਰ ਆ ਜਾਈਏ ਜੀ। ਜਨਰਲ ਸ਼ਬੇਗ ਸਿੰਘ ਨੇ ਕਿਹੜੀ ਲੜਾਈ ਲੜੀ? 45 ਵਾਲੀ ਵੀ ਲੜੀ, ਉਸ ਤੋਂ ਬਾਅਦ ਬੰਗਲਾਦੇਸ਼ ਵਾਲੀ ਵੀ ਲੜੀ, ਪਾਕਿਸਤਾਨ ਵਾਲੀ ਵੀ ਲੜੀ। ਹੁਣ ਆਪਾਂ ਕੀ ਕਹਿ ਦਈਏ ਵੀ ਜਨਰਲ ਸ਼ਬੇਗ ਸਿੰਘ ਬਚ ਗਿਆ ਤੇ ਇਹ ਗਦਾਰ ਹੋ ਗਿਆ? ਨਹੀਂ, ਇੰਜ ਨਹੀਂ ਹੁੰਦਾ। ਗੱਲ ਇਹ ਨਹੀਂ ਹੈ, ਗੱਲ ਇਹ ਵੇਖੀ ਜਾਂਦੀ ਵੀ ਲੜਾਈ ਕਿਸ ਮਕਸਦ ਦੇ ਲਈ ਲੜੀ ਤੇ ਉਹ ਜਿਹੜੀ ਲੜਾਈ ਲੜੀ ਜਾ ਰਹੀ ਸੀ ਉਹਦੇ ਵਿੱਚ ਅਸੀਂ ਕਿੰਨੇ ਕੁ ਕਾਮਯਾਬ ਹੋਏ ਹਾਂ। ਗੱਲ ਇਹ ਨਹੀਂ ਹੈ ਵੀ ਮਖੂ ਬਚ ਗਿਆ। ਚਲੋ ਜੇ ਇਹੀ ਪੈਮਾਨਾ ਆ ਤੇ ਫਿਰ ਮੈਂ ਬੜਾ ਹੈਰਾਨ ਹੋ ਜਾਂਦਾ ਵਾ ਵੀ ਜੇ ਕੋਈ ਜੇਲ੍ਹ ਦੇ ਵਿੱਚ ਹੈ ਤੇ ਉਨੀ ਦੇਰ ਤੱਕ ਪੰਥਕ ਹੈ, ਜਦੋਂ ਜੇਲ੍ਹ ਦੇ ਵਿੱਚੋਂ ਬਾਹਰ ਆ ਗਿਆ ਉਹ ਪੰਥਕ ਨਹੀਂ ਹੈ। ਸਾਡੀ ਕੌਮ ਦੇ ਵਿੱਚ ਇਸ ਤਰੀਕੇ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਵੀ ਜਾਂ ਤੇ ਬੰਦਾ ਜੇਲ੍ਹ ਦੇ ਵਿੱਚ ਹੋਵੇ ਜਾਂ ਸ਼ਹੀਦੀ ਪਾ ਜਾਵੇ, ਫਿਰ ਉਹ ਪੰਥਕ ਹੈ। ਜੇ ਉਹ ਬਚ ਗਿਆ, ਸਾਡੀ ਕੌਮ ਕਹਿੰਦੀ ਇਹ ਪੰਥਕ ਨਹੀਂ ਹੈ। ਸੋ ਇਹ ਸਵਾਲ ਬਹੁਤ ਵੱਡਾ ਸਾਡੇ ਉੱਪਰ ਆ ਜਾਂਦਾ, ਇੰਜ ਨਹੀਂ ਹੁੰਦਾ। ਹੁਣ ਆਪਾਂ ਸੰਘਰਸ਼ ਵੇਲੇ ਦੀਆਂ ਗੱਲਾਂ ਕਰਦੇ ਹਾਂ। ਮਤਲਬ ਤੁਸੀਂ ਹੁਣ ਕੌਮ ਦੇ ਉੱਪਰ ਹੀ, ਸਾਰੀ ਕੌਮ ਦੇ ਉੱਪਰ ਹੀ ਸਵਾਲ ਚੱਕ ਰਹੇ ਹੋ? ਸਵਾਲ ਨਹੀਂ ਚੱਕ ਰਹੇ। ਮੈਂ ਹੁਣ ਉਹਨਾਂ ਪਰਿਵਾਰਾਂ ਨੂੰ ਜਾ ਕੇ ਮਿਲਦਾ ਵਾਂ ਜਿਹੜੇ ਪਰਿਵਾਰ ਦੱਸਦੇ ਆ ਵੀ ਸਾਡੇ ਇੱਥੇ ਇੰਨੀ ਫਾਇਰਿੰਗ ਹੋਈ, ਸਾਡੇ ਪਰਿਵਾਰ ਦੇ ਇੰਨੇ ਜੀ ਮਰ ਗਏ। ਉਸ ਪਰਿਵਾਰ, ਹੁਣ ਮੈਂ ਤੁਹਾਨੂੰ ਇੱਕ ਛੋਟੀ ਜਿਹੀ ਉਦਾਹਰਨ ਦੇਣਾ। ਪਿਛਲੇ ਦਿਨ 'ਚ ਮੈਂ ਇੱਕ ਇੰਟਰਵਿਊ ਕੀਤੀ, ਇੱਕ ਬੀਬੀ ਮੇਰੇ ਨਾਲ ਇੰਟਰਵਿਊ ਵਿੱਚ ਕਹਿ ਰਹੀ ਹੈ ਵੀ ਮੇਰੇ ਪਰਿਵਾਰ ਦੇ 7 ਜੀ ਮਾਰੇ ਗਏ, ਮੈਂ ਬਚੀ, ਮੇਰਾ ਬਾਪ ਬਚਿਆ ਤੇ ਮੇਰਾ ਦਾਦਾ ਬਚਿਆ, ਤੇ ਮੈਂ ਉਸ ਵੇਲੇ 18 ਸਾਲਾਂ ਦੀ ਸਾਂ। ਹੁਣ ਮੈਂ ਉੱਤੇ ਇਹ ਥੋੜਾ ਕਹਿ ਦਿਆਂਗਾ ਵੀ ਬੀਬੀ ਤੂੰ ਬਚ ਗਈ ਤੇ ਇਹਦਾ ਮਤਲਬ ਉਹ ਨਹੀਂ, ਇੰਜ ਨਹੀਂ ਹੁੰਦਾ। ਗੱਲ ਇਹ ਹੋ ਜਾਂਦੀ ਹੈ ਕਿ ਉਸ ਵੇਲੇ ਦਾ ਮਾਹੌਲ ਕਿਹੋ ਜਿਹਾ ਸੀ, ਮਾਹੌਲ ਦੇ ਦੌਰਾਨ ਜੇ ਇਹ ਬੱਚੇ ਨੇ ਕਿਵੇਂ ਬਚ ਗਏ ਨੇ। ਹੁਣ ਮੇਰੇ ਉੱਪਰ ਉਹਨਾਂ ਨੇ ਗੱਡੀ ਘੇਰ ਕੇ ਮੇਰੇ ਉੱਪਰ ਫਾਇਰ ਕੀਤੇ, ਉਹ ਸਾਰੀ ਵੀਡੀਓ ਮੇਰੇ ਕੈਮਰਾਮੈਨ ਨੇ ਬਣਾ ਲਈ, ਕਿਉਂਕਿ ਜਿਹੜੇ ਕੈਮਰੇ ਸਾਡੇ ਪੈਕ ਸੀ ਪਿਛਲੇ ਪਾਸੇ ਸਨ। ਮੋਬਾਈਲ ਦੇ ਉੱਪਰ ਵੀਡੀਓ ਬਣੀ ਹੈ, ਉਵੇਂ ਹੀ ਮੈਂ ਵਾਇਰਲ ਕਰ ਦਿੱਤੀ ਹੈ ਤੇ ਵੀਡੀਓ ਦੇ ਆਧਾਰ ਦੇ ਉੱਪਰ ਮੈਂ ਇਰਾਦਾ ਕਤਲ ਦਾ ਪਰਚਾ ਠੋਕ ਕੇ ਦਿੱਤਾ। ਤੁਸੀਂ ਨੇ ਚਲੋ ਬਹੁਤ ਚੰਗੀ ਗੱਲ ਹੈ ਕਿ ਤੁਹਾਡਾ ਕੋਈ ਨੁਕਸਾਨ ਨਹੀਂ ਹੋਇਆ, ਤੁਸੀਂ ਹਮੇਸ਼ਾ ਚੜ੍ਹਦੀ ਕਲਾ ਦੇ ਨਹੀਂ। ਜੇ ਮੈਂ ਮਰ ਜਾਂਦਾ ਫਿਰ ਮੈਨੂੰ ਖਿਤਾਬ ਦੇ ਦਿੰਦੇ ਵਧੀਆ। ਨਹੀਂ, ਖਿਤਾਬ ਨਹੀਂ ਅਸੀਂ ਸਰ ਦੇ ਰਹੇ, ਅਸੀਂ ਖਿਤਾਬ ਨਹੀਂ ਦੇ ਰਹੇ। ਫਿਰ ਮੈਨੂੰ ਕੀ ਖਿਤਾਬ ਦਿੰਦੇ? ਚਲੋ ਦੱਸ ਤੇ ਦਿਓ, ਇਹਨਾਂ ਦੱਸ ਦਿਓ ਅੱਜ ਕੈਮਰੇ ਮੂਰੇ ਪ੍ਰਾਈਡ ਪੰਜਾਬ ਤੇ ਦੱਸ ਦਿਓ ਵੀ ਫਿਰ ਮੈਨੂੰ ਖਿਤਾਬ ਕੀ ਦਿੰਦੇ? ਉਹ ਤਾਂ ਕੌਮ ਫੈਸਲਾ ਕਰੂਗੀ ਨਾ ਕਿ ਤੁਸੀਂ ਅੱਜ ਚੜ੍ਹਦੀ ਕਲਾ ਦੇ ਵਿੱਚੋਂ ਵਧੀਆ ਕੌਮ ਦਾ ਪ੍ਰਚਾਰ ਕਰ ਰਹੇ ਹੋ, ਚੰਗੀ ਗੱਲ ਆ, ਮੈਂ ਇਹੀ ਕਹਿ ਰਿਹਾ। ਪਰ ਇੱਕ ਸਵਾਲ ਇਹ ਵੀ ਉੱਠਦਾ, ਕਹਿੰਦੇ ਕਿ ਮੱਖੂ ਸਾਹਿਬ ਆਪਣੀ ਸਿਆਸੀ ਜ਼ਮੀਨ ਜਿਹੜੀ ਆ ਤਲਾਸ਼ ਰਹੇ ਨੇ ਕਿ ਜੋ ਸਾਰਾ ਘਟਨਾਕ੍ਰਮ ਜੋ ਵੀ ਸਮੇਂ-ਸਮੇਂ ਤੇ ਤੁਹਾਡੇ ਨਾਲ ਹੁੰਦਾ ਰਹਿੰਦਾ ਹੈ, ਸਾਰੀ ਕੌਮ ਨੂੰ ਪਤਾ। ਤੁਸੀਂ ਨੇ ਦੱਸਿਆ ਕਿ ਵੀਡੀਓ ਵੀ ਮੈਂ ਬਿਆਨ ਕੀਤੀਆਂ ਨੇ। ਕਹਿੰਦੇ ਕਿ ਐਦਾਂ ਦਾ ਘਟਨਾਕ੍ਰਮ ਕਰਵਾ ਕੇ ਸਿੰਪਥੀ ਲੈ ਕੇ ਕਹਿੰਦੇ ਆਪਣੀ ਸਿਆਸੀ ਜ਼ਮੀਨ ਤਲਾਸ਼ ਰਹੇ ਨੇ। ਉਹਦੀਆਂ ਉਦਾਹਰਨਾਂ ਪਿਛਲੇ ਦਿਨਾਂ ਦੇ ਵਿੱਚ ਆਪਣੇ ਕੈਮਰੇ ਦੇ ਸਾਹਮਣੇ ਆਈਆਂ ਨੇ, ਤੁਸੀਂ ਸਭ ਜਾਣੀਆਂ ਨੂੰ। ਉਦਾਹਰਨ ਦੇ ਦਿਓ ਕੋਈ। ਲੁਧਿਆਣਾ ਦੇ ਵਿੱਚ ਸਾਰਾ ਪ੍ਰਸ਼ਾਸਨ, ਕਾਂਗਰਸ ਦੇ ਵੱਡੇ ਮੰਤਰੀ ਤੁਹਾਡੇ ਘਰ ਦੇ ਵਿੱਚ ਮੀਟਿੰਗ ਕਰਦੇ ਨੇ। ਸਰਕਾਰ ਦੀ, ਸਰਕਾਰੀ ਮੰਤਰੀਆਂ ਦੀ ਅਜਿਹੀ ਕੀ ਮਜਬੂਰੀ ਕਿ ਉਹਨਾਂ ਨੂੰ ਹਰਪ੍ਰੀਤ ਸਿੰਘ ਮੱਖੂ ਦੇ ਸਮੇਤ ਡੀਸੀ ਸਾਹਿਬ ਲੁਧਿਆਣਾ ਤੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਨੂੰ ਮੱਖੂ ਸਾਹਿਬ ਦੇ ਘਰੇ ਮੀਟਿੰਗ ਕਰਨੀ ਪੈ ਗਈ, ਜਦ ਕਿ ਉਹ ਕਿਸੇ ਸਰਕਾਰੀ ਜਗ੍ਹਾ ਤੇ ਵੀ ਹੋ ਸਕਦੀ ਸੀ। ਜੇ ਸਰਕਾਰੀ ਜਗ੍ਹਾ ਤੇ ਹੁੰਦੀ ਫਿਰ ਤੁਸੀਂ ਮੈਨੂੰ ਕੀ ਖਿਤਾਬ ਦੇ ਦਿੰਦੇ? ਚਲੋ ਮੱਖੂ ਸਾਹਿਬ ਦਾ ਪੋਲੀਟੀਕਲੀ ਮਤਲਬ ਕੀ ਬਣਦਾ ਹੈ ਉਹਨਾਂ ਦਾ? ਮੱਖੂ ਸਾਹਿਬ ਦੇ ਘਰੇ ਇੱਕ ਸਿੱਖ, ਦੇਖੋ ਮੇਰੀ ਗੱਲ ਹੁਣ ਮੇਰੀ ਸੁਣੋ ਨਾ, ਮੇਰੀ ਸੁਣੋ। ਕਿਉਂਕਿ ਕਾਂਗਰਸ ਤੇ ਹਮੇਸ਼ਾ ਤੋਂ ਸਿੱਖ ਵਿਰੋਧੀ ਹੋਣ ਦੇ ਇਲਜ਼ਾਮ ਲੱਗਦੇ ਨੇ। ਅੱਛਾ, ਲੱਗਦੇ ਨੇ 84 ਦਾ ਮੁੱਦਾ ਹੋਵੇ ਚਾਹੇ ਅਕਾਲ ਤਖਤ ਸਾਹਿਬ ਦੇ ਉੱਪਰ, ਮੇਰੇ ਹਿਸਾਬ ਦੇ ਨਾਲ ਇੱਕ ਸਿੱਖ ਦੇ ਲਈ ਕੁਝ ਵੀ ਨਹੀਂ। ਉਹਨਾਂ ਨੂੰ ਟੈਰੀ ਕਰਨ ਦੇ ਕਾਂਗਰਸ ਦੇ ਉੱਪਰ ਇਲਜ਼ਾਮ ਲੱਗਦੇ ਨੇ। ਉਸ ਸਿੱਖ ਵਿਰੋਧੀ ਪਾਰਟੀ ਦਾ ਜੇ ਆਪਾਂ ਕਹਿ ਲਈਏ, ਇੱਕ ਕਹਿੰਦੇ ਕਹਾਉਂਦੇ ਸਿੱਖ ਪ੍ਰਚਾਰਕ ਦੇ ਘਰੇ ਆ ਕੇ ਮੀਟਿੰਗ ਕਰਨਾ ਕੀ ਸੁਨੇਹਾ ਦੇਣਾ? ਪਹਿਲੀ ਗੱਲ ਤੇ ਤੁਹਾਡੀ ਇਹ ਜਾਣਕਾਰੀ ਥੋੜੀ ਜਿਹੀ ਅਧੂਰੀ ਹੈ। ਇਹ ਜਿਹੜੀ ਮੀਟਿੰਗ ਨਹੀਂ ਹੋਈ, ਇਹਨੂੰ ਆਪਾਂ ਇੰਜ ਕਹਿ ਸਕਦੇ ਹਾਂ, ਮੇਰੇ ਘਰ ਦੇ ਵਿੱਚ ਆਏ ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਜੀ, ਨਾਲ ਆਏ MLA ਕੁਲਬੀਰ ਸਿੰਘ ਜੀਰਾ, ਨਾਲ ਇਹਨਾਂ ਦੇ ਜੋ ਵੀ ਲਾਓ ਲਸ਼ਕਰ ਹੈ ਜਾਂ ਜੋ ਪ੍ਰਸ਼ਾਸਨਿਕ ਅਧਿਕਾਰੀ ਨੇ, ਉਹ ਸਾਰੇ ਆਏ। ਉਹਦੇ ਆਉਣ ਦਾ ਕਾਰਨ ਸੀ
ਇਹਨਾਂ ਨੇ ਮੈਨੂੰ ਇੱਕ ਫੋਨ ਕੀਤਾ, ਮੈਨੂੰ ਕਹਿੰਦੇ ਵੀ ਹਰਪ੍ਰੀਤ ਸਿੰਘ ਮਖੂ ਜੀ ਕਿੱਥੇ ਹੋ? ਮੈਂ ਕਿਹਾ ਜੀ ਮੈਂ ਇਸ ਵੇਲੇ ਹਾਂ ਬੰਗੇ ਲਾਗੇ ਜੀ। ਮੈਨੂੰ ਕਹਿੰਦੇ ਜੀ ਗੱਡੀ ਰੋਕੋ ਤਾਂ ਬੜੇ ਧਿਆਨ ਦੇ ਨਾਲ ਗੱਲ ਸੁਣਿਆ ਜੇ। ਮੈਂ ਕਿਹਾ ਜੀ ਦੱਸੋ। ਕਹਿੰਦੇ ਵੀ ਅਸੀਂ ਲਛਮਣ ਸਿੰਘ ਧਾਰੋਵਾਲੀ ਪਿੰਡ ਦੇ ਇਹ ਰਹਿਣ ਵਾਲੇ ਨੇ। ਇਹਨਾਂ ਦੇ ਪਿਤਾ ਜੀ ਸੰਤੋਖ ਸਿੰਘ ਰੰਧਾਵਾ, ਧਾਰੋਵਾਲੀ ਪਿੰਡ ਇਹਨਾਂ ਦਾ ਪਿਛੋਕੜ ਪੈ ਜਾਂਦਾ ਆ, ਤੇ ਧਾਰੋਵਾਲੀ ਪਿੰਡ ਜਿਹੜਾ ਆ ਉਹ ਆਪਾਂ ਨੂੰ ਵੀ ਪਤਾ ਵੀ ਲਛਮਣ ਸਿੰਘ ਧਾਰੋਵਾਲੀ ਦੇ ਨਾਲ ਉਹ ਜੁੜਦਾ ਆ। ਬਿਲਕੁਲ। ਮੈਨੂੰ ਕਹਿੰਦੇ ਵੀ ਉੱਥੇ ਅਸੀਂ ਲਛਮਣ ਸਿੰਘ ਧਾਰੋਵਾਲੀ ਜੀ ਹੋਰਾਂ ਦੀ ਔਰ ਜਿਹੜੇ ਸਮੂਹ ਸ਼ਹੀਦ ਹੋਏ ਨੇ ਸਾਕੇ ਨਨਕਾਣੇ ਦੇ, ਇਹਨਾਂ ਦਾ ਆਪਾਂ 100 ਸਾਲਾ ਮਨਾਉਣ ਜਾ ਰਹੇ ਆ, ਤੇ ਸਾਡੀ ਦਿਲੀ ਤਮੰਨਾ ਆ ਵੀ ਤੁਸੀਂ ਉੱਥੇ ਹਾਜ਼ਰੀ ਭਰੋ। ਮੈਂ ਕਿਹਾ ਜੀ ਮੇਰਾ ਪ੍ਰੋਗਰਾਮ ਹੈ ਜਰਗ ਦੇ ਵਿੱਚ, ਮੈਥੋਂ ਨਹੀਂ ਆਇਆ ਜਾਣਾ। ਮੈਨੂੰ ਕਹਿੰਦੇ ਸਾਡੇ ਪਿੰਡ ਦੀ ਸੰਗਤ ਦੀ ਬੇਨਤੀ ਹੈ ਔਰ ਆਸ ਕਰਦੇ ਆ ਵੀ ਤੁਸੀਂ ਸਾਡੀ ਬੇਨਤੀ ਸਵੀਕਾਰ ਕਰੋਗੇ। ਮੈਂ ਕਿਹਾ ਜੀ ਫਿਰ ਮੈਨੂੰ 1 ਮਿੰਟ ਦਾ ਟਾਈਮ ਦਿਓ। ਮੈਂ ਆਪਣੇ ਬ੍ਰਦਰ ਹਰਪਾਲ ਸਿੰਘ ਮਖੂ ਨੂੰ ਕਿਹਾ ਤੂੰ ਜਰਗ ਚਲਾ ਜਾਵੇਂਗਾ? ਉਹ ਕਹਿੰਦਾ ਮੈਂ ਚਲਾ ਜਾਵਾਂਗਾ। ਮੈਂ ਕਿਹਾ ਜਰਗ ਦਾ ਪ੍ਰੋਗਰਾਮ ਤੁਸੀਂ ਉੱਥੇ ਕਰ ਦਿਓ, ਮੈਂ ਸੰਗਤ ਨੂੰ ਬੇਨਤੀ ਕਰ ਦੇਣਾ, ਮੈਨੂੰ ਵਾਰ-ਵਾਰ ਵੀਰ ਬੇਨਤੀ ਕਰਦੇ ਨੇ ਤੇ ਮੈਂ ਧਾਰੋਵਾਲੀ ਦਾ ਪ੍ਰੋਗਰਾਮ ਅਟੈਂਡ ਕਰ ਲਵਾਂ। ਮੈਂ ਧਾਰੋਵਾਲੀ ਪਿੰਡ ਦਾ ਪ੍ਰੋਗਰਾਮ ਅਟੈਂਡ ਕੀਤਾ। ਪ੍ਰੋਗਰਾਮ ਅਟੈਂਡ ਕਰਨ ਤੋਂ ਬਾਅਦ ਜਦੋਂ ਮੇਰੇ ਗਲ ਦੇ ਵਿੱਚ ਸਿਰੋਪੋ ਪਾਇਆ ਤੇ ਮੇਰੇ ਨਾਲ ਬੈਠ ਗਏ ਸੁਖਜਿੰਦਰ ਸਿੰਘ ਰੰਧਾਵਾ। ਹੁਣ ਉੱਥੇ ਜਥੇਬੰਦੀਆਂ ਬੜੀਆਂ ਗਈਆਂ ਹੋਈਆਂ ਸਨ, ਬੜੇ ਦੇਖੋ ਧਾਰਮਿਕ ਪ੍ਰੋਗਰਾਮ ਦੇ ਵਿੱਚ ਤੇ ਕਿਤੇ ਵੀ ਹੁਣ ਮੰਨ ਲਓ ਮਰਗ ਭੋਗ ਤੇ ਮੈਨੂੰ ਆ ਜਾਂਦਾ ਹੈ ਵੀ ਹਰਪ੍ਰੀਤ ਸਿੰਘ ਮਖੂ ਜੀ ਤੁਸੀਂ ਆ ਮਰਗ ਭੋਗ ਤੇ ਕਥਾ ਕਰਨੀ, ਮੈਂ ਪਹਿਲਾਂ ਪੁੱਛਿਆ ਕਰਾਂ ਵੀ ਤੂੰ ਕਾਂਗਰਸੀ ਹੈ? ਜੇ ਤੂੰ ਕਾਂਗਰਸੀ ਹੈ ਤੇ ਮੈਂ ਨਹੀਂ ਆਉਂਦਾ। ਗੁਰਦੁਆਰੇ ਦੇ ਵਿੱਚ ਜਦੋਂ ਆਨੰਦ ਕਾਰਜ ਹੁੰਦੇ ਨੇ ਆਪਾਂ ਪੁੱਛਦੇ ਵੀ ਤੂੰ ਕਾਂਗਰਸੀ ਹੈ, ਤੇਰੇ ਆਨੰਦ ਕਾਰਜ ਨਹੀਂ ਹੋਣ ਦੇਣੇ? ਆਪਾਂ ਨਹੀਂ ਪੁੱਛਦੇ ਨਾ, ਗੁਰੂ ਘਰ ਤੇ ਸਾਰਿਆਂ ਲਈ ਹੈ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਮੈਂ ਹਾਜ਼ਰ ਹੋਵਾਂਗਾ। ਮੈਂ ਆਪਦੀ ਗੁਰੂ ਦੀ ਗੱਲ ਕਰਨੀ ਯਾਰ, ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਗੱਲ ਕਰਨੀ ਹੈ। ਪ੍ਰੋਗਰਾਮ ਕਰਵਾਉਣ ਵਾਲਾ ਕੋਈ ਵੀ ਹੋ ਸਕਦਾ ਆ। ਉਸ ਤੋਂ ਬਾਅਦ ਅਸੀਂ ਉੱਥੇ ਬੈਠੇ ਆ, ਮੈਂ 1 ਘੰਟਾ ਮੇਰੇ ਖਿਆਲ ਵਿਚਾਰਾਂ ਦਿੱਤੀਆਂ ਨੇ। ਵਿਚਾਰਾਂ ਤੋਂ ਬਾਅਦ ਮੈਨੂੰ ਕਹਿੰਦੇ ਵੀ ਮੈਂ ਨਾ ਮਖੂ ਆਉਣਾ ਆ ਜਾਂ ਇੱਧਰ ਦੀ ਲੰਘਿਆ, ਆਪਾਂ ਚਾਹ ਪਾਣੀ ਇਕੱਠੇ। ਸੁਖਜਿੰਦਰ ਸਿੰਘ ਰੰਧਾਵਾ ਮੈਨੂੰ ਇਹ ਗੱਲ ਕਹਿੰਦੇ, ਸੁਖੀ ਰੰਧਾਵਾ ਜਿਹਨਾਂ ਨੂੰ ਕਿਹਾ ਜਾਂਦਾ ਜੇਲ੍ਹ ਮੰਤਰੀ, ਕਹਿੰਦੇ ਮਖੂ ਸਾਹਿਬ ਚਾਹ ਤੁਹਾਡੇ ਨਾਲ ਪੀਵਾਂਗੇ। ਮੈਂ ਕਿਹਾ ਜੀ ਠੀਕ ਹੈ ਜੀ। ਇੱਕ ਦਿਨ ਮੈਨੂੰ ਫੋਨ ਆ ਜਾਂਦਾ ਵੀ ਮਖੂ ਜੀ ਕਿੱਥੇ ਹੋ? ਮੈਂ ਕਿਹਾ ਜੀ ਮੈਂ ਹੈਗਾ ਇਸ ਵੇਲੇ ਅੰਮ੍ਰਿਤਸਰ ਜੀ। ਮਖੂ ਕਿੰਨੇ ਕੁ ਵਜੇ ਤੱਕ ਪਹੁੰਚ ਸਕਦੇ ਹੋ? ਮੈਂ ਕਿਹਾ ਜੀ ਮੈਂ ਕਰੀਬ 1.5-2 ਘੰਟੇ ਲੱਗ ਜਾਣੇ, ਬਸ ਇੱਥੋਂ ਨਿਕਲ ਪਿਆ ਵਾਂ। ਕਹਿੰਦੇ ਅਸੀਂ ਵੀ ਪਿੰਡੋਂ ਨਿਕਲ ਪਿਆ, ਚਾਹ ਆਪਣੇ ਵੱਲ ਪੀਣੀ ਆ। ਮੈਂ ਕਿਹਾ ਠੀਕ ਹੈ ਜੀ। ਹੁਣ ਇੱਕ ਕੈਬਨਿਟ ਮੰਤਰੀ ਕਹਿ ਲਓ ਜਾਂ ਇੰਜ ਕਹਿ ਲਓ ਵੀ ਜੇਲ੍ਹ ਮੰਤਰੀ ਜਦੋਂ ਕਿਸੇ ਹਲਕੇ ਦੇ ਵਿੱਚ ਆਏਗਾ ਤੇ ਜਿਹੜਾ ਉਸ ਹਲਕੇ ਦਾ MLA ਆ ਉਹਨਾਂ ਦੀ ਪਾਰਟੀ ਦਾ ਹੈ, ਨੈਚੁਰਲੀ ਗੱਲ ਉਹਨੂੰ ਆ ਕੇ ਮਿਲੇਗਾ। ਉਹਨਾਂ ਨੇ ਚਾਹ ਪਾਣੀ ਮੇਰੇ ਘਰ ਦੇ ਵਿੱਚ ਪੀਤਾ। ਮੇਰੇ ਘਰ ਦੇ ਵਿੱਚ ਚਾਹ ਪਾਣੀ ਪੀਣ ਤੋਂ ਬਾਅਦ ਮੈਨੂੰ ਕਹਿੰਦੇ ਜੀ ਹਾਂ ਭਵਿੱਖ ਦਾ ਕੀ ਪਲਾਨ ਹੈ? ਇਹ ਗੱਲ ਉਹਨਾਂ ਨੇ ਕਹੀ ਹੈ ਜੀ। ਮੈਂ ਕਿਹਾ ਜੀ ਮੈਂ ਸਮਝਿਆ ਨਹੀਂ ਵੀ ਭਵਿੱਖ ਦਾ ਪਲਾਨ 2022 ਨੂੰ ਲੈ ਕੇ ਕਹਿ ਰਹੇ ਹੋ, ਕੀ ਕਹਿ ਰਹੇ ਹੋ? ਕਹਿੰਦੇ ਫਿਰ ਵੀ। ਮੈਂ ਕਿਹਾ ਜੀ ਅਜੇ ਕੁਝ ਗੱਲਾਂ ਸਮੇਂ ਦੀ ਗਰਭ ਦੇ ਵਿੱਚ ਨੇ, ਸਮੇਂ ਦੀ ਗਰਭ ਤੋਂ ਬਾਅਦ ਆਪਾਂ ਗੱਲਬਾਤ ਕਰਾਂਗੇ। ਉਦੋਂ ਅਸੀਂ ਹੋਰ ਮੁੱਦਿਆਂ ਤੇ ਗੱਲਬਾਤ ਕੀਤੀ ਹੈ, ਸਮਾਜਿਕ ਮੁੱਦਿਆਂ ਦੇ ਉੱਪਰ ਗੱਲਬਾਤ ਕੀਤੀ ਹੈ, ਐਜੂਕੇਸ਼ਨ ਦੇ ਮੁੱਦੇ ਦੇ ਉੱਪਰ ਗੱਲਬਾਤ ਕੀਤੀ ਹੈ। ਇੱਕ ਚੀਜ਼ ਮੰਨ ਕੇ ਚੱਲੇ ਜੇ ਸੰਸਾਰ ਦੇ ਵਿੱਚ ਦਰਸ਼ਕ ਬੜੇ ਸਿਆਣੇ ਨੇ, ਸੁਣਦੇ ਪਏ ਨੇ ਪੂਰੀ ਗੱਲ ਨੂੰ ਜੀ। ਪਹਿਲੀ ਗੱਲ ਤਾਂ ਇਹ ਹੈ ਵੀ ਜਦੋਂ ਇਲੈਕਸ਼ਨ ਲੜਨਾ ਹੁੰਦਾ ਆਪਾਂ ਕਹਿ ਦਿੰਦੇ ਆ ਫਲਾਣੀ ਪਾਰਟੀ। ਜਦੋਂ ਸਰਕਾਰ ਬਣ ਜਾਂਦੀ ਹੈ ਨਾ, ਉਹ ਸਰਕਾਰ ਹੁੰਦੀ ਉਹ ਕਿਸੇ ਪਾਰਟੀ ਦੀ ਨਹੀਂ ਹੁੰਦੀ, ਉਹ ਸਾਰਿਆਂ ਦੀ ਹੁੰਦੀ ਹੈ। ਉਹਨੇ ਵਿਰੋਧੀ ਦੇ ਵੀ ਕੰਮ ਕਰਨੇ ਆ, ਉਹਨੇ ਪੱਖਪਾਤੀਆਂ ਦੇ ਵੀ ਕੰਮ ਕਰਨੇ ਆ, ਪਰ ਸਰਕਾਰ ਜਿਹੜੀ ਬਣਦੀ ਹੈ ਨਾ, ਸਰਕਾਰ ਲੋਕਾਂ ਦੀ ਹੁੰਦੀ ਉਦੋਂ, ਉਹ ਕਿਸੇ ਦਾ ਵੀ ਕੰਮ ਕਰੇਗੀ। ਤੇ ਆਪਣੀ ਸਭ ਤੋਂ ਵੱਡੀ ਪ੍ਰੋਬਲਮ ਮੇਰੀ ਸੀ, ਪਤਾ ਕੀ ਕਹਿੰਦੇ ਆ, ਇਹ ਬਾਦਲਾਂ ਦੀ ਸਰਕਾਰ ਹੈ, ਇਹ ਕਾਂਗਰਸ ਦੀ ਸਰਕਾਰ ਹੈ, ਅਸੀਂ ਨਹੀਂ ਕੰਮ ਲੈਣਾ। ਕਿਉਂ ਨਹੀਂ ਯਾਰ ਕੰਮ ਲੈਣਾ? ਮੈਂ ਤੇ ਬਾਦਲਾਂ ਵੇਲੇ ਵੀ ਕੰਮ ਲਾਵਾਂਗਾ, ਮੈਂ ਕਾਂਗਰਸ ਵੇਲੇ ਵੀ ਕੰਮ ਲਾਵਾਂਗਾ। ਸਰਕਾਰ ਲੋਕਾਂ ਦੀਆਂ ਵੋਟਾਂ ਦੇ ਨਾਲ ਬਣੀ ਹੈ ਤੇ ਸਰਕਾਰ ਨੇ ਸਾਰਿਆਂ ਦੇ ਕੰਮ ਕਰਨੇ ਹੁੰਦੇ ਨੇ। ਅਸੀਂ ਆਹ ਜਿਹੜਾ ਪੱਖਪਾਤ ਕਰ ਜਾਂਦੇ ਆ, ਦੇਖੋ ਪਹਿਲਾਂ ਉਸ ਤੋਂ ਕੀ ਹੋ ਜਾਂਦਾ ਆ, ਉਸ ਤੋਂ ਪਹਿਲਾਂ ਹੁੰਦਾ ਵੀ ਇਹ ਬਾਦਲ ਪਾਰਟੀ ਹੈ, ਇਹ ਕਾਂਗਰਸ ਪਾਰਟੀ ਹੈ। ਜਿੱਤਣ ਤੋਂ ਬਾਅਦ ਉਹ ਸਰਕਾਰ ਹੁੰਦੀ ਹੈ। ਇਹ ਚੀਜ਼ ਸਾਨੂੰ ਸਮਝ ਲੈਣੀ ਚਾਹੀਦੀ ਹੈ। ਉਹਨੇ ਸਾਰਿਆਂ ਦੇ ਕੰਮ ਕਰਨੇ ਨੇ। ਇਹ ਮੇਰੇ ਘਰ ਦੇ ਵਿੱਚ ਆਏ ਆ, ਚਾਹ ਪਾਣੀ ਪੀਤਾ ਆ, ਐਜੂਕੇਸ਼ਨ ਨੂੰ ਲੈ ਕੇ ਗੱਲਬਾਤ ਹੋਈ ਹੈ, ਪੰਜਾਬ ਦੇ ਜਿਹੜੇ ਬੱਚੇ ਬਾਹਰ ਜਾ ਰਹੇ ਇਸ ਮੁੱਦੇ ਨੂੰ ਲੈ ਕੇ ਗੱਲਬਾਤ ਹੋਈ ਹੈ, ਜੇਲ੍ਹਾਂ ਦੇ ਵਿੱਚੋਂ ਜਿਹੜੇ ਫੋਨ ਫੜੇ ਜਾਂਦੇ ਇਸ ਮੁੱਦੇ ਦੇ ਉੱਪਰ ਗੱਲਬਾਤ ਹੋਈ ਹੈ। ਜੇਲ੍ਹਾਂ ਦੇ ਵਿੱਚ ਜਿਹੜਾ ਜੇਲ੍ਹ ਮੰਤਰੀ ਨਾਲ ਤੇ ਜੇਲ੍ਹ ਦੀਆਂ ਗੱਲਾਂ ਕਰਾਂਗਾ ਨਾ, ਜੇਲ੍ਹ ਮੰਤਰੀ ਦੇ ਨਾਲ ਜੇਲ੍ਹ ਦੀਆਂ ਗੱਲਾਂ ਕਰੋਗੇ ਤੁਸੀਂ, ਤੁਹਾਡਾ ਕੋਈ ਸਰਕਾਰ ਦੇ ਵਿੱਚ ਕੋਈ ਰੋਲ ਨਹੀਂ ਆ, ਤੁਸੀਂ ਇੱਕ ਪ੍ਰਚਾਰਕ ਹੈਗੇ ਹੋ, ਤੁਹਾਡੇ ਕੋਲ ਕੋਈ ਅਹੁਦਾ ਨਹੀਂ ਸਰਕਾਰੀ। ਭਾਜੀ ਸਭ ਤੋਂ ਵੱਡੀ ਪ੍ਰੋਬਲਮ ਇਹ ਆ ਅਸੀਂ ਪ੍ਰਚਾਰਕ ਨਾਲ ਹੀ ਕਿਉਂ ਉਹ ਡਿਸਕਸ਼ਨ, ਇੱਕ ਜੇਲ੍ਹ ਮੰਤਰੀ ਕੁਝ ਕੌਨਫੀਡੈਂਸ਼ੀਅਲ ਮੁੱਦੇ ਹੁੰਦੇ ਨੇ ਜੋ ਆਮ ਪਬਲਿਕ ਦੇ ਵਿੱਚ, ਮੈਂ ਤੁਹਾਨੂੰ ਇੱਕ ਆਮ ਪਬਲਿਕ ਦੇ ਤੌਰ ਤੇ ਲਵਾਂਗਾ, ਆਮ ਪਬਲਿਕ ਦੇ ਨਾਲ ਇੱਕ ਜ਼ਿੰਮੇਵਾਰ ਅਹੁਦੇ ਤੇ ਬੈਠਾ ਹੋਇਆ ਇਨਸਾਨ ਨਹੀਂ ਡਿਸਕਸ ਕਰ ਸਕਦਾ। ਤੇ ਮੈਨੂੰ ਤੁਸੀਂ ਕੀ ਸਮਝਦੇ ਹੋ? ਹਰਪ੍ਰੀਤ ਸਿੰਘ ਮਖੂ ਮੈਨੂੰ ਕੀ ਸਮਝਦੇ ਹੋ? ਚਲੋ ਮੈਨੂੰ ਕੀ ਸਮਝਦੇ ਹੋ? ਇੱਕ ਆਮ ਵੋਟਰ ਵੀ ਸਰ ਸਮਝ ਸਕਦੇ ਆ, ਇੱਕ ਸਿੱਖ ਪ੍ਰਚਾਰਕ ਤਾਂ ਹੈਗੇ, ਇੱਕ ਆਮ ਵੋਟਰ ਵੀ। ਤੁਸੀਂ ਇਹ ਚੀਜ਼ ਮੈਨੂੰ ਗੱਲ ਦੱਸੋ ਵੀ ਜੇ ਇੱਕ ਸਿੱਖ ਪ੍ਰਚਾਰਕ ਕਿਸੇ ਪੋਲੀਟੀਕਲ ਬੰਦੇ ਦੇ ਨਾਲ ਮਾੜਾ ਜਿਹਾ ਹੱਥ ਮਿਲਾ ਲੈਂਦਾ ਆ ਜਾਂ ਕਿਸੇ ਪੋਲੀਟੀਕਲ ਬੰਦੇ ਨਾਲ ਕਿਤੇ ਫੋਟੋ ਆ ਜਾਂਦੀ ਹੈ, ਆਪਾਂ ਇੱਕਦਮ ਉਹਨੂੰ ਖੇਮੇ ਵਿੱਚ ਪਾ ਕੇ ਕਿਉਂ ਵੇਖਣ ਲੱਗ ਪੈਂਦੇ ਆ? ਹਨਾ, ਆਪਾਂ ਕਿਉਂ ਆਖਣ ਲੱਗ ਪੈਂਦੇ ਵੀ ਇਹ ਹੁਣ ਕਾਂਗਰਸ ਨਾਲ ਰਲ ਗਿਆ, ਇਹ ਅਕਾਲੀਆਂ ਨਾਲ ਰਲ ਪਿਆ, ਇਹ ਬਸਪਾ ਨਾਲ ਰਲ ਗਿਆ। ਆਪਾਂ ਕਿਤੇ ਇਕੱਠੇ ਹੋਣ ਦਾ ਇਹ ਵੀ ਰਹਿ ਸਕਦੇ ਆ ਵੀ ਹੁਣ ਜੇਲ੍ਹ ਮੰਤਰੀ ਹੈ, ਜੇਲ੍ਹ ਮੰਤਰੀ ਨੂੰ ਆਹੀ ਗੱਲ ਕਹੂੰਗਾ ਨਾ ਵੀ ਭਾਜੀ ਬੜੀ ਖਬਰਾਂ ਆ ਰਹੀਆਂ ਨੇ, ਜੇਲ੍ਹ ਦੇ ਵਿੱਚੋਂ ਮੋਬਾਈਲ, ਜੇਲ੍ਹਾਂ ਦੇ ਵਿੱਚੋਂ ਬਾਹਰ ਕਾਰਵਾਈਆਂ ਪਾਈਆਂ ਜਾ ਰਹੀਆਂ ਨੇ, ਜੇਲ੍ਹਾਂ ਦੇ ਵਿੱਚ ਨਸ਼ਾ, ਇਹਦਾ ਨਾਮ ਸੁਧਾਰ ਘਰ ਹੈ, ਇਹਦਾ ਸੁਧਾਰ ਕੀ ਹੈ? ਹੁਣ ਇੰਨੀ ਗੱਲ ਤਾਂ ਮੈਂ ਕਰ ਸਕਦਾ ਮਾਂ ਨਾ, ਹੁਣ ਸਾਡੀ ਇੰਨੀ ਗੱਲ ਕਰ, ਜੇਲ੍ਹ ਮੰਤਰੀ ਨਾਲ ਜੇਲ੍ਹ ਦੀ ਗੱਲਬਾਤ ਕਰਾਂਗਾ ਨਾ, ਹੁਣ ਸਵਾਸਥ ਮੰਤਰੀ ਨਾਲ ਥੋੜ੍ਹਾ ਜਾ ਕੇ ਜੇਲ੍ਹ ਦੀਆਂ ਗੱਲਾਂ ਕਰਨ ਲੱਗ ਪਾਂਗਾ। ਹੁਣ ਉਹਦੇ ਨਾਲ ਜੇ ਆਪਾਂ ਗੱਲਾਂ ਕਰਦੇ ਹਾਂ ਤੇ ਆਪਾਂ ਪਤਾ ਕੀ ਕਹਿ ਦਿੰਦੇ ਆ, ਮਖੂ ਦੇ ਘਰ 'ਚ ਕਿਉਂ ਆਏ? ਕਿਉਂਕਿ ਮਖੂ ਦੁਨੀਆ 'ਚ ਵਿਚਰਦਾ ਹੈ, ਮਖੂ ਸਵਾਲ ਕਰਨ ਦਾ ਹੱਕ ਰੱਖਦਾ ਆ,
ਮਖੂ ਕਿਸੇ ਨੂੰ ਵੀ ਫੜ ਲੈਂਦਾ ਬਾਹ ਤੋਂ ਵੀ, ਲੈ ਵੀ ਮੇਰੇ ਸਵਾਲ ਦਾ ਜਵਾਬ ਦੇ, ਇੰਜ ਦੀ ਗੱਲ ਬਣਨੀ। ਠੀਕ ਹੈ ਜੀ। ਹੁਣ ਬਾਕੀਆਂ ਦੇ ਵੀ ਜ਼ਰੂਰਤ ਚਾਹੀਦੀ ਵੀ ਕਿੰਨੀ ਗੱਲ ਕਰਦੇ ਆ। ਹੁਣ ਤੁਸੀਂ ਮਖੂ ਦੀ ਅੱਜ ਬਾਹ ਫੜ ਲਈ ਹੈ, ਮੈਂ ਮੰਤਰੀ ਦੀ ਬਾਹ ਫੜੀ ਹੈ, ਤੁਸੀਂ ਮਖੂ ਦੀ ਬਾਹ ਫੜ ਲਈ ਔਰ ਨਾਲ ਦੀ ਨਾਲ ਕਹਿਤਾ। ਹੁਣ ਚਲੋ ਤੁਸੀਂ ਮੈਨੂੰ ਪਾਤਾ ਖੇਮੇ ਦੇ ਵਿੱਚ, ਕਿੱਥੇ ਪਾਤਾ ਜੀ ਕਾਂਗਰਸ ਦੇ ਖੇਮੇ ਦੇ ਵਿੱਚ। ਉਹ ਤਾਂ ਸੰਗਤ ਦੇ ਸਵਾਲ ਨੇ ਸਰ, ਅਸੀਂ ਕੌਣ ਹੁੰਨੇ ਮੈਨੂੰ ਸੱਤਾ ਮੇਰੀ ਸੰਗਤ ਦੇ ਸਵਾਲ ਹੈਗੇ ਨੇ, ਅਸੀਂ ਉਹ ਲੈ ਕੇ ਆ ਰਹੇ। ਮੇਰੀ 7 ਦਿਨਾਂ ਬਾਅਦ ਪਾਰਟੀ ਕਿਉਂ ਬਦਲੀ ਜਾਂਦੀ ਹੈ? ਚਲੋ ਇਹ ਵੀ ਦੱਸੋ ਹੈ। ਜੇ ਤੇ ਕਿਤੇ ਸੁਖੀ ਰੰਧਾਵਾ ਮੇਰੇ ਘਰ ਆ ਗਿਆ ਤੇ ਮਖੂ ਕਾਂਗਰਸੀ, ਜੇ ਕਿਤੇ ਲੁਧਿਆਣਾ ਪ੍ਰਧਾਨ ਗੋਸ਼ਾ ਮੈਨੂੰ ਮਿਲ ਪਿਆ ਤੇ ਮਖੂ ਅਕਾਲੀ, ਜੇ ਬਸਪਾ ਪ੍ਰਧਾਨ ਜਸਵੀਰ ਸਿੰਘ ਗੜੀ ਨਾਲ ਕਿਤੇ ਮੇਰੀ ਫੋਟੋ ਆ ਗਈ ਤੇ ਮਖੂ ਨੇ ਆ ਪਾਰਟੀ ਜੁਆਇਨ ਕਰ ਲਈ। ਮੈਂ ਇਹ ਪੁੱਛਣਾ ਚਾਹੁੰਦਾ ਵੀ 7 ਦਿਨਾਂ ਮਗਰੋਂ ਮੇਰੀ ਪਾਰਟੀ ਕਿਉਂ ਚੇਂਜ ਕੀਤੀ ਜਾਂਦੀ ਹੈ? ਮੈਨੂੰ ਇੱਕ ਖੇਮੇ ਦੇ ਵਿੱਚ ਕਿਉਂ ਨਹੀਂ ਰੱਖਦੇ? ਮੈਂ ਦੱਸ ਰਿਹਾ ਸਰ ਤੁਹਾਨੂੰ, ਮੈਂ ਇਹਦਾ ਜਵਾਬ ਮੈਂ ਦਊਂਗਾ। ਕਹਿੰਦੇ ਕਿ 2022 ਦੀ ਇਲੈਕਸ਼ਨ ਬਹੁਤ ਨੇੜੇ ਹੈਗੀ ਆ, ਕੁਝ ਮਹੀਨੇ ਦਾ ਸਮਾਂ, ਗਿਣਵੇਂ ਚੁਣਵੇਂ ਮਹੀਨੇ ਜਿਹੜੇ ਨੇ 2-4 ਮਹੀਨਿਆਂ ਦਾ ਸਮਾਂ ਬਾਕੀ ਆ। ਕਹਿੰਦੇ ਕਿ ਮਖੂ ਸਾਹਿਬ ਤਾਂ ਅਲੱਗ-ਅਲੱਗ ਲੀਡਰਾਂ ਨਾਲ ਮਿਲਦੇ ਨੇ, ਕਹਿੰਦੇ ਜਿੱਥੇ ਉਹਨਾਂ ਨੂੰ ਵਧੀਆ ਡੀਲ ਮਿਲੂਗੀ ਮਖੂ ਸਾਹਿਬ ਉਧਰ ਛਾਲ ਮਾਰਨਗੇ, ਚਾਹੇ ਉਹ ਅਕਾਲੀ ਦਲ ਹੋਵੇ, ਚਾਹੇ ਬਸਪਾ ਹੋਵੇ, ਚਾਹੇ ਕਾਂਗਰਸ ਹੋਵੇ, ਚਾਹੇ ਕੋਈ ਹੋਰ ਪਾਰਟੀ ਹੋਵੇ। ਨਹੀਂ, ਵਧੀਆ ਡੀਲ ਦਾ ਕੀ ਮਤਲਬ ਕੀ ਹੈ? ਡੀਲ ਦਾ ਮਤਲਬ ਕੀ ਹੈ? ਜਿੱਥੇ ਤੋਂ ਵਧੀਆ ਫਾਇਦਾ ਮਿਲੂਗਾ ਮਖੂ ਸਾਹਿਬ। ਲੋਕ ਤੇ ਪੈਸਾ ਦੇ ਕੇ ਟਿਕਟ ਲੈਂਦੇ ਨੇ, ਇਹ ਆਪਾਂ ਨੂੰ ਸਾਰਿਆਂ ਨੂੰ ਪਤਾ। ਔਰ ਮੈਂ ਮੀਡੀਆ ਦੇ ਵਿੱਚ ਗੱਲ ਕਹਿਣਾ ਵਾ, ਜਿੰਨੀਆਂ ਵੀ ਪਾਰਟੀਆਂ ਨੇ ਪਾਰਟੀ ਫੰਡ ਲੈਂਦੀਆਂ ਨੇ, ਤੇ ਜਿੰਨਾ ਉਹ ਪਾਰਟੀ ਫੰਡ ਲੈਂਦੀਆਂ ਨੇ ਇਹਨਾਂ ਮਖੂ ਕੋਲੇ ਹੈ ਹੀ ਨਹੀਂ ਆ। ਪੱਕੀ ਗੱਲ ਮੈਂ ਕਹਿ ਰਿਹਾ, ਇਹਨਾਂ ਮਖੂ ਕੋਲੇ ਹੈ ਨਹੀਂਗਾ। ਠੀਕ ਹੈ ਜੀ। ਤੇ ਨਾਲੇ ਜੇ ਮਖੂ ਇਲੈਕਸ਼ਨ ਲੜੇਗਾ ਤੇ ਮਖੂ ਆਜ਼ਾਦ ਕਿਉਂ ਨਹੀਂ ਲੜੇਗਾ? ਮਖੂ ਕਿਸੇ ਪਾਰਟੀ ਦਾ ਠੱਪਾ ਲਵਾ ਕੇ ਕਿਉਂ ਲੜੇਗਾ? ਨਾਲੇ ਜਿੱਦਣ ਮੈਂ ਕਿਸੇ ਪਾਰਟੀ ਦਾ ਹੋ ਗਿਆ, ਸਭ ਤੋਂ ਵੱਡਾ ਨੁਕਸਾਨ ਹਰਪ੍ਰੀਤ ਸਿੰਘ ਮਖੂ ਨੂੰ ਹੋਣਾ ਹੈ। ਹੁਣ ਮੈਂ ਜਿੱਥੇ ਅਕਾਲੀ ਗਲਤ ਹੁੰਦੇ ਮੈਂ ਉਹਨਾਂ ਨੂੰ ਘੇਰ ਦੇਣਾ ਵਾ, ਜਿੱਥੇ ਕਾਂਗਰਸੀ ਗਲਤ ਹੁੰਦਾ ਮੈਂ ਉਹਨਾਂ ਨੂੰ ਘੇਰ ਦੇਣਾ ਵਾ, ਜਿੱਥੇ ਆਮ ਆਦਮੀ ਪਾਰਟੀ ਵਾਲੇ ਗਲਤ ਹੁੰਦੇ ਉਹਨਾਂ ਨੂੰ ਘੇਰ ਦੇਣਾ, ਜਿੱਥੇ ਮਾਨ ਪਾਰਟੀ ਕੋ ਗੁਸਤਾਖੀ ਕਰਦੀ ਉੱਥੇ ਉਹਨਾਂ ਤੋਂ ਸਵਾਲ ਕਰ ਦੇਣਾ ਵਾ, ਜਿੱਥੇ ਬਸਪਾ ਕਰਦੀ ਉਹਨਾਂ ਤੋਂ ਸਵਾਲ ਕਰ ਦੇਣਾ ਵਾ। ਤੇ ਜਿੱਦਣ ਮੈਂ ਇੱਕ ਪਾਰਟੀ ਦਾ ਹੋ ਗਿਆ, ਉਹਨਾਂ ਕਹਿਣਾ ਨਹੀਂ ਇਹ ਫਲਾਣਿਆਂ ਦਾ ਬੰਦਾ ਤਾਂ ਲੋਕਾਂ ਦੇ ਗੱਲ ਪੈਂਦਾ ਆ, ਫਲਾਣੇ ਦਾ ਪਟਾ ਪਾਇਆ, ਤੇ ਉਦੋਂ ਆ ਗੱਲਾਂ ਹੋ ਜਾਣੀਆਂ। ਸਭ ਤੋਂ ਵੱਡਾ ਨੁਕਸਾਨ ਕਿਹਦਾ ਹੋਣਾ? ਹਰਪ੍ਰੀਤ ਸਿੰਘ ਮਖੂ ਦਾ ਹੋਣਾ। ਤੇ ਹਰਪ੍ਰੀਤ ਸਿੰਘ ਮਖੂ ਫਿਰ ਇਕੱਲਾ ਕਿਉਂ ਨਹੀਂ? ਵਨ ਮੈਨ ਆਰਮੀ ਬਹੁਤ ਹੈ ਜੀ, ਆਨੰਦਮਈ ਜ਼ਿੰਦਗੀ ਜੀ ਰਹੇ ਆ। ਇੱਕ ਸਵਾਲ, ਇੱਕ ਸਿੱਖ ਦੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਬਹੁਤ ਵੱਡਾ ਸਤਿਕਾਰ, ਜਦੋਂ ਕੋਈ ਉਹਨਾਂ ਦਾ ਨੁਕਸਾਨ ਹੋ ਜਾਂਦਾ ਹਰ ਸਿੱਖ ਦਾ ਦਿਲ ਰੋਂਦਾ। ਤੁਹਾਡੇ ਲਈ ਅਗਲਾ ਸਵਾਲ ਸ਼ੁਰੂ ਕਰਨ ਤੋਂ ਪਹਿਲਾਂ ਮੈਂ ਇੱਕ ਸਵਾਲ ਤੁਹਾਨੂੰ ਕਰੂੰਗਾ, ਤੁਹਾਡੇ ਲਈ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕੀ ਨੇ? ਮੇਰੇ ਲਈ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਮੇਰੇ ਇਸ਼ਟ ਨੇ, ਮੇਰਾ ਸਭ ਕੁਝ ਨੇ, ਇਹਨਾਂ ਤੋਂ ਉੱਤੇ ਕੁਝ ਵੀ ਨਹੀਂ ਹੈ। ਕੁਝ ਵੀ ਨਹੀਂ। ਠੀਕ ਹੈ ਜੀ। ਪਰ ਅਕਾਲੀ ਦਲ ਦੀ ਸਰਕਾਰ ਦੇ ਉੱਪਰ ਇਲਜ਼ਾਮ ਲੱਗਦੇ ਨੇ 2015 ਦੇ ਵਿੱਚ ਕਿ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਬੇਅਦਬੀ ਜਿਹੜੀ ਆ ਅਕਾਲੀ ਦਲ ਨੇ ਕਰਵਾਈ। 2 ਸਿੰਘ ਸਾਡੇ ਸ਼ਹੀਦ ਹੋ ਜਾਂਦੇ ਨੇ ਬਾਈਬਲ ਕਲਾਂ ਗੋਲੀ ਕਾਂਡ ਦੇ ਵਿੱਚ। ਮਖੂ ਸਾਹਿਬ ਉਹਨਾਂ ਦਾ ਗੱਠਜੋੜ ਜਦੋਂ ਬਸਪਾ ਦੇ ਨਾਲ ਹੁੰਦਾ ਹੈ, ਕਿਤੇ ਨਾ ਕਿਤੇ ਖੁੱਲ੍ਹ ਕੇ ਹਮਾਇਤ ਦੇ ਵਿੱਚ ਬੋਲਦੇ ਨਜ਼ਰ ਆਉਂਦੇ ਨੇ। ਜਸਵੀਰ ਸਿੰਘ ਗੜੀ ਬਸਪਾ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਕਦੇ ਦਰਬਾਰ ਸਾਹਿਬ ਨਤਮਸਤਕ ਹੋਣ ਦੇ ਲਈ ਚਲੇ ਜਾਂਦੇ ਨੇ। ਬਿਲਕੁਲ ਜੀ। ਕਦੇ ਉਹਨਾਂ ਦੇ ਨਾਲ ਮੀਟਿੰਗਾਂ, ਮਤਲਬ ਫੋਟੋਜ਼ ਆਉਂਦੀਆਂ ਨੇ ਸਾਹਮਣੇ, ਮੈਂ ਮੀਟਿੰਗ ਨਹੀਂ ਕਹੂੰਗਾ, ਫੋਟੋ ਸਾਹਮਣੇ ਆਉਂਦੀਆਂ ਨੇ। ਗੁਰੂ ਗ੍ਰੰਥ ਸਾਹਿਬ ਦੇ ਕਾਤਲਾਂ ਦੇ ਨਾਲ ਮਖੂ ਸਾਹਿਬ ਦੀ ਕੀ ਨੇੜਤਾ ਹੋਗੀ? ਪਹਿਲੀ ਗੱਲ ਤਾਂ ਇਹ ਵੀ ਗੁਰੂ ਗ੍ਰੰਥ ਸਾਹਿਬ ਦਾ ਜੋ ਵੀ ਬੇਅਦਬੀਆਂ ਦਾ ਦੋਸ਼ੀ ਹੈ, ਹਰਪ੍ਰੀਤ ਸਿੰਘ ਮਖੂ ਦੀ ਸਪਸ਼ਟ ਸ਼ਬਦਾਂ ਵਿੱਚ ਕਹਿਣਾ, ਨਾ ਅੱਜ ਕੋ ਸਾਂਝ ਆ, ਨਾ ਕੱਲ ਕੋ ਸਾਂਝ ਆ, ਨਾ ਭਵਿੱਖ ਦੇ ਵਿੱਚ ਸਾਂਝ ਦਾ ਕੋਈ ਪਲਾਨ ਹੋ ਸਕਦਾ ਹੈ। ਠੀਕ। ਪਰ ਇੱਕ ਚੀਜ਼ ਮੇਰੀ ਸੁਣਿਆ ਜੇ ਤੁਸੀਂ, ਮੇਰੇ ਖਿਆਲ ਦੇ ਵਿੱਚ ਉਸ ਚੀਜ਼ ਨੂੰ ਲੈ ਕੇ ਜਸਵੀਰ ਸਿੰਘ ਗੜੀ ਦੀ, ਜਸਵੀਰ ਸਿੰਘ ਗੜੀ ਨੇ ਲੁਧਿਆਣਾ ਦੇ ਵਿੱਚ ਕਿਸਾਨਾਂ ਦੇ ਹੱਕ ਦੇ ਵਿੱਚ ਇੱਕ ਆਵਾਜ਼ ਬੁਲੰਦ ਕੀਤੀ। ਹਰਪ੍ਰੀਤ ਸਿੰਘ ਮਖੂ ਨੇ ਕਿਹਾ ਵੀ ਕਿਸਾਨਾਂ ਦੇ ਹੱਕ ਦੇ ਵਿੱਚ ਆ, ਬਿਲਕੁਲ ਕੋਈ ਗੱਲ ਨਹੀਂ, ਮੈਂ ਸਾਥ ਦੇਣਾ ਵਾ। ਮੈਂ ਲੁਧਿਆਣੇ ਦੇ ਵਿੱਚ ਸੀ, ਮੈਂ ਬਿਲਕੁਲ ਨਾਲ ਆਇਆ। ਕਿਸਾਨੀ ਹੱਕਾਂ ਦੀ ਜੇ ਆਵਾਜ਼ ਸਾਡੀ ਵੱਡੀ ਹੁੰਦੀ ਹੈ ਤੇ ਮੈਂ ਕਿਹਾ ਕੋਈ ਗੱਲ ਨਹੀਂ, ਕਿਉਂਕਿ ਜਿਹੜੀਆਂ ਆਹ ਪਾਰਟੀਆਂ ਨੇ ਨਾ, ਹੁਣ ਬਾਦਲ ਹੈ, ਚਲੋ ਆਪਾਂ ਪੰਜਾਬ ਦੇ ਵਿੱਚ ਪੂਰਾ ਇੱਕ ਪ੍ਰਭਾਵ ਹੈ, ਪਰ ਉਹ ਖੇਤਰੀ ਪਾਰਟੀ ਹੈ। ਜੇ ਸ਼ੰਭੂ ਦੇ ਵਿੱਚ ਜਾਣਾ ਹੈ ਨਾ, ਸ਼ੰਭੂ ਦੇ ਵਿੱਚੋਂ ਇਲੈਕਸ਼ਨ ਲੜਨਾ ਹੈ, ਤੇ ਤੱਕੜੀ ਨਹੀਂ ਮਿਲਣੀ ਆਪਾਂ ਨੂੰ। ਤੱਕੜੀ ਲੋਗੋ ਸਿਰਫ ਪੰਜਾਬ ਤੱਕ ਹੈ, ਇਸ ਤੋਂ ਬਾਹਰ ਜਾ ਕੇ ਆਪਾਂ ਨੂੰ ਕੋਈ ਹੋਰ ਹੀ ਮਿਲੇਗਾ। ਬਾਲਟੀ ਮਿਲ ਗਈ, ਕੈਮਰਾ ਮਿਲ ਗਿਆ, ਸਟੈਂਡ ਮਿਲ ਗਿਆ, ਕੀ ਮਿਲ ਗਿਆ, ਉਹ ਬਾਅਦ ਦੀਆਂ ਗੱਲਾਂ ਨੇ। ਇਹ ਨੈਸ਼ਨਲ ਪਾਰਟੀ ਹੈ। ਇਸ ਵੇਲੇ ਵੀ ਇਹਨਾਂ ਦੇ 14 MP ਜਿਹੜੇ ਨੇ ਉਹ ਕੇਂਦਰ ਦੇ ਵਿੱਚ ਬੈਠੇ ਹੋਏ ਨੇ। ਜੇ ਮੰਨ ਲਓ ਇਹ ਪਾਰਟੀ ਉਸ ਸਮਾਜ ਦੀ ਪਾਰਟੀ, ਕਿਰਤੀਆਂ ਦੀ ਪਾਰਟੀ, ਜਿਹੜੇ ਦਿਹਾੜੀ ਭੰਨ ਕੇ ਉੱਥੇ ਆਏ ਹੋਏ ਨੇ। ਦੇਖੋ ਦੋ ਚੀਜ਼ਾਂ ਨੇ, ਦੋ ਚੀਜ਼ਾਂ ਵਿੱਚ ਬੜਾ ਫਰਕ ਹੈ। ਇੱਕ ਹੈ, ਇੱਕ ਪਾਰਟੀ ਐਸੀ ਜਿਹੜੀ ਜਰਨਲ ਕੈਟਾਗਰੀ ਦੀ ਹੈ, ਉਹਦੇ ਵਿੱਚ ਆਪਣੀਆਂ ਗੱਡੀਆਂ ਤੇ ਆਏ ਹੋਏ ਨੇ, ਵਧੀਆ ਅੱਗੇ ਖਾਣੇ ਪੀਣੇ ਦਾ। ਜਿਹੜੇ ਇਹਨਾਂ ਦੇ ਵਿੱਚ ਆਏ ਦਿਹਾੜੀ ਭੰਨ ਕੇ ਆਏ, ਤੇ ਕਿਹਨਾਂ ਦੇ ਹੱਕ ਦੇ ਵਿੱਚ ਆਏ? ਕਿਸਾਨਾਂ ਦੇ ਹੱਕ ਦੇ ਵਿੱਚ ਆਏ। ਤੇ ਜੇ ਹਰਪ੍ਰੀਤ ਸਿੰਘ ਮਖੂ ਕਿਸਾਨੀ ਦੀ ਗੱਲ ਕਰਦਾ ਆ, ਤੇ ਸਾਡਾ ਕਿਰਤੀ ਵਰਗ ਆ ਗਿਆ, ਸਾਡਾ ਮਜ਼ਦੂਰ ਵਰਗ ਆ ਗਿਆ। ਹਰਪ੍ਰੀਤ ਸਿੰਘ ਮਖੂ ਖੁਦ ਕਹਿੰਦਾ ਹੈ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ। ਤੇ ਜੋ ਮਜ਼ਦੂਰ ਦਿਹਾੜੀਆਂ ਛੱਡ ਕੇ ਕਿਸਾਨੀ ਹੱਕ ਦੇ ਵਿੱਚ ਭੁਗਤਦੇ ਪਏ ਨੇ, ਤੇ ਮਖੂ ਨੂੰ ਕੀ ਤਕਲੀਫ ਹੈ ਜੀ? ਮਖੂ ਉੱਥੇ ਜਵਾਬ ਦੇ ਮੈਂ ਨਹੀਂ ਜਾਂਦਾ। ਮੈਂ ਕਿਹਾ ਜੀ ਮੈਂ ਹਾਜ਼ਰ ਹਾਂ, ਨਾਲ ਤੁਹਾਡੇ ਕਰਦਾ ਮੈਂ। ਇਹੀ ਗੱਲ ਤੁਹਾਡੀ ਥੋੜੀ ਮੈਨੂੰ ਹਾਸੋਹੀਣੀ ਲੱਗੀ ਇਹ ਜਵਾਬ, ਕਿ ਕਿਸਾਨਾਂ ਦੇ ਹੱਕ ਦੇ ਵਿੱਚ ਗੜੀ ਸਾਹਿਬ ਨੇ ਗੱਲ ਕੀਤੀ। ਉਹਨਾਂ ਦੀ ਹੀ ਭਾਈਵਾਲ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਸਿੰਘ ਬਾਦਲ, ਪਰ ਮਾਣਯੋਗ ਮੁੱਖ ਮੰਤਰੀ ਸਾਬਕਾ ਨੇ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ, ਉਹਨਾਂ ਦੇ ਕਿੰਨੇ ਹੀ ਬਿਆਨ ਔਨ ਰਿਕਾਰਡ ਨੇ ਕਿ
ਖੇਤੀ ਆਰਡੀਨੈਂਸ ਬਿਲਕੁਲ ਠੀਕ ਨੇ, ਕਿਸਾਨ ਗਲਤ ਨੇ। ਹੁਣ ਉਹ ਹੱਕ ਦੇ ਵਿੱਚ ਬੋਲਦੇ ਨੇ, ਜੇਕਰ ਉਹ ਤੁਹਾਨੂੰ ਬੁਲਾਉਣਗੇ ਜਾਓਗੇ? ਸਭ ਤੋਂ ਵੱਡੀ ਗੱਲ ਇਹ ਆ, ਸਾਨੂੰ ਦੋ ਚੀਜ਼ਾਂ ਨੂੰ ਦੇਖਣਾ ਪੈਣਾ। ਚਲੋ ਮੈਂ ਥੋੜਾ ਜਿਹਾ ਨਾ ਖੁੱਲ੍ਹ ਕੇ ਇਹਦਾ ਜਵਾਬ ਦੇਣਾ ਵਾ ਜੀ ਬਿਲਕੁਲ। ਔਰ ਇਹ ਜਵਾਬ ਜਿੰਨੀ ਦੇਰ ਤੱਕ ਮੈਂ ਕੰਪਲੀਟ ਨਹੀਂ ਕਰ ਦਿੰਦਾ ਉਨੀ ਦੇਰ ਤੱਕ ਮੇਰੀ ਬੇਨਤੀ ਹੈ ਵੀ ਮੇਰੀ ਗੱਲ ਤੁਸੀਂ ਸੁਣਦੇ ਰਿਹਾ ਜੀ। ਬਿਲਕੁਲ ਬਿਲਕੁਲ। ਸਭ ਤੋਂ ਪਹਿਲੀ ਗੱਲ ਇਹ ਆ ਵੀ ਅਸੀਂ ਜਸਬੀਰ ਸਿੰਘ ਗੜੀ ਨਾਲ ਹਰਪ੍ਰੀਤ ਸਿੰਘ ਮਖੂ ਦੀ ਫੋਟੋ ਆ ਜਾਂਦੀ, ਅਸੀਂ ਕਹਿੰਦੇ ਅਕਾਲੀਆਂ ਦਾ ਹੋ ਗਿਆ, ਹਨਾ, ਕਿਉਂਕਿ ਮੇਰਾ ਪਿਆਰ ਜਸਬੀਰ ਸਿੰਘ ਗੜੀ ਦੇ ਨਾਲ ਹੈ। ਅੱਜ ਤੁਸੀਂ ਮੈਨੂੰ ਮਿਲੇ ਹੋ, ਤੁਸੀਂ ਆਪਾਂ ਇੱਕ ਤੁਸੀਂ ਮੈਨੂੰ ਕਿਹਾ ਵੀ ਮੈਂ ਇਸ ਤਰ੍ਹਾਂ ਕਰਕੇ ਇੱਥੇ ਆ, ਤੇ ਤੁਸੀਂ ਕਿੱਥੇ ਹੋ? ਮੈਂ ਕਿਹਾ ਮੈਂ ਰਾਜਪੁਰੇ ਨੂੰ ਜਾ ਰਿਹਾ ਵਾਂ। ਤੁਸੀਂ ਕਿਹਾ ਆਪਾਂ ਫਲਾਣੀ ਥਾਂ ਤੇ ਬਹਿ ਕੇ ਆਪਾਂ ਇੰਟਰਵਿਊ ਕਰ ਦਿੰਦੇ ਹਾਂ। ਆਪਾਂ ਮੋਟਰ ਤੇ ਬਹਿ ਕੇ ਆਪਾਂ ਇੰਟਰਵਿਊ ਲੱਗ ਪਏ ਕਰਨ, ਠੀਕ ਹੈ ਜੀ। ਬਿਲਕੁਲ ਜੀ। ਇਸੇ ਪ੍ਰਕਾਰ ਮੈਂ ਜਸਬੀਰ ਸਿੰਘ ਗੜੀ ਦੀ ਇੰਟਰਵਿਊ ਕਰਨ ਦੇ ਲਈ ਗਿਆ ਸਾਂ, ਉਹਨਾਂ ਦੇ ਪਿੰਡ ਗੜੀ ਕਾਨੂੰਗੋ। ਜਦੋਂ ਮੈਂ ਕਾਨੂੰਗੋਆਂ ਗੜੀ ਉਹਨਾਂ ਦੀ ਇੰਟਰਵਿਊ ਕਰਨ ਦੇ ਲਈ ਗਿਆ ਵਾਂ, ਤੇ ਮੈਂ ਕੀ ਦੇਖਿਆ ਵੀ ਜਿੰਨੀ ਦੇਰ ਤੱਕ ਉਹ ਅੰਦਰ ਦਸਤਾਰ ਸਜਾ ਰਹੇ ਸਨ, ਉਨੀ ਦੇਰ ਦੇ ਵਿੱਚ ਉਹਨਾਂ ਦੀ ਲਾਇਬ੍ਰੇਰੀ ਨੂੰ ਵੇਖਣ ਲੱਗ ਪਿਆ। ਲਾਇਬ੍ਰੇਰੀ ਦੇ ਵਿੱਚ ਜਿੰਨੀਆਂ ਵੀ ਬੁੱਕਸ ਪਈਆਂ ਸੀ ਉਹ ਸਾਰੀਆਂ ਸਿੱਖੀ ਨਾਲ ਰਿਲੇਟਡ ਸਨ। ਤੇ ਮੈਂ ਮਨ ਦੇ ਵਿੱਚ ਸਵਾਲ ਕੀਤਾ, ਮੈਂ ਕਿਹਾ ਵੀ ਬੰਦੇ ਨੂੰ ਨੌਲੇਜ ਹੋਏਗੀ। ਜਦੋਂ ਅਸੀਂ ਬੈਠੇ ਹਾਂ, ਜਦੋਂ ਅਸੀਂ ਆਪਸ ਦੇ ਵਿੱਚ ਬੈਠੇ ਹਾਂ, ਚਾਹ ਪਾਣੀ ਪੀਤਾ, ਮੈਂ ਤੇ ਇੰਟਰਵਿਊ ਕਰਨ ਦੇ ਲਈ, ਇੰਟਰਵਿਊ ਕਰਨ ਤੋਂ ਪਹਿਲਾਂ ਜਦੋਂ ਅਸੀਂ ਬੈਠੇ, ਉਹਨਾਂ ਨੇ ਗੱਲ ਬੜੀ ਕਮਾਲ ਕਹੀ, ਐਡੀ ਕਮਾਲ ਕਹੀ ਵੀ ਜਿਹੜੀ ਚੀਜ਼ ਮੈਂ ਕਹਿੰਦਾ ਮੇਰੇ ਅੰਦਰ ਨੂੰ ਇੱਕ ਧੂਪ ਆ ਗਈ, ਤੇ ਮੈਂ ਉਹਨਾਂ ਨੂੰ ਦਿਲੋਂ ਆਪਣਾ ਮਿੱਤਰ ਸਵੀਕਾਰ ਕਰ ਲਿਆ। ਤੇ ਮਿੱਤਰ ਦੀ ਜ਼ਰੂਰੀ ਨਹੀਂ ਵੀ ਹਰ ਐਕਟੀਵਿਟੀ ਦੇ ਨਾਲ ਮੇਰੀ ਸਹਿਮਤੀ ਹੋਵੇਗੀ। ਸਭ ਤੋਂ ਵੱਡੀ ਗੱਲ ਇਹ ਹੈ। ਹੋਇਆ ਕਿਆ, ਉਹਨਾਂ ਨੇ ਬੜਾ ਸੋਹਣਾ ਇੱਕ ਜਵਾਬ ਦਿੱਤਾ ਮੈਨੂੰ। ਕਹਿੰਦੇ ਮਖੂ ਜੀ ਵੀ ਆਪਾਂ ਭਾਈ ਮੰਝ ਵਾਲੀ ਸਾਖੀ ਪੜ੍ਹਦੇ ਹਾਂ, ਕਹਿੰਦੇ ਕਿੱਡੀ ਵਧੀਆ ਗੁਰੂ ਸਾਹਿਬ ਨੇ ਗੱਲ ਕਹੀ ਹੈ ਵੀ ਜਦੋਂ ਆਇਆ ਹੈ ਨਗਾਈ ਵਾਲਿਓ, ਤੇ ਗੁਰੂ ਘਰ ਦੇ ਵਿੱਚ ਵੇਖ ਕੇ ਪ੍ਰਭਾਵਿਤ ਹੋ ਗਿਆ ਵੀ ਮੈਨੂੰ ਵੀ ਸਿੱਖੀ ਦੀ ਦਾਤ ਦਿਓ। ਤੇ ਗੁਰੂ ਸਾਹਿਬ ਕਹਿੰਦੇ ਵੀ ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਇਸ਼ਾਰਾ ਬਹੁਤ ਵੱਡਾ ਸੀ, ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਇਹਦੇ ਅਰਥ ਹੈ ਵੀ ਪਹਿਲਾਂ ਜਿਹੜੀਆਂ ਤੇਰੇ ਅੰਦਰ ਚੱਲਦੀਆਂ ਪਈਆਂ ਚੀਜ਼ਾਂ ਨੇ ਉਹਨਾਂ ਨੂੰ ਸਮਾਪਤ ਕਰ। ਜੇ ਸਿੱਖੀ ਦੇ ਰਾਹ ਦੇ ਉੱਪਰ ਚੱਲਣਾ ਤਾਂ ਨਿਰੋਲ ਪਰਪੱਕ ਹੋ ਕੇ ਚੱਲਣਾ ਪਏਗਾ, ਸਿੱਖੀ ਨੂੰ ਡੈਡੀਕੇਟ ਹੋਣਾ ਪਏਗਾ, ਸਿੱਖੀ ਨੂੰ ਸਮਰਪਿਤ ਹੋਣਾ ਪਏਗਾ। ਕਹਿੰਦੇ ਵੀ ਆਹ ਚੀਜ਼ ਜਿਹੜੀ ਹੈ ਨਾ ਸਾਨੂੰ ਸਮਝ ਕੇ ਚੱਲਣਾ ਚਾਹੀਦਾ ਵੀ ਸਾਨੂੰ ਸਿੱਖੀ ਨੂੰ ਡੈਡੀਕੇਟ ਹੋ ਕੇ ਚੱਲਣਾ ਚਾਹੀਦਾ। ਸਿੱਖੀ ਤੇ ਸਿੱਖੀ ਨਹੀਂ ਟਿਕਦੀ। ਕਹਿਣ ਤੋਂ ਭਾਵੇਂ ਸੀ ਵੀ ਸਿੱਖੀ ਵਿੱਚ ਕਰਮਕਾਂਡ ਨਹੀਂ ਹੈ, ਸਿੱਖੀ ਦੇ ਵਿੱਚ ਵਹਿਮ ਨਹੀਂ ਹੈ। ਤੇ ਅੱਜ ਦਾ ਜਿਹੜਾ ਸਿੱਖ ਹੈ ਅਨੇਕ ਪ੍ਰਕਾਰ ਦੇ ਵਹਿਮ ਵੀ ਕਰਦਾ ਹੈ, ਕਰਮਕਾਂਡ ਵੀ ਕਰਦਾ ਹੈ, ਜਾਤੀਵਾਦ ਨੂੰ ਬੜਾਵਾ ਵੀ ਦੇ ਰਿਹਾ ਹੈ, ਛੂਆ-ਛਾਤ ਨੂੰ ਵੀ ਮੰਨਦਾ ਪਿਆ, ਤੇ ਫਿਰ ਵੀ ਆਪਣੇ ਆਪ ਨੂੰ ਕਹਿੰਦਾ ਸਿੱਖ ਹਾਂ। ਕਹਿੰਦੇ ਸਿੱਖੀ ਤੇ ਸਿੱਖੀ ਮਖੂ ਸਾਹਿਬ ਨਹੀਂ ਟਿਕਦੀ। ਇੰਨਾ ਮੈਂ ਪ੍ਰਭਾਵਿਤ ਹੋਇਆ ਵੀ ਇਸ ਢੰਗ ਦੇ ਨਾਲ ਕੋਈ ਪੋਲੀਟੀਕਲ ਲੀਡਰ ਮੈਨੂੰ ਗੱਲ ਕਰਦਾ ਨਜ਼ਰ ਨਹੀਂ ਆਇਆ। ਸਾਡਾ ਆਪਸੀ ਪਿਆਰ ਪੈ ਗਿਆ। ਪਿਆਰ ਪੈਣ ਤੋਂ ਬਾਅਦ ਉਹਨਾਂ ਦਾ ਗੱਠਜੋੜ ਹੋਇਆ। ਗੱਠਜੋੜ ਉਹਨਾਂ ਨੇ ਮੈਨੂੰ ਪੁੱਛ ਕੇ ਥੋੜਾ ਕੀਤਾ ਵੀ ਮਖੂ ਜੀ ਗੱਠਜੋੜ ਕਰ ਲਈਏ, ਹੈ ਨਾ। ਗੱਠਜੋੜ ਮੈਨੂੰ ਪੁੱਛ ਕੇ ਤਾਂ ਨਹੀਂ ਕੀਤਾ ਵੀ ਮਖੂ ਜੀ ਗੱਠਜੋੜ ਕਰ ਲਈਏ। ਹੁਣ ਗੱਠਜੋੜ ਦੇ ਐਂਗਲ ਤੋਂ ਤੁਸੀਂ ਇੱਕਦਮ ਬੇਅਦਬੀਆਂ ਤੇ ਆ ਜਾਂਦੇ ਹੋ। ਗੱਠਜੋੜ ਦੇ ਐਂਗਲ ਨੂੰ ਥੋੜਾ ਜਿਹਾ ਹੋਰ ਰੂਪ ਦੇ ਵਿੱਚ ਵੇਖੋ। ਹਾਂ, ਗੱਠਜੋੜ ਦੇ ਵਿੱਚ ਮੈਂ ਵਧਾਈ ਦਿੱਤੀ ਉਹਨੂੰ, ਜਸਬੀਰ ਸਿੰਘ ਗੜੀ ਨੂੰ ਮੈਂ ਵਧਾਈ ਦਿੱਤੀ। ਮੈਂ ਕੈਮਰੇ ਮੂਹਰੇ ਮੰਨਦਾ ਦੋਸ਼ੀਆਂ ਦੇ ਨਾਲ ਗੱਠਜੋੜ ਕਰਨ ਦੇ ਲਈ ਵਧਾਈ, ਦੋਸ਼ੀਆਂ ਦੇ ਨਾਲ ਗੱਠਜੋੜ ਕਰਨ ਦੇ ਲਈ ਵਧਾਈ ਦੇ ਰਹੇ। ਇੱਕ ਮਿੰਟ ਇਸ ਚੀਜ਼ ਨੂੰ ਲਓ, ਠੀਕ ਹੈ। ਦੋ ਚੀਜ਼ਾਂ ਨੂੰ ਸਮਝਿਆ ਜੇ। ਜਿੰਨੀ ਦੇਰ ਤੱਕ ਤੁਹਾਡਾ ਸਮਾਜਿਕ ਗੱਠਜੋੜ ਨਹੀਂ ਬਣਦਾ, ਉਨੀ ਦੇਰ ਤੱਕ ਪੋਲੀਟੀਕਲ ਗੱਠਜੋੜ ਜਿਹੜਾ ਨਾ ਉਹ ਮਹਿਜ ਇੱਕ ਡਰਾਮਾ ਬਣ ਕੇ ਰਹਿ ਜਾਂਦਾ ਹੈ। ਉਹ ਸਿਰਫ ਵੋਟਾਂ ਤੱਕ ਦਾ ਹੁੰਦਾ, ਸਰਕਾਰ ਬਣਾਉਣ ਤੱਕ ਦਾ ਹੁੰਦਾ ਹੈ। ਇਸ ਤੋਂ ਪਹਿਲਾਂ ਸਾਨੂੰ ਸਮਾਜਿਕ ਗੱਠਜੋੜ ਵਾਲੇ ਪਾਸੇ ਵੇਖਣਾ ਪੈਣਾ। ਤੇ ਸਮਾਜਿਕ ਗੱਠਜੋੜ ਤੇ ਸਾਡਾ ਗੁਰੂ ਸਾਹਿਬ ਨੇ ਕੀਤਾ ਹੋਇਆ। ਇੱਕ ਜਿਹੜੀ ਪਾਰਟੀ ਹੈ ਇਸ ਵੇਲੇ ਅਕਾਲੀ ਦਲ ਦੀ ਗੱਲ ਕਰੀਏ, ਅਕਾਲੀ ਦਲ ਦੇ ਵਿੱਚ ਮੈਂ ਮੰਨਦਾ ਵੀ ਐਸਸੀ ਵਿੰਗ ਬਣਾਏ ਹੋਏ ਨੇ, ਨੋ ਡਾਊਟ, ਪਰ ਇਸ ਪਾਰਟੀ ਦੇ ਉੱਪਰ ਵੀ ਬਹੁਤ ਲੰਮੇ ਸਮੇਂ ਤੋਂ ਇਹ ਦੋਸ਼ ਲੱਗਦਾ ਵੀ ਇਹ ਜਰਨਲ ਕੈਟਾਗਰੀ ਦੀ ਪਾਰਟੀ ਹੈ, ਠੀਕ। ਦੂਜੇ ਪਾਸੇ ਜਿਹੜੀ ਪਾਰਟੀ ਆ ਗਈ ਜਿਹਨੂੰ ਆਪਾਂ ਬੀਐਸਪੀ ਕਹਿ ਦਿੰਦੇ ਆ, ਇਹ ਉਹਨਾਂ ਲੋਕਾਂ ਦੀ ਪਾਰਟੀ ਹੈ ਜਿਹਦੇ ਵਿੱਚ ਜ਼ਿਆਦਾ ਐਸਸੀ ਵਰਗ ਹੈ, ਅਖੌਤੀ ਨੀਵੀਆਂ ਜਾਤੀਆਂ ਜਿਹਨਾਂ ਨੂੰ ਸਮਾਜ ਕਹਿ ਰਿਹਾ। ਹੁਣ ਦੋ ਚੀਜ਼ਾਂ ਨੂੰ ਸਮਝਿਆ ਜੇ ਗੁਰੂ ਸਾਹਿਬ ਨੇ ਸੰਗਤ ਇੱਕ, ਪੰਗਤ ਇੱਕ, ਸਰੋਵਰ ਇੱਕ, ਬਾਟਾ ਇੱਕ, ਸਾਨੂੰ ਆਪਸ ਦੇ ਵਿੱਚ ਇਕੱਠੇ ਕੀਤਾ, ਜਾਤੀਵਾਦ ਖਤਮ ਕੀਤੀ। ਹੁਣ ਜਦੋਂ ਇੱਧਰ ਇੱਕ ਜਰਨਲ ਕੈਟਾਗਰੀ ਦੀ ਪਾਰਟੀ ਆ ਗਈ, ਦੂਜੇ ਪਾਸੇ ਐਸੀ ਕੈਟਾਗਰੀ ਦੀ ਪਾਰਟੀ ਆ ਗਈ, ਜ਼ਿਆਦਾਤਰ ਐਸੀ ਵਰਗ ਹੈ ਜਿਹੜੇ ਉਹਨੂੰ ਮਾਂ ਪਾਰਟੀ ਮੰਨਦੇ ਨੇ, ਜਿਹੜੇ ਕਹਿੰਦੇ ਸਾਡੀ ਆਪਣੀ ਪਾਰਟੀ ਹੈ, ਸਾਡੇ ਹੱਕਾਂ ਦੀ ਗੱਲ ਕਰਦੀ ਹੈ, ਸਾਡੀ ਸੱਤਾ ਦੀ ਗੱਲ ਕਰਦੀ ਹੈ। ਜਦੋਂ ਦੋ ਚੀਜ਼ਾਂ ਇਕੱਠੀਆਂ ਹੋਣਗੀਆਂ, ਤੁਹਾਨੂੰ ਨਹੀਂ ਲੱਗਦਾ ਵੀ ਜਿਹੜੇ ਪਿੰਡਾਂ ਦੇ ਵਿੱਚ ਜਾਤੀਵਾਦ ਦੇ ਨਾਮ ਦੇ ਉੱਪਰ ਕਲੇਸ਼ ਹੁੰਦੇ ਨੇ ਇਹ ਖਤਮ ਹੋਣਗੇ? ਬੋਲੋ ਬਈ, ਜੀ ਲੱਗਦਾ ਜੀ। ਜਿਹੜੇ ਰੋਜ਼ ਦੇ ਆ ਜੱਟਾਂ ਨੇ ਆ ਕਰਤਾ, ਜੱਟਾਂ ਨੇ ਆ ਕਰਤਾ, ਆਮ ਕਰਕੇ ਗੱਲ ਹੁੰਦੀ ਹੈ। ਹੁਣ ਜਦੋਂ ਦੋ ਪਾਰਟੀਆਂ ਇਕੱਠੀਆਂ ਹੋਣਗੀਆਂ, ਸਮਾਜਿਕ ਗੱਠਜੋੜ ਤੇ ਗੁਰੂ ਸਾਹਿਬ ਵੇਲੇ ਹੋ ਗਿਆ, ਪੋਲੀਟੀਕਲ ਗੱਠਜੋੜ ਹੁਣ ਆ ਕੇ ਹੋ ਗਿਆ, ਤੇ ਇਹਦੇ ਨਾਲ ਅਨੇਕਾਂ ਲੜਾਈਆਂ ਖਤਮ ਹੋਣਗੀਆਂ, ਅਨੇਕਾਂ ਲੜਾਈਆਂ ਸਮਾਪਤ ਹੋਣਗੀਆਂ, ਭਵਿੱਖ ਦੇ ਵਿੱਚ ਕੁਝ ਚੰਗਾ ਲੱਭੇਗਾ। ਇਸ ਕਰਕੇ ਮੈਂ ਇਸ ਐਂਗਲ ਤੋਂ ਦੇਖਦਾ ਪਿਆ ਵਾਂ ਵੀ ਗੱਲੀ ਬਾਤੀ ਕਿਸਾਨ ਮਜ਼ਦੂਰ ਏਕਤਾ ਨਾ ਬਣੇ, ਕਿਸਾਨ ਮਜ਼ਦੂਰ ਏਕਤਾ ਇਸ ਤਰੀਕੇ ਨਾਲ ਵੀ ਬਣਦੀ ਨਜ਼ਰ ਆਵੇ। ਹੁਣ ਮੈਂ ਆਪਣੇ ਐਂਗਲ ਤੋਂ ਦੇਖ ਰਿਹਾ ਵਾਂ, ਤੁਸੀਂ ਆਪਣੇ ਐਂਗਲ ਤੋਂ ਦੇਖਦੇ ਪਏ, ਤੁਸੀਂ ਕਹ ਰਹੇ ਬੇਅਦਬੀਆਂ ਦੇ ਦੋਸ਼ੀਆਂ ਦੇ ਨਾਲ ਮੇਰੀ ਬਾਦਲਾਂ ਨਾਲ ਦੱਸੋ ਵੀ ਕੀ ਸਾਂਝ ਹੈ? ਉਹਨਾਂ ਦੇ ਨਾਲ ਗੱਠਜੋੜ ਰੱਖਣ ਵਾਲੀ ਪਾਰਟੀ ਨਾਲ ਤਾਂ ਸਰ ਸਾਂਝ ਹੈਗੀ ਨਾ ਤੁਹਾਡੀ, ਉਹਨਾਂ ਦੇ ਗੱਠਜੋੜ ਰੱਖਣ ਵਾਲੀ ਪਾਰਟੀ ਦੇ ਪੰਜਾਬ ਪ੍ਰਧਾਨ ਦੇ ਨਾਲ ਤੁਹਾਡੀ ਸਾਂਝ ਹੈਗੀ। ਤੁਸੀਂ ਫੋਟੋਜ਼ ਉਹਨਾਂ ਦੀਆਂ ਅਸੀਂ ਦਿਖਾ ਸਕਦੇ। ਮੈਂ ਨਾ ਜਾਇਆ ਕਰਾਂ ਉਹਨਾਂ ਕੋਲੇ, ਜਾਂ ਉਹਨਾਂ ਨੂੰ ਨਾ ਮਿਲਿਆ ਕਰਾਂ, ਫੋਟੋ ਨਾ ਕਰਾਇਆ ਕਰਾਂ? ਬੋਲੋ ਵੀ ਕੀ ਕਰਾਂ ਮੈਂ? ਸਰ ਜੀ ਤੁਸੀਂ ਪਹਿਲਾਂ ਗੁਰੂ ਗ੍ਰੰਥ ਸਾਹਿਬ ਸਿੱਖ ਦੇ ਲਈ ਸਭ ਕੁਝ ਹੈ, ਉਹਨਾਂ ਦੇ ਦੋਸ਼ੀਆਂ ਦੇ ਨਾਲ ਸਾਂਝ ਰੱਖਣ ਵਾਲਾ ਵੀ ਦੋਸ਼ੀ ਹੋਇਆ ਨਾ।
ਤੁਸੀਂ कहता भी ਸਾਂਝ ਰੱਖਣ ਵਾਲਾ ਵੀ ਦੋਸ਼ੀ ਹੋਇਆ, ਠੀਕ ਹੈ ਜੀ। ਪਹਿਲੀ ਗੱਲ ਤੇ ਸਭ ਤੋਂ ਵੱਡੀ ਸਾਨੂੰ ਇਹ ਸਮਝਣੀ ਪੈਣੀ ਹੈ ਵੀ ਮੈਂ ਕਿਸ ਐਂਗਲ ਤੋਂ ਗਠਜੋੜ ਨੂੰ ਵਧੀਆ ਦੱਸਦਾ ਪਿਆ, ਉਸ ਐਂਗਲ ਨੂੰ ਤੇ ਦੇਖੋ ਨਾ ਯਾਰ, ਉਸ ਐਂਗਲ ਨੂੰ ਜਮਾ ਪਾਸੇ ਤਾਂ ਨਾ ਕਰ ਦਿਓ, ਉਸ ਐਂਗਲ ਨੂੰ ਵੀ ਦੇਖੋ ਵੀ ਜੇ ਕਿਰਤੀ ਮਜ਼ਦੂਰ ਬੱਚੇ ਅੱਗੇ ਆ ਰਹੇ ਨੇ ਜਾਂ ਉਹਨਾਂ ਦੇ ਵਿੱਚ ਇੱਕ ਅਜੀਬ ਕਿਸਮ ਦਾ ਕਰੰਟ ਆ ਰਿਹਾ ਆ ਸਿੱਕੀ ਵਾਲੇ ਪਾਸੇ। ਸਭ ਤੋਂ ਵੱਡੀ ਗੱਲ ਇੱਕ ਚੀਜ਼ ਹੋਰ ਸਮਝਿਆ ਜੇ, ਇਹਦਾ ਜਿਹੜਾ ਮੈਂ ਐਂਗਲ ਨਹੀਂ ਸੀ ਦੱਸਣਾ ਚਾਹੁੰਦਾ ਪਰ ਹੁਣ ਤੁਸੀਂ ਛੇੜ ਲਿਆ ਤੇ ਮੈਂ ਦੱਸ ਦਿੰਦਾ ਵਾਂ। ਲੁਧਿਆਣੇ ਦੇ ਵਿੱਚ ਜਿਹੜੇ ਅੰਕੜੇ ਮੈਂ ਚੈੱਕ ਕੀਤੇ ਇੱਕ ਦਿਨ ਨੈਟ ਤੋਂ, ਉਹਦੇ ਵਿੱਚ ਆ ਰਿਹਾ ਸੀ ਵੀ 67% ਹਿੰਦੂ। ਥੋੜ੍ਹਾ ਜਿਹਾ ਸੁਣਿਆ ਜੇ, ਮੈਂ ਇਸ ਮੁੱਦੇ ਨੂੰ ਕਲੀਅਰ ਕਰਦਾ ਜਾਵਾਂ। 67% ਹਿੰਦੂ। ਤੇ ਕੋਈ ਇਹ ਵੀ ਨਾ ਕਹਦੇ ਵੀ ਬੇਅਦਬੀਆਂ ਦੇ ਮੁੱਦੇ ਤੋਂ ਮਖੂ ਭੱਜਦਾ ਪਿਆ। ਬੇਅਦਬੀਆਂ ਕਰਵਾਉਣ ਵਾਲੇ, ਬੇਅਦਬੀਆਂ ਕਰਨ ਵਾਲਿਆਂ ਨਾਲ ਨਾ ਮੇਰੀ ਅੱਜ ਕੋ ਸਾਂਝ ਆ ਨਾ ਮੇਰੀ ਕੱਲ ਕੋ ਸਾਂਝ ਹੋਵੇਗੀ, ਠੀਕ ਹੈ ਜੀ। ਅਗਲੇ ਪਾਸੇ ਆਓ, ਹੁਣ ਬੇਅਦਬੀਆਂ ਦਾ ਦੋਸ਼ੀ ਫਿਰ ਇਕੱਲੇ ਆਪਾਂ ਅਕਾਲੀਆਂ ਨੂੰ, ਕਾਂਗਰਸ ਨੂੰ ਵੀ ਮੰਨੋ, ਬਿਲਕੁਲ ਕਾਂਗਰਸ ਨੂੰ ਵੀ ਮੰਨੋ ਨਾ ਫਿਰ ਬੇਅਦਬੀਆਂ ਦੇ ਦੋਸ਼ੀ ਕਿਉਂ? ਉਹਨਾਂ ਨੇ ਉਦੋਂ ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਹੈ, ਮੇਰਾ ਨਹੀਂ। ਮੈਂ ਤੇ ਅੱਜ ਵੀ ਕਹਿ ਰਿਹਾ ਵੀ ਅੰਕੜੇ ਸਹੀ ਸਾਹਮਣੇ ਆਉਣ, ਜਿਹੜਾ ਵੀ ਦੋਸ਼ੀ ਹੋਵੇ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੂੰ ਸਜ਼ਾਏ ਮੌਤ ਦੇਵੇ। ਮੈਂ ਤੇ ਇਹ ਗੱਲ ਕਹਿ ਰਿਹਾ ਵਾਂ, ਉਹ ਭਾਵੇਂ ਹਰਪ੍ਰੀਤ ਸਿੰਘ ਮਖੂ ਹੋਵੇ। ਹੁਣ 5 ਸਾਲ ਇਹਨਾਂ ਨੇ ਜਿਹੜੀ ਇਹ ਗੱਲ ਕਹੀ ਸੀ, ਕੈਪਟਨ ਅਮਰਿੰਦਰ ਸਿੰਘ ਦਾ ਬਿਆਨ ਸੀ, ਕੌਣ ਕਹਿੰਦੇ ਬੇਅਦਬੀਆਂ ਕਿਹਨੇ ਕੀਤੀਆਂ, ਮੈਨੂੰ ਕਿਹੜਾ ਪਤਾ ਨਹੀਂ, ਤੂੰ ਬੇਅਦਬੀਆਂ ਕੀਤੀਆਂ। ਪ੍ਰਕਾਸ਼ ਸਿੰਘ ਬਾਦਲ ਨੂੰ ਕਿਹਾ ਸੀ ਨਾ ਤੂੰ ਬੇਅਦਬੀਆਂ ਕੀਤੀਆਂ। ਮੈਂ ਕਹਿੰਦਾ ਇਹ ਸਵਾਲ ਜਿਹੜਾ ਤੁਸੀਂ ਮੇਰੇ ਤੇ ਕਰਦੇ ਪਏ ਹੋ, ਇਹ ਸਵਾਲ ਤੁਸੀਂ ਕੈਪਟਨ ਅਮਰਿੰਦਰ ਸਿੰਘ ਤੇ ਕਰੋ ਵੀ ਤੂੰ ਇਹ ਗੱਲ ਕਹੀ ਸੀ ਵੀ ਤੂੰ ਬੇਅਦਬੀਆਂ ਕੀਤੀਆਂ ਤੇ 5 ਸਾਲਾਂ ਦੇ ਵਿੱਚ ਇਹਨਾਂ ਨੂੰ ਸਜ਼ਾ ਕਿਉਂ ਨਹੀਂ ਦਿੱਤੀ ਗਈ? ਕੈਪਟਨ ਸਾਹਿਬ ਨੂੰ ਸਾਹਮਣੇ ਮੈਂ ਕਰਦਾ ਸਵਾਲ। ਨਹੀਂ, ਕੈਪਟਨ ਸਾਹਿਬ ਨੂੰ ਹੁਣ ਮੈਂ ਲੈ ਕੇ ਆਵਾਂ, ਕੈਮਰਾ ਮੈਂ ਲੈ ਕੇ ਆਵਾਂ, ਤੁਹਾਡੀ ਆਵਾਜ਼ ਹੁਣ ਮੈਂ ਕਰਦੇ ਆ। ਤੁਹਾਡੀ ਆਵਾਜ਼ ਸਰ ਸੁਣਦੇ ਹੈਗੇ ਨੇ, ਹੋ ਸਕਦਾ ਅਪੀਲ ਕਰਦੇ ਹੋ ਤੇ ਵੀ ਸਵਾਲ ਕਰਦਾ ਮੈਂ, ਕਰਦੇ ਹੋ ਕਿ ਪ੍ਰਾਈਡ ਪੰਜਾਬ ਨੂੰ ਇੰਟਰਵਿਊ ਦੇ ਮੈਂ ਕੈਪਟਨ ਸਾਹਿਬ ਨੂੰ, ਮੈਂ ਕੈਪਟਨ ਤੇ ਵੀ ਸਵਾਲ ਕਰਦਾ ਮੈਂ ਕੈਪਟਨ ਤੇ ਵੀ ਸਵਾਲ ਕਰਦਾ ਮੈਂ। ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ, ਮੈਂ ਅਕਾਲੀਆਂ ਤੇ ਵੀ ਕਰਦਾ, ਪੰਜਾਬ ਦਾ ਬੇੜਾ ਕਰਕੇ ਇਹਨਾਂ ਨੇ ਕੀਤਾ। ਬਸਪਾ ਵਾਰੀ ਮੈਂ ਤਾਂ ਕਹਿਣਾ ਮਾਂ ਵੀ ਇਹ ਜੇ ਸੱਤਾ ਦੇ ਵਿੱਚ ਤੇ ਨਹੀਂ ਆਏ ਪਿਛਲੇ 25 ਸਾਲਾਂ ਤੋਂ, ਮੌਕਾ ਦੇ ਕੇ ਵੇਖੋ, ਮੌਕਾ ਦੇ ਕੇ ਵੇਖੋ। ਕੋਈ ਸਾਰੀ ਜ਼ਿੰਦਗੀ ਇਹਨਾਂ ਕੋਲ ਖੇਤਾਂ ਦੇ ਵਿੱਚ ਕੰਮ ਥੋੜਾ ਕਰਾਉਣਾ ਵੀ ਹੁਣ ਦਿਹਾੜੀ ਕਰੀ ਜਾਣਗੇ, ਫੈਕਟਰੀਆਂ ਦੇ ਵਿੱਚ ਕੰਮ ਕਰੀ ਜਾਣਗੇ, ਕੰਮ ਕਰਵਾ ਕੇ ਤੇ ਵੇਖੋ। ਮੱਖੂ ਸਾਹਿਬ ਜਾਤ ਦੀ ਗੱਲ ਕਰ ਰਹੇ ਨੇ। ਹਾਂਜੀ, ਮੱਖੂ ਸਾਹਿਬ ਜਾਤ ਦੀ ਗੱਲ ਕਰ ਰਹੇ ਨੇ, ਇੱਕ ਸਿੱਖ। ਨਹੀਂ, ਜਾਤ ਦੀ ਗੱਲ ਨਹੀਂ ਕਰਦਾ ਪਿਆ। ਜਾਤ ਟੁੱਟੇਗੀ, ਜਾਤ ਖਤਮ ਹੋਵੇਗੀ ਇਹਦੇ ਨਾਲ। ਜਾਤ ਨੂੰ ਬੜਾਵਾ ਕਿਹਨੇ ਦਿੱਤਾ? ਚਲੋ ਇੱਕ ਚੀਜ਼ ਦੱਸੋ, ਆਪਣਾ ਇਸ ਵੇਲੇ ਦੀ ਆਪਾਂ ਗੱਲ ਕਰੀਏ ਜੀ, ਜਿਸ ਮੁਲਕ ਦੇ ਵਿੱਚ ਰਹਿ ਰਹੇ ਹਾਂ ਇਹ ਇੰਨੀ ਪਿੱਛੇ ਕਿਉਂ ਹੈ? ਇਸ ਤੋਂ ਬਾਅਦ ਆਜ਼ਾਦ ਹੋ ਕੇ ਚਾਈਨਾ ਪੂਰੇ ਵਿਸ਼ਵ ਦੇ ਵਿੱਚ ਛਾਇਆ ਪਿਆ, ਠੀਕ ਹੈ ਜੀ। ਜੇ ਆ ਸਾਡੇ ਕੋਲ ਆਈਫੋਨ ਵੀ ਪਿਆ ਹੋਇਆ ਤੇ ਅਸੈਂਬਲ ਚਾਈਨਾ ਦਾ ਹੈ, ਠੀਕ ਹੈ ਜੀ। ਜੇ ਇੱਥੇ ਆਪਾਂ ਮੋਟਰ ਤੇ ਬੈਠੇ ਆ ਤੇ 2 4 5 ਚੀਜ਼ਾਂ ਸਾਨੂੰ ਮਿਲ ਜਾਣਗੀਆਂ ਜਿਹੜੀਆਂ ਮੇਡ ਇਨ ਚਾਈਨਾ ਹੋਣਗੀਆਂ। ਔਰ ਦੇਸ਼ ਇੰਨੀ ਤਰੱਕੀ ਕਿਉਂ ਕਰ ਗਏ? ਸਾਡੇ ਤੋਂ ਬਾਅਦ ਆਜ਼ਾਦ ਹੋ ਕੇ ਤਰੱਕੀ ਕਿਉਂ ਕਰ ਗਏ? ਅਸੀਂ ਕਿੱਥੇ ਬੈਠੇ ਹੋਏ ਆ? ਸਭ ਤੋਂ ਵੱਡਾ ਫੈਕਟਰ ਕੰਮ ਕਰਦਾ ਪਿਆ ਸਾਡਾ ਜਾਤੀਵਾਦ ਦੇ ਵਿੱਚ। ਜਿੰਨੀ ਦੇਰ ਤੱਕ ਜਾਤੀਵਾਦ ਨੂੰ ਤੁਸੀਂ ਖਤਮ ਨਹੀਂ ਕਰ ਦਿੰਦੇ, ਦੇਸ਼ ਕਦੀ ਵੀ ਤਰੱਕੀ ਨਹੀਂ ਕਰੇਗਾ। ਜਾਤੀਵਾਦ ਦੇ ਵਿੱਚ, ਜਾਤੀਵਾਦ ਕੱਲਾ ਬੰਦਿਆਂ ਦੇ ਵਿੱਚ ਨਹੀਂ, ਜਾਤੀਵਾਦ ਰੁੱਖਾਂ ਦੇ ਵਿੱਚ ਵੀ ਕਰ ਦਿੱਤਾ ਗਿਆ। ਪਿੱਪਲ ਨੂੰ ਕਿਹੜੀ ਕੈਟਾਗਰੀ ਦੇ ਵਿੱਚ ਗਿਣਿਆ ਗਿਆ, ਬੇਰੀ ਨੂੰ ਕਿਹੜੇ ਕੈਟਾਗਰੀ ਦੇ ਵਿੱਚ ਕਰ ਦਿੱਤਾ, ਨਦੀਆਂ ਦੇ ਵਿੱਚ ਵੀ ਕਰ ਦਿੱਤਾ ਗਿਆ, ਗੰਗਾ ਨੂੰ ਬੜੀ ਪਵਿੱਤਰ ਮਾਂ ਮੰਨ ਦਿੱਤਾ ਗਿਆ, ਬਾਕੀ ਕਿੱਥੇ ਰੱਖੀਆਂ ਗਈਆਂ। ਇਸ ਜਿਹੜੀ ਕੈਟਾਗਰੀ ਬਣਾਈ ਗਈ ਹੈ, ਮੈਂ ਕਹਿੰਦਾ ਵੀ ਇਸ ਕੈਟਾਗਰੀ ਨੇ ਸਾਡਾ ਬਹੁਤ ਵੱਡੇ ਪੱਧਰ ਦੇ ਉੱਪਰ ਨੁਕਸਾਨ ਕੀਤਾ ਆ। ਜਦੋਂ ਅਸੀਂ ਇਕੱਠੇ ਹੋਵਾਂਗੇ ਤੇ ਇਹਦੇ ਨਾਲ ਕਈ ਪ੍ਰਕਾਰ ਦਾ, ਗੁਰੂ ਸਾਹਿਬ ਨੇ ਜਿਹੜੀ ਗੱਲ ਕਹੀ ਸੀ, ਜਾਣ ਹੋ ਜੋਤ ਨਾ ਪੁੱਛੋ ਜਾਤੀ, ਵੀ ਕਿਸੇ ਦੇ ਵਿੱਚ ਵੀ ਤੁਸੀਂ ਪ੍ਰਮਾਤਮਾ ਦੀ ਜੋਤ ਜਾਣੋ, ਕਿਸੇ ਦੀ ਜਾਤ ਪੁੱਛੋ ਹੀ ਨਾ। ਹੁਣ ਜਦੋਂ ਆਹ ਚੀਜ਼ਾਂ ਜਿਹੜੀਆਂ ਨੇ, ਗੁਰੂ ਸਾਹਿਬ ਦਾ ਸਿਧਾਂਤ ਆਵੇਗਾ, ਅੰਬੇਦਕਰੀ ਵਿਚਾਰਧਾਰਾ ਵਿਪਰਵਾਦ ਦੇ ਖਿਲਾਫ ਹੈ, ਮੰਨ ਕੇ ਚੱਲਿਆ ਜੇ। ਜਾਤ ਪਾਤ ਦਾ ਬੀਜ ਨਾ ਸੇ ਕਿਤਾਬਾਂ ਕਦੀ ਪੜ੍ਹ ਕੇ ਵੇਖ ਲਿਆ ਜੇ, ਅੰਬੇਦਕਰ ਸਾਹਿਬ ਦੇ ਵਾਲੀਅਮ ਪੜ੍ਹ ਕੇ ਦੇਖ ਲਿਆ ਜੇ, ਗੁਰਬਾਣੀ ਨੂੰ ਪੜ੍ਹ ਕੇ ਵੇਖੋ, ਵਿਪਰਵਾਦ ਦੇ ਖਿਲਾਫ ਹੈ। ਹੁਣ ਜਦੋਂ ਦੋ ਵਿਚਾਰਾਂ ਇਕੱਠੀਆਂ ਹੋਣਗੀਆਂ ਨਾ, ਤੇ ਦੋ ਵਿਚਾਰਾਂ ਇਕੱਠੀਆਂ ਹੋਣ ਨਾਲ ਕੁਝ ਚੰਗੇ ਸੰਕੇਤ ਆਉਣਗੇ। ਇਹ ਚੀਜ਼ ਨੂੰ ਸਮਝਣਾ ਪੈਣਾ। ਬਾਕੀ ਰਹੀ ਗੱਲ ਜਿਹੜੀ ਬੇਅਦਬੀਆਂ ਦੀ, ਬੇਅਦਬੀਆਂ ਦੇ ਹੱਕ ਦੇ ਵਿੱਚ ਨਾ ਕਦੀ ਭੁਗਤਿਆ ਮੈਂ, ਨਾ ਭੁਗਤਾਂਗਾ। ਤੇ ਮੈਨੂੰ ਦੱਸੋ, ਮੈਂ ਅਕਾਲੀ ਦਲ ਦੇ ਹੱਕ ਦੇ ਵਿੱਚ ਵੋਟ ਕਿਦਨ ਮੰਗਣ ਗਿਆ ਮੈਂ ਜੀ? ਦੱਸੋ। ਵੋਟ ਸਰ ਨਹੀਂ ਮੰਗਣ, ਮੇਰੇ ਤੇ ਡੋਰੇ, ਮੇਰੇ ਤੇ ਸਭ ਤੋਂ ਵੱਧ ਨੁਕਸਾਨ ਮੇਰਾ ਹੋਇਆ, ਸਭ ਤੋਂ ਵੱਧ ਨੁਕਸਾਨ ਮੇਰਾ ਹੋਇਆ। ਹੁਣ ਤੁਸੀਂ ਪੁੱਛੋਗੇ ਵੀ ਉਹ ਕਿਵੇਂ? ਕਿਸੇ ਵੀ ਇਤਿਹਾਸਿਕ ਗੁਰਦੁਆਰੇ ਦੇ ਵਿੱਚ ਹਰਪ੍ਰੀਤ ਸਿੰਘ ਮਖੂ ਨੂੰ ਕਥਾ ਕਰਦੇ ਵੇਖਿਆ? ਜਿਹੜੇ STPC ਦੇ ਅੰਡਰ ਨੇ, ਹਰਪ੍ਰੀਤ ਸਿੰਘ ਮਖੂ ਨੂੰ ਉੱਥੇ ਕਥਾ ਨਹੀਂ ਕਰਨ ਦਿੰਦੇ, ਲੈਕਚਰ ਨਹੀਂ ਕਰਨ ਦਿੰਦੇ। ਮੰਜੀ ਸਾਹਿਬ ਤੋਂ ਕਦੀ ਮੈਨੂੰ ਸੁਣਿਆ? ਬੰਗਲਾ ਸਾਹਿਬ ਤੋਂ ਕਦੀ ਮੈਨੂੰ ਸੁਣਿਆ? ਨਹੀਂ। ਮੈਨੂੰ ਦੱਸੋ ਵੀ ਮੇਰੇ ਵਿੱਚ ਘਾਟ ਕੀ ਹੈ? ਫਿਰ ਵੀ ਗਿਣੇ ਚੁਣੇ ਪ੍ਰਚਾਰਕਾਂ ਦੇ ਵਿੱਚੋਂ ਨਾਮ ਆਉਂਦਾ, ਪਰ ਹਰਪ੍ਰੀਤ ਸਿੰਘ ਮਖੂ ਦੀ ਸਿਲੈਕਸ਼ਨ ਉੱਥੇ ਨਹੀਂ ਹੁੰਦੀ। ਕਾਰਨ ਕੀ ਹੈ? ਜੇ ਬਾਦਲਾਂ ਨਾਲ ਜੱਫੀ ਪਾਈ ਹੋਵੇਗੀ ਤੇ ਮੇਰੀ ਬੜੇ ਆਰਾਮ ਨਾਲ ਮੇਰੀ ਐਂਟਰੀ ਪੈਣੀ ਹੈ। ਉਹਨਾਂ ਕਹਿੰਦਾ ਮਖੂ ਸਾਹਿਬ ਹਰ ਇਸ਼ਤਿਹਾਰ ਤੇ ਤੁਹਾਡਾ ਨਾਮ ਕੌਣ ਹੈ? ਤੁਸੀਂ ਉਸ ਚੀਜ਼ ਨੂੰ ਕਿਉਂ ਨਹੀਂ ਵੇਖਦੇ ਪਏ? ਜੇ ਬਾਦਲਾਂ ਨਾਲ ਮੇਰੀ ਗੱਠਜੋੜ ਹੁੰਦਾ ਤੇ 328 ਸਰੂਪਾਂ ਦੇ ਮਾਮਲੇ ਦੇ ਵਿੱਚ ਉਹਨਾਂ ਦੇ ਬਿਲਕੁਲ ਬੂਹੇ ਦੇ ਅਗਲੇ ਪਾਸੇ ਮੈਂ ਧਰਨਾ ਲਾਉਂਦਾ ਯਾਰ। ਬਾਕੀ ਵੀ ਬੜੇ ਪ੍ਰਚਾਰਕ ਸੀ, ਹੋਰ ਨਹੀਂ ਗਏ, ਮੈਂ ਹੀ ਕਿਉਂ ਗਿਆ ਵਾਂ? ਔਰ ਮੈਂ ਅੱਜ ਵੀ ਕਹਿ ਰਿਹਾ ਵਾਂ, ਬੇਅਦਬੀਆਂ ਦੇ ਦੋਸ਼ੀ ਨੂੰ ਸਜ਼ਾ ਘੱਟ ਨਹੀਂ ਮਿਲਣੀ ਚਾਹੀਦੀ। ਬੇਅਦਬੀਆਂ ਦੇ ਦੋਸ਼ੀ ਨੂੰ ਉਹ ਸਜ਼ਾ ਮਿਲੇ ਵੀ ਦੁਬਾਰਾ ਕੋਈ ਬੇਅਦਬੀਆਂ ਕਰਨ ਦਾ
ਹੀਆ ਹੀ ਨਾ ਕਰ ਸਕੇ। ਮਤਲਬ ਤੁਸੀਂ ਪੋਲੀਟੀਕਲੀ ਗੱਲ ਕਰੀਏ ਕਿ ਮੱਖੂ ਸਾਹਿਬ ਖੁਦ ਸਿਆਸਤ ਦੇ ਵਿੱਚ ਨਹੀਂ ਆਉਣਗੇ, ਨਾ ਕਿਸੇ ਪਾਰਟੀ ਦੀ ਹਮਾਇਤ ਕਰਨਗੇ, ਪਰ ਇੱਕ ਮੇਰਾ ਸਰ ਸਵਾਲ ਪੂਰਾ ਹੋ ਲੈਣ ਦਿਓ, ਮੇਰਾ ਸਵਾਲ ਪੂਰਾ ਹੋ ਲੈਣ ਦਿਓ, ਮੇਰੀ ਗੱਲ ਫਿਰ ਮੇਰਾ ਸਵਾਲ ਪੂਰਾ, ਚਲੋ ਮੇਰੀ ਗੱਲ ਸੁਣੋ। ਤੁਸੀਂ ਬਾਰ-ਬਾਰ ਕਹਿ ਰਹੇ ਹੋ ਵੀ ਹਰਪ੍ਰੀਤ ਸਿੰਘ ਮੱਖੂ ਸਿਆਸਤ ਵਿੱਚ ਨਹੀਂ ਆਉਣਗੇ। ਹਰਪ੍ਰੀਤ ਸਿੰਘ ਮੱਖੂ ਨੂੰ ਸਿਆਸਤ ਦੇ ਵਿੱਚ ਭੱਬੂ ਪੈਂਦੇ ਨੇ, ਦੱਸੋ ਜੇ ਹਰਪ੍ਰੀਤ ਸਿੰਘ ਮੱਖੂ ਸਿਆਸਤ ਵਿੱਚ ਆਏਗਾ ਮੈਨੂੰ ਭੱਬੂ ਪੈਂਦੇ ਨੇ? ਹੋ ਸਕਦਾ ਮੈਂ ਇਹਨਾਂ ਤੋਂ ਤਾਂ ਵਧੀਆ ਸਿਆਸਤ ਕਰ ਲੂੰਗਾ ਫਿਰ, ਜੇ ਇੱਕ ਪਲ ਤੁਸੀਂ ਇੱਕ ਸਿੱਖ ਪ੍ਰਚਾਰਕ ਹੋ, ਸਿੱਖ ਪ੍ਰਚਾਰਕ ਸਿਆਸਤ ਸਿੱਖੀ ਦੀ ਸਿਆਸਤ ਕਰ ਸਕਦੇ ਨੇ, ਰਾਜਨੀਤਿਕ ਮੁੱਦੇ ਇਸ ਤੇ ਇੱਕ ਸਿੱਖ ਪ੍ਰਚਾਰਕ ਨਾਲ ਬੇੜਾ ਗਰਕ ਕੀ ਇਸ ਵਿਚਾਰਧਾਰਾ ਨੇ ਕੀਤਾ। ਇਸ ਵਿਚਾਰਧਾਰਾ ਨੇ ਸਭ ਤੋਂ ਵੱਡਾ ਬੇੜਾ ਗਰਕ ਕੀਤਾ ਹੈ ਵੀ ਪ੍ਰਚਾਰਕ ਤੇ ਰਾਜਨੀਤੀ ਦੇ ਵਿੱਚ ਅਸੀਂ ਇਹ ਚੀਜ਼ ਨੂੰ ਕਿਉਂ ਸਮਝਦੇ ਪਏ ਹਾਂ ਵੀ ਪ੍ਰਚਾਰਕ ਰਾਜਨੀਤੀ ਨਹੀਂ ਕਰ ਸਕਦਾ। ਸੰਤ ਬਾਬਾ ਪ੍ਰੇਮ ਸਿੰਘ ਮਰਾਲੇ ਵਾਲੇ MLA ਨਹੀਂ ਰਹੇ, ਬੋਲੋ ਬਈ, ਹੈਨਾ? ਸਾਨੂੰ ਇਹ ਦੇਖਣਾ ਪਏਗਾ ਵੀ ਤੁਸੀਂ ਕਿਹੋ ਜਿਹੀ ਰਾਜਨੀਤੀ ਕਰਦੇ ਹੋ। ਰਾਜਨੀਤੀ, ਰਾਜ ਨੂੰ ਚਲਾਉਣ ਦਾ ਢੰਗ ਤੁਸੀਂ ਕਿਸ ਤਰੀਕੇ ਨਾਲ ਚੱਲਦੇ ਪਏ ਹੋ ਸਕਦਾ ਮੈਂ ਬਾਕੀਆਂ ਤੋਂ ਬੈਟਰ ਕਰਕੇ ਵਿਖਾ ਦਿਆਂ, ਮੰਨ ਲਓ ਅਜੇ ਮੇਰੇ ਕੋਲ ਪਲਾਨ ਨਹੀਂ ਹੈ ਕਿਤੇ ਮੈਨੂੰ ਅੱਜ ਸਰਟੀਫਿਕੇਟ ਨਾ ਦੇ ਦਿਆ ਜੇ, ਚਲੋ ਇੱਕ ਪਲ ਦੇ ਲਈ। ਦੂਜੀ ਗੱਲ ਤੁਸੀਂ ਕੀਤੀ ਹੈ ਪਾਰਟੀ ਦੀ, ਮੈਂ ਪਾਰਟੀਆਂ ਦੀ ਹਮਾਇਤ ਨਹੀਂ ਕਰਦਾ, ਮੈਂ ਕੈਂਡੀਡੇਟ ਹਮਾਇਤੀ ਹਾਂ। ਜੇ 4 5 10 ਬੰਦੇ ਵੀ ਚੰਗੇ ਚਲੇ ਜਾਂਦੇ ਵਿਧਾਨ ਸਭਾ ਦੇ ਵਿੱਚ, ਕੋਈ 10 ਬੰਦੇ ਚਲੇ ਜਾਂਦੇ ਆ ਲੋਕ ਸਭਾ ਦੇ ਵਿੱਚ, ਤੇ ਬਾਈ ਜੀ ਬੇਅਦਬੀਆਂ ਦਾ ਜਿਹੜਾ ਇੱਥੇ ਟਾਹਰਾ ਮਾਰੀ ਜਾਂਦੇ ਆ, ਹੁਣ ਸਾਰੀ ਜ਼ਿੰਦਗੀ ਸੜਕਾਂ ਹੀ ਜਾਮ ਕਰੀ ਜਾਣੀਆਂ ਨੇ, ਥਾਣਿਆਂ ਤੇ ਬਾਰੀ ਕਰੀ ਜਾਣਾ। ਸਾਡੇ ਆਪਣੇ 5 MP ਹੋਣਗੇ ਤੇ ਸਾਡੀ ਜਿਹੜੀ ਆਵਾਜ਼ ਹੈ ਇੱਕ SHO ਨੂੰ ਸੁਣਾਈ ਜਾਣੀ ਹੈ, ASA ਨੂੰ ਸੁਣਾਈ ਜਾਣੀ ਹੈ। ਕਈ ਵਾਰੀ ਇੱਕ ਮੁਨਸ਼ੀ ਸਾਰਾ ਦਿਨ ਧੁੱਪ 'ਚ ਬਾਈ ਰੱਖਦਾ ਹੈ, ਪੁੱਛ ਕੇ ਵੇਖੋ ਇਹਨਾਂ ਵੀਰਾਂ ਨੂੰ, ਇੱਕ ਮੁਨਸ਼ੀ ਸਾਰਾ ਦਿਨ ਧੁੱਪ ਦੇ ਬਾਹਰ ਬਾਈ ਰੱਖਦਾ ਹੈ। ਹਾਂਜੀ ਕੋਈ ਨਹੀਂ, ਕਰਦੇ ਹਾਂ ਜੀ, ਸੁਣਦੇ ਹਾਂ ਜੀ, ਕੋਈ ਨਹੀਂ, ਮੰਗ ਪੱਤਰ ਦੇ ਦਿਓ। ਸਾਡੀ ਆਵਾਜ਼ ਬਾਈ ਜੀ ਸਾਡੇ ਆਪਣੇ ਬੰਦੇ ਹੋਣਗੇ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੀ ਪਹਿਲੀ ਦੀ ਗੱਲ ਹੱਥ ਜੋੜ ਕੇ ਕਹਿਣਾ ਬੇਅਦਬੀ ਹੋਵੇ ਹੀ ਨਾ। ਜੇ ਇਹੋ ਜਿਹਾ ਹਾਦਸਾ ਵਾਪਰ ਜਾਂਦਾ ਹੈ ਤੇ ਬਾਈ ਜੀ ਗੱਲ ਜਿਹੜੀ ਹੈ ਨਾ ਉਹ ਫਿਰ ਸਿਰਫ ਥਾਣੇ ਦੇ ਗੇਟ ਮੂਹਰੇ ਨਹੀਂ ਹੋਣੀ, ਉਹ ਫਿਰ ਕਿੱਥੇ ਹੋਵੇਗੀ? ਉਹ ਸਿੱਧੀ ਜਾ ਕੇ ਪਾਰਲੀਮੈਂਟ ਦੇ ਵਿੱਚ ਹੋਵੇਗੀ ਵੀ ਪੰਜਾਬ ਦੇ ਵਿੱਚ ਆ ਘਟਨਾ ਵਾਪਰ ਗਈ ਹੈ। ਮੈਂ ਆਹ ਸੋਚ ਦਾ ਹਾਮੀ ਹਾਂ। ਜੇ ਮੇਰੀ ਇਹ ਸੋਚ ਘੱਟ ਪੜ੍ਹਿਆਂ ਲਿਖਿਆਂ ਵਾਲੀ ਹੈ, ਮੇਰੀ ਸੋਚ ਮਾੜੀ ਹੈ, ਤੇ ਮੈਨੂੰ ਜਿੱਥੇ ਮਰਜ਼ੀ ਰੱਖ ਦਿਓ। ਮੈਂ ਤਾਂ ਕਹਿੰਦਾ 5 ਬੰਦੇ ਅੱਗੇ ਆਉਣੇ ਚਾਹੀਦੇ ਨੇ। ਤੁਸੀਂ ਪਹਿਲਾਂ ਗੱਲ ਕੀਤੀ ਹੈ ਗੁਰੂ ਗ੍ਰੰਥ ਸਾਹਿਬ ਮੇਰੇ ਲਈ ਸਭ ਕੁਝ ਨੇ, ਮੇਰੇ ਇਸ਼ਟ ਨੇ, ਪਰ ਲੋਕੀ ਕਹਿੰਦੇ ਕਿ ਗੁਰੂ ਗ੍ਰੰਥ ਸਾਹਿਬ ਦਾ ਸਭ ਤੋਂ ਵੱਡਾ ਭਗੌੜਾ ਹੀ ਹਰਪ੍ਰੀਤ ਸਿੰਘ ਮੱਖੂ ਆ। ਜਦੋਂ 328 ਸਰੂਪ ਗਾਇਬ ਹੋ ਜਾਂਦੇ ਨੇ, SGPC ਦੇ ਉੱਪਰ ਇਲਜ਼ਾਮ ਲੱਗਦੇ ਨੇ, ਸੰਗਤ ਵੱਲੋਂ ਧਰਨਾ ਲਾਇਆ ਜਾਂਦਾ ਹੈ, ਹਰਪ੍ਰੀਤ ਸਿੰਘ ਮੱਖੂ ਗਾਇਬ ਹੋ ਗਏ, ਭੱਜ ਗਏ। ਚਲੋ ਮੈਂ ਇਹ ਗੱਲ ਪੁੱਛਦਾ ਮਾਂ, ਦਰਬਾਰ ਸਾਹਿਬ ਚਾਰ ਚੁਫੇਰੇ ਕੈਮਰੇ ਲੱਗੇ ਹੋਏ ਨੇ ਜੀ, ਠੀਕ ਹੈ ਜੀ, 4 ਚੁਫੇਰੇ ਕੈਮਰੇ ਲੱਗੇ ਹੋਏ ਨੇ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਮੇਰੀ ਬਣਦੀ ਤਾਂ ਨਹੀਂ? ਸਰ ਤੁਸੀਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਰਕੇ ਥੋੜਾ ਜਾਣਾ, ਤੁਸੀਂ ਨੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਰਕੇ ਜਾਣਾ। ਗੱਲ ਕੈਮਰੇ ਕਿੰਨੇ ਲਾਏ ਆ? ਕੈਮਰੇ ਕਿੰਨੇ ਲਾਏ ਆ? ਤੁਸੀਂ ਨੇ ਤਾਂ ਜਾਣਾ ਨਾ, ਕੈਮਰਿਆਂ ਦਾ ਰਿਕਾਰਡ ਤੇ ਦੇਖ ਲਓ ਮੱਖੂ ਭੱਜਿਆ ਕਿ ਨਹੀਂ ਭੱਜਿਆ। ਤੁਸੀਂ ਤਾਂ ਆਵਾਜ਼ ਚੱਕੋ ਨਾ ਉਹਨਾਂ ਦੀ। ਚਲੋ ਇੱਕ ਹੁਣ ਮੇਰੀ ਗੱਲ ਕੰਪਲੀਟ ਹੋ ਜਾਣ ਦਿਓ। ਜੀ ਜੀ। ਹਰਪ੍ਰੀਤ ਸਿੰਘ ਮੱਖੂ 328 ਸਰੂਪਾਂ ਦਾ ਭਗੌੜਾ, ਠੀਕ ਤੁਹਾਡਾ ਆ ਸਵਾਲ ਹੈ ਨਾ, ਹੁਣ ਮੈਨੂੰ ਰਿਪਲਾਈ ਦੇਣ ਦਿਓ। ਜੇ ਰਿਪਲਾਈ ਤੋਂ ਬਾਅਦ ਤੁਸੀਂ ਭਗੌੜਾ ਕਹਿੰਦੇ ਹੋ ਤਾਂ ਮੈਂ ਤਾਂ ਵੀ ਝੋਲੀ 'ਚ ਪਵਾ ਕੇ ਲੈ ਜਾਵਾਂਗਾ। ਜੇ ਤੁਸੀਂ ਕਹਿੰਦੇ ਹੋ ਨਹੀਂ ਭਗੌੜਾ, ਮੈਂ ਤਾਂ ਵੀ ਝੋਲੀ ਪਵਾ ਕੇ ਲੈ ਜਾਵਾਂਗਾ। ਸਰਟੀਫਿਕੇਟ ਦਾ ਤੁਸੀਂ ਮੈਨੂੰ ਦੇਣਾ ਨਾ, ਮੈਂ ਤੁਹਾਨੂੰ ਦੇਣਾ। ਬਿਲਕੁਲ ਜੱਜਮੈਂਟ ਕਰਨੀ ਹੈ ਸੰਗਤ ਨੇ, ਜੱਜਮੈਂਟ ਕਰਨੀ ਹੈ ਲੋਕਾਂ ਨੇ। ਸੰਗਤ ਕੀ ਫੈਸਲਾ ਦਿੰਦੀ ਹੈ ਉਹ ਗੱਲਾਂ ਬਾਅਦ ਦੀਆਂ ਆ ਗਈਆਂ। ਇੱਕ ਚੀਜ਼ ਮੈਨੂੰ ਦੱਸੋ, 328 ਸਰੂਪਾਂ ਦਾ ਜਦੋਂ ਮੋਰਚਾ ਲੱਗਾ ਉਦੋਂ ਕਿੰਨੇ ਕੁ ਪ੍ਰਚਾਰਕ ਗਏ? ਬੋਲੋ ਕਿੰਨੇ ਪ੍ਰਚਾਰਕ? ਜੇਕਰ ਉਹ ਨਹੀਂ ਗਏ ਤਾਂ ਮੱਖੂ ਸਾਹਿਬ ਦਾ ਜਾਣਾ ਬਣਦਾ ਸੀ ਨਾ। ਜੇ ਤੁਸੀਂ ਉਹਨਾਂ ਦੀ ਇੱਕ ਤੁਹਾਡਾ ਹੁੰਦਾ ਕਿ ਮੱਖੂ ਸਾਹਿਬ ਅਲੱਗ ਇਹ ਗੱਲ ਕਹੀ ਵੀ ਮੱਖੂ ਸਾਹਿਬ ਦਾ ਜਾਣਾ ਬਣਦਾ ਸੀ ਜਾਣਾ ਤੇ ਸਾਰਿਆਂ ਦਾ ਬਣਦਾ ਸੀ। ਮੱਖੂ ਸਾਹਿਬ ਤੇ ਕੋਈ ਵੱਖਰੀ ਰਹਿਤ? ਮੇਰਾ ਸਵਾਲ ਮੱਖੂ ਸਾਹਿਬ ਨੂੰ, ਜਦੋਂ ਹੋਰ ਪ੍ਰਚਾਰਕ ਮੇਰੇ ਸਾਹਮਣੇ ਆ ਗਏ ਇਹੀ ਸਵਾਲ ਮੈਂ ਉਹਨਾਂ ਨੂੰ ਕਰੂੰਗਾ। ਹਾਲ ਦੀ ਘੜੀ ਮੇਰਾ ਮੱਖੂ ਸਾਹਿਬ ਨੂੰ ਸਵਾਲ ਹੈ। ਹੁਣ ਬੜੇ ਧਿਆਨ ਦੇ ਕੇ ਸੁਣਿਆ ਜੀ। ਮੇਰੇ ਘਰ ਦੇ ਵਿੱਚ ਆਏ ਆਪਣੇ ਖੋਸਾ ਜੀ, ਸੁਖਜੀਤ ਸਿੰਘ ਖੋਸਾ ਜੀ, ਤੇ ਆਏ ਇੱਕ ਦਿਨ ਰਾਤ ਨੂੰ 10 ਵਜੇ ਮੈਨੂੰ ਕਹਿੰਦੇ ਬੂਹਾ ਖੜਕਿਆ ਤੇ ਮੈਂ ਦਰਵਾਜ਼ਾ ਖੋਲਿਆ ਤੇ ਮੈਂ ਕਿਹਾ ਹਾਂਜੀ ਖੋਸਾ ਸਾਹਿਬ ਰਾਤ ਨੂੰ ਕਿਵੇਂ? ਕਹਿੰਦੇ ਵੀ ਪਰਸੋਂ ਮੋਰਚਾ ਲਾਉਣਾ, ਸਾਡੀ ਸਤਕਾਰ ਕਮੇਟੀਆਂ ਦੀ ਮੀਟਿੰਗ ਹੋ ਗਈ ਹੈ ਤੇ ਮੋਰਚਾ ਵੀ ਲਾਉਣਾ ਸ਼੍ਰੋਮਣੀ ਕਮੇਟੀ ਦਫ਼ਤਰ ਦੇ ਸਾਹਮਣੇ, ਇੱਕ ਨਵਾਂ ਜੋੜਾ ਘਰ ਬਣਦਾ ਪਿਆ, ਉੱਥੋਂ ਮੋਰਚਾ ਜਿਹੜਾ ਆਪਾਂ ਆਰੰਭਤਾ ਕਰ ਦੇਣੀ ਹੈ। ਮੈਂ ਕਿਹਾ ਜੀ ਡਨ ਹੋ ਗਿਆ, ਜਗ੍ਹਾ ਵੇਖਿਆ? ਉਹ ਕਹਿੰਦੇ ਸਾਰਾ ਕੁਝ ਵੇਖਿਆ ਆ। ਮੈਂ ਕਿਹਾ ਜੀ ਪੱਕਾ ਹੋ ਗਿਆ? ਕਹਿੰਦੇ ਹੋ ਗਿਆ ਜੀ। ਮੈਂ ਕਿਹਾ ਠੀਕ ਹੈ ਜੀ, ਮੇਰੇ ਲਈ ਹੁਕਮ ਦੱਸੋ ਕੀ ਹੈ? ਮੈਂ ਕਵਰੇਜ ਕਰਨਾ ਵਾ? ਸਵਾਲ ਹੈ ਨਾ ਇੱਕ ਜੀ। ਬਿਲਕੁਲ ਭਾਜੀ, ਮਾਈਕ ਲੈ ਕੇ ਜਾਣਾ ਬੜਾ ਸੌਖਾ ਹੈ। ਮਾਈਕ ਲੈ ਕੇ ਅਗਲੇ ਕਹਿੰਦੇ ਕਵਰੇਜ ਕਰਨਾ ਆ। ਬੰਦਾ ਕੀ ਕਹਿੰਦਾ? ਕਹਿੰਦਾ ਤੁਸੀਂ ਵੀ ਜਵਾਬ ਦੇ ਦਿਓ, ਤੁਸੀਂ ਵੀ ਜਵਾਬ ਦੇ ਦਿਓ। ਪਰ ਇੱਕ ਧਿਰ ਬਣ ਕੇ ਜਾਣਾ ਸਭ ਤੋਂ ਔਖਾ ਹੁੰਦਾ ਹੈ, ਉਦੋਂ ਧਿਰ ਬਣ ਕੇ ਜਾਣਾ। ਮੈਂ ਕਿਹਾ ਖੋਸਾ ਸਾਹਿਬ, ਜਿੱਥੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਇਨਸਾਫ ਦੀ ਗੱਲ ਆਵੇਗੀ ਮੈਂ ਡਟ ਕੇ ਸਾਥ ਦਿਆਂਗਾ। ਅਸੀਂ ਦੋਵੇਂ ਭਰਾ ਤੁਹਾਡੇ ਨਾਲ ਜਾਵਾਂਗੇ। ਇੱਕ ਨਹੀਂ ਮੈਂ ਕਿਹਾ ਵੀ ਜਾਂ ਮੈਂ ਚਲਾ ਜਾਵਾਂਗਾ ਹਰਪਾਲ ਸਿੰਘ ਜੀ ਮੇਰੇ ਤੇ ਪਰਚੇ ਹੋ ਗਏ ਤੇ ਤੂੰ ਸਾਂਭ ਲਈ ਮੇਰਾ ਵੀਰ, ਹਨਾ। ਉਹ ਕੱਚੀਆਂ ਜਿਹੀਆਂ ਗੱਲਾਂ ਕਰਕੇ ਨਹੀਂ ਗਏ, ਜਦਕਿ ਪਾਲਿਸੀ ਦਾ ਇਹ ਹਿੱਸਾ ਹੋਣਾ ਚਾਹੀਦਾ ਸੀ। ਪਰ ਮੈਂ ਕਿਹਾ ਕੋਈ ਗੱਲ ਨਹੀਂ ਜੀ, ਅਸੀਂ ਹਾਜ਼ਰ ਹਾਂ। ਅਗਲੇ ਦਿਨ ਅਸੀਂ ਉੱਥੇ ਗਏ, ਰੌਲਾ ਰੱਪਾ ਪਿਆ। ਰੌਲਾ ਰੱਪਾ ਤੋਂ ਬਾਅਦ ਗੇਟ ਦੇ ਅਗਲੇ ਪਾਸੇ ਬੈਠੇ ਆ, ਗੇਟ ਦੇ ਅਗਲੇ ਪਾਸੇ ਬੈਠੇ ਆ। ਇਹਨਾਂ ਨੇ ਸਾਡੇ ਨਾਲ ਮੀਟਿੰਗ ਕੀਤੀ ਹੈ। ਮੀਟਿੰਗ ਦਾ ਜੋ ਅੰਦਰ ਹੋਇਆ ਸੰਗਤ ਤੋਂ ਬਾਹਰ ਆ ਕੇ ਸੁਣਾਤਾ, ਡਟ ਕੇ ਆਪਾਂ ਬਹਿ ਗਏ। ਮੈਂ ਇੱਕੋ ਗੱਲ ਕਹੀ ਸੀ, ਮੈਂ ਕਿਹਾ ਮਿੱਤਰ ਪਿਆਰਿਓ, ਤੁਹਾਡੀ ਨਾਂ ਤੇ ਮੈਂ 7 ਮੈਂਬਰੀ ਵਿੱਚ ਆ
ਨਾ ਮੈਂ 13 ਮੈਂਬਰੀ ਵਿੱਚ ਆ, ਮੈਂ ਤੇ ਕਿਸੇ ਮੈਂਬਰੀ ਦੇ ਵਿੱਚ ਨਹੀਂ ਨਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਕਰਕੇ ਮੈਂ ਡਟ ਕੇ ਸਾਥ ਦਿਆਂਗਾ। ਮੈਨੂੰ ਬਾਹਰ ਅੰਦਰ ਕੰਮਾਂ ਤੇ ਵੀ ਜਾਣਾ ਪੈਣਾ, ਮੈਂ ਫੇਰ ਕੰਮਾਂ ਤੋਂ ਇੱਥੇ ਆ ਜਾ ਕਰਾਂਗਾ। ਮੈਂ 2 ਦਿਨ ਹੋ ਸਕਦਾ ਨਾ ਆਵਾਂ, ਤੀਜੇ ਦਿਨ ਆ ਜਾ, ਹੋ ਸਕਦਾ 3 ਦਿਨ ਨਾ ਆਇਆ ਜਾਵੇ, ਚੌਥੇ ਦਿਨ ਆ ਜਾ, ਪਰ ਮੈਂ ਤੁਹਾਡਾ ਹਮੈਤੀ ਹਾਂ, ਤੁਹਾਡੇ ਨਾਲ ਖੜਾ ਵਾਂ। ਡਟ ਕੇ ਉੱਥੇ ਬੋਲਦੇ ਰਹੇ, ਸੁਣਦੇ ਜਾਣਾ। ਉਸ ਤੋਂ ਬਾਅਦ ਕੀ ਹੋ ਜਾਂਦਾ ਆ, ਉਸ ਤੋਂ ਬਾਅਦ ਸ਼੍ਰੋਮਣੀ ਕਮੇਟੀ ਨਾਲ ਥੋੜੀ ਤਲਖੀ ਹੁੰਦੀ ਹੈ, ਮੈਂ ਫਿਰ ਉੱਥੇ ਹਾਜ਼ਰ ਹੋ ਜਾਣਾ। ਜਦੋਂ ਮੈਨੂੰ ਪਤਾ ਲੱਗਦਾ ਵੀ ਕੋਈ ਝਗੜਾ ਹੋਣ ਲੱਗਾ, ਜਦੋਂ ਕੋਈ ਲੜਾਈ ਹੋਣ ਲੱਗੀ ਹੈ, ਮੈਂ ਫਿਰ ਉੱਥੇ ਅੱਪੜ ਜਾਣਾ ਵਾ। ਫਿਰ ਇੱਕ ਦਿਨ ਕੀ ਹਾਦਸਾ ਹੋ ਜਾਂਦਾ ਜੀ, ਬੜੇ ਧਿਆਨ ਨਾਲ ਗੱਲ ਸੁਣਿਆ ਜੇ। ਹੁਣ ਪਤਾ ਲੱਗਦਾ ਵੀ ਸ਼੍ਰੋਮਣੀ ਕਮੇਟੀ ਨੇ ਬੈਰੀਗੇਡ ਲਾਤੇ। ਮੈਂ ਕਿਹਾ ਜੀ ਕੋਈ ਗੱਲ ਨਹੀਂ, ਜੇ ਲਾਤੇ ਤੇ ਆਪਾਂ ਹਟਾਉਣ ਦੇ ਲਈ ਜਾਵਾਂਗੇ। ਐਸਜੀਪੀਸੀ ਮੈਂਬਰਾਂ ਨੂੰ 2-3 ਨੂੰ ਮੈਂ ਫੋਨ ਕੀਤਾ, ਮੈਂ ਕਿਹਾ ਵੀ ਆਹ ਕੀ ਤੁਕ ਬਣਦੀ ਪਈ ਹੈ, ਜਲੂਸ ਕੱਢਿਆ ਪਿਆ ਉੱਥੇ। ਆਖਰਕਾਰ ਇੱਕ ਦਿਨ ਉਹ ਕੜੀ ਆ ਜਾਂਦੀ ਹੈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਬੰਦੇ ਕੁੱਟੇ, ਅੰਦਰ ਲਿਜਾ ਕੇ ਘੜੀਸੇ। ਹੁਣ ਸਵਾਲ ਪੈਦਾ ਹੋ ਗਿਆ ਵੀ ਉਦੋਂ ਹਰਪ੍ਰੀਤ ਸਿੰਘ ਮਖੂ ਕਿੱਥੇ ਸੀ? ਬਿਲਕੁਲ ਠੀਕ ਹੈ ਜੀ। ਜਦੋਂ ਸੰਗਤ ਦੇ ਉੱਪਰ ਭੀੜ ਪਈ, ਕਹਿੰਦੇ ਕਿ ਮਖੂ ਸਾਹਿਬ ਚਲੋ ਗਏ ਨਹੀਂ ਗਏ, ਉਹ ਤੁਸੀਂ ਸਵਾਲ ਦੱਸ ਰਹੇ ਹੋ ਜਵਾਬ। ਜਦੋਂ ਸੰਗਤ ਦੇ ਉੱਪਰ ਭੀੜ ਪਈ, ਮਖੂ ਸਾਹਿਬ ਕਿੱਥੇ ਸੀ? ਹਾਂ, ਮੈਂ ਔਨ ਰਿਕਾਰਡ ਇਹ ਗੱਲ ਕਹਿ ਰਿਹਾ ਵਾਂ। ਉਸ ਦਿਨ ਮੇਰੀ ਵਾਈਫ ਦਾ ਆਈਲੈਟਸ ਦਾ ਪੇਪਰ ਸੀ। ਹੁਣ ਮੈਨੂੰ ਕੀ ਪਤਾ ਸੀ, ਜਾਂ ਤੇ ਸ਼੍ਰੋਮਣੀ ਕਮੇਟੀ ਨੇ ਮੈਨੂੰ ਪੁੱਛ ਕੇ ਕੁੱਟੇ ਹੈ ਹਨਾ। ਅਸੀਂ ਤਾਂ ਰੋਜ਼ ਹੀ ਤਿਆਰੀ ਦੇ ਵਿੱਚ ਜਾਂਦੇ ਹੁੰਦੇ ਸਾਂ, ਰੋਜ਼ ਹੀ ਮੇਰੇ ਅਸਲਾ ਵੀ ਲੱਗਾ ਹੁੰਦਾ ਸੀ, ਸਾਰੀ ਤਿਆਰੀ ਦੇ ਵਿੱਚ ਹੁੰਦੇ ਸਾਂ। ਵਾਹਿਗੁਰੂ ਕਿਰਪਾ ਕਰੇ ਦਰਬਾਰ ਸਾਹਿਬ 'ਚ ਇਹੋ ਜਿਹਾ ਹਾਦਸਾ ਨਾ ਵਾਪਰੇ, ਕੋਈ ਮੇਰੇ ਵੱਲੋਂ ਨਾ ਹੋਵੇ ਜਾਂ ਮੇਰੇ ਤੇ ਨਾ ਹੋਵੇ, ਮੈਂ ਇਹ ਗੱਲ ਚਾਹੁੰਦਾ ਵਾਂ। ਮੁੜ ਕੇ ਫਿਰ ਪਤਾ ਕੀ ਹੈ ਨਾ, 1984 ਤੋਂ ਬਾਅਦ ਦੂਜੀ ਵਾਰੀ ਦਰਬਾਰ ਸਾਹਿਬ ਵਿੱਚ ਚੱਲੀ ਗੋਲੀ, ਠੀਕ ਹੈ ਜੀ। ਤੇ ਮੈਂ ਨਹੀਂ ਚਾਹੁੰਦਾ ਕਿ ਮੇਰੇ ਇਹੋ ਜਿਹਾ ਦੋਸ਼ ਲੱਗ ਜਾਵੇ ਜਿਹੜਾ ਮਰਨ ਤੋਂ ਬਾਅਦ ਵੀ ਧੋਤਾ ਨਾ ਜਾਵੇ। ਮੈਂ ਮੋਗੇ ਸਾਂ ਉਸ ਵੇਲੇ, ਤੇ ਮੋਗੇ ਮੈਨੂੰ ਕਾਲ ਆ ਜਾਂਦੀ, ਮਖੂ ਜੀ ਕਿੱਥੇ ਹੋ? ਮੈਂ ਕਿਹਾ ਵਾਈਫ ਅੰਦਰ ਪੇਪਰ ਦੇ ਰਹੀ ਹੈ, ਤੇ ਮੈਂ ਬਾਹਰ ਗੱਡੀ ਦੇ ਵਿੱਚ ਬੈਠਾ ਹੋਇਆ ਮੈਂ। ਤੇ ਗੱਡੀ ਵਿੱਚ ਬੈਠਾ ਹੋਇਆ ਮੈਂ ਕੁਛ ਫੇਸਬੁੱਕ ਖੋਲ ਕੇ ਬੈਠਾ ਸਾਂ। ਕਹਿੰਦੇ ਭਾਈ ਸਾਹਿਬ ਫਿਰ ਤੁਹਾਨੂੰ ਖਬਰ ਆਈ ਹੈ ਕਿ ਨਹੀਂ ਆਈ? ਮੈਂ ਕਿਹਾ ਜੀ ਮੈਨੂੰ ਨਹੀਂ ਆਈ। ਕਹਿੰਦੇ ਭਾਈ ਸਾਹਿਬ ਜੀ ਆਪਣੇ ਬੰਦੇ ਕੁੱਟੇ ਗਏ ਆ, ਸ਼੍ਰੋਮਣੀ ਕਮੇਟੀ ਨੇ ਬੰਦੇ ਅੰਦਰ ਘੜੀਸ ਲਏ ਆ। ਅੰਦਰ ਘੜੀਸਣ ਤੋਂ ਬਾਅਦ ਸ਼੍ਰੋਮਣੀ ਕਮੇਟੀ ਨੇ ਕਹਿੰਦੇ ਉਹ ਕੀਤੀ ਹੈ ਜਿਹੜੀ ਬਿਆਨ ਨਹੀਂ ਕੀਤੀ ਜਾ ਸਕਦੀ। ਮੈਂ ਉਸੇ ਵੇਲੇ ਇਹ ਗੱਲ ਸੁਣੀ ਹੈ। ਸੁਣਨ ਤੋਂ ਬਾਅਦ ਮੈਂ ਨਾਲ ਦੀ ਨਾਲ ਆਪਣੀ ਟੀਮ ਨੂੰ ਫੋਨ ਕੀਤਾ। ਉਹ ਕਹਿੰਦੇ ਵੀ ਅਸੀਂ ਤਾਂ ਗੁਰਦੁਆਰਾ ਸਾਹਿਬ ਜਾਂ ਕਵਰੇਜ ਕਰਦੇ ਪਏ ਹਾਂ। ਉਸ ਤੋਂ ਬਾਅਦ ਕੀ ਹੋ ਜਾਂਦਾ, ਪੇਪਰ ਹੋ ਜਾਂਦਾ, ਅਸੀਂ ਆਪਣੇ ਘਰੇ ਆ ਜਾਂਦੇ ਹਾਂ। ਮੈਂ ਰਾਤ ਪਤਾ ਕਰਦਾ ਬੰਦੇ ਕਿੱਥੇ, ਕਹਿੰਦੇ ਬੰਦੇ ਹਸਪਤਾਲ ਨੇ। ਅਗਲੇ ਦਿਨ ਮੈਂ, ਭਾਈ ਪ੍ਰਦੀਪ ਸਿੰਘ ਜੀ ਤੇ ਬਲਜਿੰਦਰ ਸਿੰਘ ਪਰਵਾਨਾ, ਅਸੀਂ ਸਾਰੇ ਵੀਰ ਇਕੱਠੇ ਹੋ ਕੇ ਹਸਪਤਾਲ ਦੇ ਵਿੱਚ ਪਹੁੰਚਦੇ ਹਾਂ, ਇੱਕ ਦਾ ਪਤਾ ਲੈਂਦੇ ਹਾਂ, ਬਕਾਇਦਾ ਇੰਟਰਵਿਊ ਕਰਦੇ ਹਾਂ, ਗੱਲਾਂ ਬਾਤਾਂ ਪੁੱਛਦੇ ਹਾਂ ਵੀ ਕੀ ਹੋਇਆ, ਕੀ ਨਹੀਂ ਹੋਇਆ। ਉਸ ਤੋਂ ਬਾਅਦ ਕੀ ਹੋ ਜਾਂਦਾ ਆ। ਹੁਣ ਚਲੋ ਇੱਕ ਚੀਜ਼ ਮੈਨੂੰ ਦੱਸੋ, ਸ਼੍ਰੋਮਣੀ ਕਮੇਟੀ ਨੇ ਮੋਰਚਾ ਚੁਕਾਇਆ, ਅਸੀਂ ਤਾਂ ਡਟ ਕੇ ਬੈਠੇ ਹੋਏ ਸਾਂ, ਤੇ ਚੁਕਾਇਆ ਵੀ ਕਿਹੜੇ ਤਰੀਕੇ ਨਾਲ? ਤੁਸੀਂ ਕਦੀ ਸ਼੍ਰੋਮਣੀ ਕਮੇਟੀ ਤੇ ਸਵਾਲ ਕੀਤਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦਾ ਇਨਸਾਫ ਲੈਣ ਦੇ ਲਈ ਇੱਥੇ ਆਏ ਸਨ, ਜੇ ਤੁਸੀਂ ਉਹਨਾਂ ਨੂੰ ਕੁੱਟਿਆ ਕਿਉਂ? ਸਵਾਲ ਤੇ ਬਣਦਾ ਸੀ, ਉਹਨਾਂ ਤੇ ਸਵਾਲ ਆ ਗਿਆ ਮਖੂ ਤੇ, ਔਰ ਕਹਿ ਦਿੱਤਾ ਮਖੂ ਭਗੌੜਾ। ਮੈਂ ਕਹਿੰਦਾ ਮਖੂ ਭਗੌੜਾ ਹੋਇਆ ਕਿੱਥੋਂ ਹੈ ਦੱਸੋ? 328 ਸਰੂਪਾਂ ਦਾ ਮਾਮਲਾ ਅੱਜ ਵੀ ਮੈਂ ਹਮੈਤੀ ਹਾਂ। ਇਹਦਾ ਮਤਲਬ ਬਾਕੀ ਪ੍ਰਚਾਰਕ ਨਹੀਂ ਗਏ, ਹਰਪ੍ਰੀਤ ਸਿੰਘ ਮਖੂ ਆ ਗਿਆ, ਹਰਪ੍ਰੀਤ ਸਿੰਘ ਮਖੂ ਦੋਸ਼ੀ ਹੋ ਗਿਆ। ਹਰਪ੍ਰੀਤ ਸਿੰਘ ਮਖੂ ਉਸ ਦਿਨ ਉੱਥੇ ਹਾਜ਼ਰ ਨਹੀਂ ਸੀ, ਸ਼੍ਰੋਮਣੀ ਕਮੇਟੀ ਨੇ ਬੰਦੇ ਕੁੱਟਤੇ, ਹਰਪ੍ਰੀਤ ਸਿੰਘ ਮਖੂ ਦੋਸ਼ੀ ਆ ਗਿਆ। ਅੱਜ ਵੀ ਸ਼੍ਰੋਮਣੀ ਕਮੇਟੀ ਤੇ ਮੇਰਾ ਉਹੀ ਸਵਾਲ ਹੈ ਜਿਹੜਾ ਪਹਿਲਾਂ ਸੀ। ਔਰ ਦੂਜੀ ਗੱਲ ਜਿਹੜੀ ਮੈਂ ਤੁਹਾਨੂੰ ਕਰਨੀ ਚਾਹੁੰਦਾ ਵਾਂ, ਸਭ ਤੋਂ ਵੱਡੀ ਗੱਲ ਇਹ ਹੈ, 328 ਸਰੂਪਾਂ ਦੇ ਮਾਮਲੇ 'ਚ ਮੈਂ ਕਹਿੰਦਾ ਭਗੌੜਾ। ਇੱਕ ਨੇ ਕਵਿਤਾ ਵੀ ਲਿਖ ਦਿੱਤੀ ਉਦੋਂ ਮੇਰੇ ਕਿਤੇ ਨਾ, ਉਹ ਤੋਤੀਆ ਜਿਹੇ ਰੰਗ ਦੀ ਦਸਤਾਰ ਸਜਾਈ ਹੋਈ ਸੀ, ਜਿਹੜੀ ਫਿੱਕੀ ਜੀ ਹਰੀ ਜੀ, ਬੰਨੀ ਕੱਦੂ ਰੰਗੀ ਪੱਗ ਪਾਇਆ ਜਿੰਨੇ ਸਾਰਾ ਜੱਬ, ਇੰਜ ਕਰਕੇ ਬਕਾਇਦਾ ਮੇਰੇ ਤੇ ਕਵਿਤਾਵਾਂ ਲਿਖੀਆਂ ਗਈਆਂ ਹੈ। ਤੇ ਆਖੇ ਜੀ ਇਹ ਗੁਸਲਖਾਨੇ ਵਿੱਚ ਲੁਕ ਗਿਆ, ਇਹ ਗੁਸਲਖਾਨੇ ਵਿੱਚੋਂ ਦੌੜ ਗਿਆ। ਭਾਈ ਸਾਹਿਬ ਮੈਂ ਕਹਿੰਦਾ ਸਾਬਤ ਕਰ ਦਿਓ, ਮੈਨੂੰ ਗੋਲੀ ਮਾਰ ਦਿਆ ਜੇ ਮੈਂ ਉਸ ਦਿਨ ਉੱਥੇ ਵੀ ਹੋਵਾਂ, ਅੰਮ੍ਰਿਤਸਰ ਦੀ ਧਰਤੀ ਤੇ ਵੀ ਹੋਵਾਂ, ਮੇਰੀਆਂ ਲੋਕੇਸ਼ਨ ਕੱਢੋ, ਤੇ ਮੈਂ ਕਹਿੰਦਾ ਮੈਨੂੰ ਗੋਲੀ ਮਾਰ ਦਿਆ ਜੇ। ਕਦੀ ਹੋ ਸਕਦਾ ਵੀ ਹਰਪ੍ਰੀਤ ਸਿੰਘ ਨਾਲ ਦੀਆਂ ਨੂੰ ਕੁੱਟ ਪੈਂਦੀ ਹੋਵੇ ਤੇ ਮੈਂ ਭੱਜ ਕੇ ਬਾਥਰੂਮ ਦੇ ਵਿੱਚ ਲੁਕ ਜਾ? ਜਦੋਂ ਕੁੱਟਦੇ ਸੀ ਨਾ, ਬਾਬਾ ਰਾਜਾ ਰਾਮ ਸਿੰਘ ਮੈਨੂੰ ਦੱਸਦੇ ਆ, ਕਹਿੰਦਾ ਜਦੋਂ ਸਾਨੂੰ ਘੜੀਸਦੇ ਸੀ, ਕਹਿੰਦੇ ਮਖੂ ਲੱਭੋ, ਮਖੂ ਕਿੱਥੇ ਹੈ? ਜਿੱਥੇ ਬਾਕੀਆਂ ਦੇ 10-10 ਪਈਆਂ, ਮਖੂ ਦੇ 25 ਠੋਕਣੀਆਂ ਸੀ ਉਹਨਾਂ ਨੇ। ਹਾਂ, ਉਹ ਤਿਆਰੀ 'ਚ ਬੈਠੇ ਸੀ, ਪਰਵਾਨੇ ਨੂੰ ਲੱਭਦੇ ਫਿਰਦੇ ਸੀ। ਬੁਲਾਰੇ ਤੇ ਅਸੀਂ ਦੋ ਸਨ, ਤੇ ਪਰਵਾਨਾ ਬਿਮਾਰ ਹੋ ਗਿਆ, ਪਰਵਾਨਾ ਘਰ ਪਿਆ ਸੀ ਵਿਚਾਰਾ, ਉਹਨੂੰ ਗਲੂਕੋਜ਼ ਲੱਗੇ ਸਨ, ਤੇ ਮੈਂ ਆਪਦੀ ਵਾਈਫ ਦਾ ਪੇਪਰ ਕਰਵਾਉਣ ਗਿਆ ਸਾਂ। ਅਸੀਂ ਉਦੋਂ ਦੋਵੇਂ ਨਹੀਂ ਸੀ। ਔਰ ਤੀਜੇ ਦੀ ਗੱਲ ਕਰਾਂ, ਕੁਦਰਤੀ ਤੌਰ ਤੇ ਰੁਪਿੰਦਰ ਸਿੰਘ ਪੰਜਗਰਾਈ ਵੀ ਉੱਥੇ ਨਹੀਂ ਸੀ, ਤੇ ਤਿੰਨਾਂ ਕੋਲ ਸਾਡੇ ਕੋਲ ਸੀ ਅਸਲਾ ਸੀ। ਜੇ ਅਸੀਂ ਉੱਥੇ ਹੁੰਦੇ, ਨੈਚੁਰਲੀ ਗੱਲ ਹੈ, ਮੇਰੀ ਪੱਗ ਨੂੰ ਹੱਥ ਪੈਂਦਾ, ਮੈਂ ਅਸਲਾ ਕੱਢਦਾ, ਗੋਲੀ ਚੱਲਦੀ ਹੈ ਨਾ, ਤੇ ਮਾਹੌਲ ਕੁਝ ਹੋਰ ਬਣ ਜਾਣਾ ਸੀ। ਫਿਰ ਤੁਸੀਂ ਪਤਾ ਕੀ ਕਹਿਣਾ ਸੀ, ਦਰਬਾਰ ਸਾਹਿਬ 'ਚ ਕਾਂਗਰਸ ਤੋਂ ਬਾਅਦ ਦੂਜੀ ਵਾਰੀ ਹਰਪ੍ਰੀਤ ਸਿੰਘ ਮਖੂ ਨੇ ਚਲਾਈ ਗੋਲੀ, ਫਿਰ ਤੁਸੀਂ ਆਹ ਮਾਈਕ ਲੈ ਕੇ ਮੇਰੇ ਤੇ ਆਹ ਕਹਿਣਾ ਸੀ ਜੀ। ਤੇ ਇੱਕ ਚੀਜ਼ ਚਲੋ ਮੈਨੂੰ ਦੱਸੋ ਸਰ, ਮੇਰਾ ਸਵਾਲ ਇਹ ਸੀ ਤੁਹਾਨੂੰ ਕਿ ਤੁਸੀਂ ਖਾੜਕੂ ਸਿੰਘਾਂ ਦੇ ਪਰਿਵਾਰ ਦੇ ਜਿਹੜੇ ਨੇ ਮੁੱਦੇ ਚੱਕਦੇ ਹੋ ਜਦੋਂ ਵੀ ਇੰਟਰਵਿਊ ਕਿਸੇ, ਚਾਹੇ ਉਹ ਭਾਈ ਅੰਮ੍ਰਿਤਪਾਲ ਸਿੰਘ ਜੀ ਛੰਦੜਾ ਦੀ ਇੰਟਰਵਿਊ ਹੋਵੇ, ਚਾਹੇ ਹੋਰ ਵੀ ਕਿੰਨੀਆਂ ਹੀ ਇੰਟਰਵਿਊਜ਼ ਹੋਣ, ਕਹਿੰਦੇ ਕਿ ਮਖੂ ਸਾਹਿਬ ਜੇਕਰ ਸਿੱਖ ਜੁਝਾਰੂਆਂ ਦੀ ਇੰਟਰਵਿਊ ਚੱਕਦੇ ਨੇ ਤੇ ਖਾੜਕੂਵਾਦ ਦੇ ਸ਼ਿਕਾਰ ਹੋਏ ਹਿੰਦੂ ਪਰਿਵਾਰਾਂ ਦੀ ਇੰਟਰਵਿਊ ਜਾਂ ਉਹ ਪਰਿਵਾਰਾਂ ਨੂੰ ਸਾਹਮਣੇ ਕਿਉਂ ਨਹੀਂ ਮਖੂ ਸਾਹਿਬ ਹਜੇ ਤੱਕ ਲੈ ਕੇ ਆਉਂਦੇ? ਜੀ,
ਤੁਹਾਡਾ ਸਵਾਲ ਉਸ ਐਂਗਲ ਤੋਂ ਨਿਕਲਿਆ, ਇਹ ਮੇਰੇ ਤੇ ਪਿਛਲੇ ਦਿਨਾਂ ਵਿੱਚ ਇਲਜ਼ਾਮ ਬੜੇ ਲੱਗੇ ਵੀ ਮਖੂ ਕੱਟੜ ਹਿੰਦੂ ਵਿਰੋਧੀ ਹੈ। ਹਿੰਦੂ ਇਹੋ ਜਿਹੇ ਗੱਲ ਲੱਗਦੇ ਆ, ਠੀਕ ਬਿਲਕੁਲ ਹੈ ਲੱਗਦੇ ਨੇ। ਯਾਰ ਮੈਨੂੰ ਕੌਣ ਕੀ ਕਹਿੰਦਾ, ਇਹ ਚੀਜ਼ਾਂ ਕੋਈ ਮਾਇਨੇ ਨਹੀਂ ਰੱਖਦੀਆਂ। ਮੇਰਾ ਪੈਮਾਨਾ ਕਿਸੇ ਕੋਲੋਂ ਸਰਟੀਫਿਕੇਟ ਲੈਣਾ ਨਹੀਂ ਹੈ। ਮੈਂ ਭੀੜ ਸਰ ਕੋਲੋਂ ਤੁਸੀਂ ਸਰਟੀਫਿਕੇਟ ਕਹਿੰਦੇ ਹੋ ਕਿਉਂ ਮਾਇਨੇ ਲਵਾਂਗਾ? ਨਹੀਂ ਰੱਖਦੀਆਂ। ਜਿਸ ਕੌਮ ਨੇ ਤੁਹਾਨੂੰ ਪਛਾਣ ਦਿੱਤੀ ਹੈ, ਜਿਸ ਪੰਜਾਬ ਦੇ ਲੋਕਾਂ ਨੇ ਤੁਹਾਨੂੰ ਹਰਪ੍ਰੀਤ ਸਿੰਘ ਤੋਂ ਹਰਪ੍ਰੀਤ ਸਿੰਘ ਮੱਖੂ ਪੰਜਾਬ ਦਾ ਪ੍ਰਚਾਰਕ ਬਣਾਇਆ, ਤੁਸੀਂ ਉਹ ਕਹਿੰਦੇ ਹੋ ਕਿ ਉਹਨਾਂ ਦੀਆਂ ਗੱਲਾਂ, ਉਹਨਾਂ ਦਾ ਸੁਝਾਅ ਮੈਨੂੰ ਮਾਇਨੇ ਨਹੀਂ ਰੱਖਦੇ। ਜਿਹੜੇ ਮੇਰੇ ਤੇ ਇਹੋ ਜਿਹਾ ਦੋਸ਼ ਲਾ ਰਹੇ, ਜਿਹੜੇ ਮੈਨੂੰ ਕਹਿ ਰਹੇ ਵੀ ਮਖੂ ਕੱਟੜ ਹਿੰਦੂਆਂ ਦਾ ਵਿਰੋਧੀ ਹੈ, ਠੀਕ ਹੈ ਜੀ, ਹੋ ਸਕਦਾ ਸਹੀ ਹੋਣ। ਚਲੋ ਇੱਕ ਪਰਦੇ ਲਈ ਮੰਨ ਲਿਆ, ਚਲੋ ਤੁਸੀਂ ਹੁਣ ਸਰਟੀਫਿਕੇਟ ਉਹਨਾਂ ਨੂੰ ਪਹਿਲਾਂ ਦੇ ਦਿੰਦੇ ਹੋ ਵੀ ਸਹੀ ਨੇ ਉਹ। ਸਰ ਮੈਂ ਪੁੱਛ ਰਿਹਾ, ਹੋ ਸਕਦਾ ਸਹੀ ਹੋਣ। ਇੱਕ ਪੱਤਰਕਾਰ ਤੇ ਚਿਕਾ ਰੱਖਦਾ ਹੀ ਨਹੀਂ ਹੁੰਦਾ। ਮੈਂ ਸਰ ਬਿਲਕੁਲ ਚਿਕਾ ਨਹੀਂ ਰੱਖ ਰਿਹਾ। ਪਬਲਿਕ ਦਾ ਸਵਾਲ ਹੈ, ਸਵਾਲ ਹੈ ਸਰ, ਪਬਲਿਕ ਦਾ ਸਵਾਲ ਹੈ ਤੇ ਮੈਂ ਹਰਪ੍ਰੀਤ ਸਿੰਘ ਮਖੂ ਤੇ ਸਵਾਲ ਕਰਨਾ ਹੈ। ਜੇਕਰ ਉਹ ਇਲਜ਼ਾਮ ਲਗਾ ਰਹੇ ਨੇ ਤਾਂ ਉਹਨਾਂ ਨੂੰ ਕੁਝ ਸਹੀ ਲੱਗਦਾ ਹੁਣ ਉਹਨਾਂ ਸਵਾਲਾਂ ਦੇ ਵਿੱਚ, ਤਾਂ ਹੀ ਉਹ ਕਹਿ ਰਹੇ ਨੇ ਨਾ। ਜਵਾਬ ਲੈ ਲਓ, ਤਾਂ ਹੀ ਮੈਂ ਤੁਹਾਡੇ ਤੋਂ ਜਵਾਬ ਮੰਗ ਰਿਹਾ। ਜਵਾਬ ਲੈ ਲਓ। ਤੁਸੀਂ ਕਿਹਾ ਵੀ ਮਖੂ ਸਿੱਖਾਂ ਦੇ ਮੁੱਦੇ ਚੁੱਕਦਾ, ਮਖੂ ਹਿੰਦੂਆਂ ਦੇ ਮੁੱਦੇ ਨਹੀਂ ਚੁੱਕਦਾ। ਖਾੜਕੂਵਾਦ ਦਾ ਸ਼ਿਕਾਰ ਹੋਇਆ। ਖਾੜਕੂਵਾਦ, ਚਲੋ ਆਪਾਂ ਉਧਰ ਵੀ ਆ ਜਾਂਦੇ ਆ। ਮੈਂ ਤੁਹਾਨੂੰ ਆ 10-15 ਦਿਨ ਪਹਿਲਾਂ ਦੀ ਗੱਲ ਕਰਦਾ ਵਾਂ। ਲੁਧਿਆਣੇ ਦੇ ਵਿੱਚ ਏਰੀਆ ਪੈ ਜਾਂਦਾ ਜਮਾਲਪੁਰ। ਜੀ ਬਿਲਕੁਲ, ਠੀਕ ਹੈ ਜੀ। ਜਮਾਲਪੁਰ ਦੇ ਵਿੱਚ ਇੱਕ ਐਸਾ ਸ਼ਖਸ ਸੀ ਜਿਹਦਾ ਨਾਮ ਸੀ ਅਜੈ ਤਿਵਾੜੀ। ਉਹ ਲੋਕਾਂ ਨਾਲ ਇੰਨਾ ਧੱਕਾ ਕਰਦਾ ਸੀ ਵੀ ਸ਼ਰੇਆਮ ਚੌਂਕ ਦੇ ਵਿੱਚ ਲੱਤਾਂ ਬਾਹਾਂ ਤੋੜ ਦਿੰਦਾ ਸੀ, ਠੀਕ ਹੈ ਜੀ। ਤੇ ਜਿਸ ਪਰਿਵਾਰ ਦੀ ਲੱਤ ਤੋੜੀ ਗਈ ਉਹ ਸੀ ਹਿੰਦੂ। ਜਿਸ ਪਰਿਵਾਰ ਦੀ ਜਨਾਨੀ ਨੂੰ ਪਿਟਬੁਲ ਕੁੱਤੇ ਨਾਲ ਵਢਾਇਆ ਗਿਆ ਉਹ ਵੀ ਸੀ ਹਿੰਦੂ, ਠੀਕ ਹੈ ਜੀ। ਹੁਣ ਸੁਣਦੇ ਜਾਏ ਜੇ। ਜਿਸ ਪਰਿਵਾਰ ਨੂੰ ਮੂਧਾ ਪਾ ਕੇ ਉੱਤੇ ਇੱਕ ਡਾਂਗ ਤੋੜੀ ਗਈ ਉਹ ਵੀ ਸੀ ਹਿੰਦੂ, ਠੀਕ ਹੈ ਜੀ। ਚੌਥੇ ਨੰਬਰ ਦੇ ਉੱਪਰ ਆ ਜਾਓ ਵੀ ਐਡੀ ਜ਼ਿਆਦੀ ਬਦਮਾਸ਼ੀ ਸੀ ਵੀ ਜੇ ਕੋਈ ਉਸ ਗਲੀ ਦੇ ਵਿੱਚ ਰਾਤ ਨੂੰ ਜਾਂ ਸ਼ਾਮ ਨੂੰ ਬੱਚਾ ਖੇਡ ਨਹੀਂ ਸਕਦਾ, ਅਗਲਾ ਕਹਿੰਦਾ ਕਿਤੇ ਕੁੱਤਾ ਨਾ ਖੋਲ ਦੇ, ਠੀਕ। ਮੈਂ ਉਹਨਾਂ ਪਰਿਵਾਰਾਂ ਦੀ ਲੜਾਈ ਅੱਗੇ ਹੋ ਕੇ ਲੜੀ। ਮੈਂ ਉਹਦੇ ਵਿੱਚ ਆਪਣੇ ਭਰਾਵਾਂ ਦਾ ਸਾਥ ਲਿਆ। ਮੈਂ ਸਾਰੇ ਵੀਰ ਇਕੱਠੇ ਕੀਤੇ। ਇਕੱਠੇ ਕਰਨ ਤੋਂ ਬਾਅਦ ਉਸ ਲੜਾਈ ਨੂੰ ਸਾਨੂੰ ਕਈ ਦਿਨ ਲੱਗ ਗਏ। ਕਈ ਦਿਨ ਲੱਗਣ ਤੋਂ ਬਾਅਦ ਸਾਨੂੰ ਪੂਰੇ ਮੀਂਹ ਦੇ ਵਿੱਚ ਸੜਕ ਤੇ ਧਰਨਾ ਵੀ ਲਾਉਣਾ ਪਿਆ। ਧਰਨਾ ਲਾ ਕੇ ਅਸੀਂ ਉਸ ਬੰਦੇ ਦੇ ਉੱਪਰ ਸਾਰੀਆਂ ਧਾਰਾਵਾਂ ਲਵਾਈਆਂ। ਸਰਦਾਰਾਂ ਦੀਆਂ ਪੱਗਾਂ ਵੀ ਲਾ ਦਿੰਦਾ ਸੀ। ਚਲੋ ਇਹ ਸਰਦਾਰ ਵਾਲਾ ਮੁੱਦਾ ਮੈਂ ਤਾਂ ਨਹੀਂ ਲਿਆ ਕਿਉਂਕਿ ਫਿਰ ਆਪਾਂ ਕਹਿ ਦਿੰਦੇ ਸਰਦਾਰਾਂ ਦੀ ਗੱਲ ਤੇ ਮਖੂ ਕਰਦਾ ਹੀ ਕਰਦਾ। ਮੈਂ ਹੁਣ ਹਿੰਦੂ ਦੀ ਗੱਲ ਕੀਤੀ ਹੈ ਵੀ ਉਹ ਤੇ ਹਿੰਦੂ ਪਰਿਵਾਰ ਸੀ ਨਾ, ਤੇ ਮੈਂ ਉਹਦੀ ਖਾਤਰ ਵੀ ਡਟ ਜਾਵਾਂ। ਜੇ ਮਖੂ ਕੱਟੜ ਵਿਰੋਧੀ ਹੁੰਦਾ ਤੇ ਮਖੂ ਕਹਿੰਦਾ ਠੀਕ ਹੈ ਪੈਂਦੇ ਪੈਣ ਤੇ ਮੈਂ ਕੀ ਲੈਣਾ, ਪਰ ਨਹੀਂ, ਮੇਰੀ ਸੋਚ ਇਹ ਨਹੀਂ ਹੈ। ਮੇਰੇ ਗੁਰੂ ਨੇ ਤਾਂ ਧਾਰਮਿਕ ਆਜ਼ਾਦੀ ਦੀ ਖਾਤਰ, ਦੇਖੋ ਮੈਂ ਆਪਣੇ ਗੁਰੂਆਂ ਦੀ ਸੋਚ ਤੇ ਡਟ ਕੇ ਚੱਲਣ ਵਾਲਾ ਵਾਂ। ਮੇਰੇ ਗੁਰੂ ਨੇ ਕਿੱਥੇ ਕਿਹਾ ਹੈ ਵੀ ਕਿਸੇ ਹਿੰਦੂ ਨਾਲ ਧੱਕਾ ਹੁੰਦਾ ਹੋਵੇ ਤੇ ਤੂੰ ਬੋਲੀ ਨਾ, ਬਿਲਕੁਲ ਕਿਸੇ ਮੁਸਲਮਾਨ ਨਾਲ ਹੁੰਦਾ ਹੋਵੇ ਤੇ ਤੂੰ ਬੋਲੀ ਨਾ। ਜਦੋਂ ਅਸੀਂ ਗੱਲ ਕਰਦੇ ਆ ਨਾ ਮਾਨਵਤਾ ਦੀ, ਮਾਨਵਤਾ ਦੇ ਵਿੱਚ ਸਾਰਾ ਕੁਝ ਹੀ ਆ ਜਾਂਦਾ। ਸਾਨੂੰ ਸਮਝਣਾ ਪੈਣਾ ਸਾਡਾ ਦਾਇਰਾ ਬੜਾ ਖੁੱਲਾ। ਹਾਂ, ਇਹ ਜਿਹੜੀ ਚੀਜ਼ ਤੁਸੀਂ ਕਹਿ ਰਹੇ ਹੋ ਨਾ, ਇਹ ਕੁਝ ਕੁ ਲੋਕ ਮੈਨੂੰ ਕਹਿੰਦੇ ਨੇ ਜਿਹੜੇ ਖੁਦ ਕੱਟੜ ਨੇ, ਜਿਨ੍ਹਾਂ ਨੂੰ ਲੱਗਦਾ ਪਿਆ ਵੀ ਮਖੂ ਬਹੁਤ ਕੱਟੜਪੰਥੀ ਜਿਹਾ ਬੰਦਾ ਆ, ਜਿਹੜੇ ਕਹਿੰਦੇ ਮਖੂ ਦੀ ਅਰੈਸਟ ਪੈਣੀ ਚਾਹੀਦੀ ਹੈ, ਜਿਹੜੇ ਕਹਿੰਦੇ ਆਹ ਇੱਕ ਮਖੂ ਹੈ ਜੀ ਖਾੜਕੂਆਂ ਦੇ ਬੱਚਿਆਂ ਦੀ ਇੰਟਰਵਿਊ ਕਰਦਾ ਹੈ। ਯਾਰ ਮੁਜਰਮ ਦੇ ਵੀ ਕੋਈ ਰਾਈਟ ਹੁੰਦੇ ਨੇ। ਖਾੜਕੂ ਦਾ ਬੱਚਾ ਕੀ ਗੱਲ ਆਪਣੀ ਗੱਲ ਨਹੀਂ ਰੱਖ ਸਕਦਾ? ਕੋਈ ਐਸਾ ਮਤਾ ਪਿਆ ਹੋਇਆ? ਜੇ ਮੈਂ ਉਹਨਾਂ ਦੇ ਪਰਿਵਾਰਾਂ ਵਿੱਚ ਜਾ ਕੇ ਪੁੱਛਦਾ ਵੀ ਉਸ ਤੋਂ ਬਾਅਦ ਤੁਹਾਡੀ ਐਜੂਕੇਸ਼ਨ ਦਾ ਕੀ ਬਣਿਆ, ਮਖੂ ਦੋਸ਼ੀ ਹੋ ਗਿਆ। ਸੋ ਇਹ ਚੀਜ਼ਾਂ ਜਿਹੜੀਆਂ ਨੇ ਕੁਝ ਕੁ ਲੋਕ ਕਹਿੰਦੇ ਨੇ, ਸਾਰੇ ਹਿੰਦੂ ਨਹੀਂ ਕਹਿੰਦੇ, ਠੀਕ ਹੈ ਜੀ। ਕੁਝ ਕੁ ਲੋਕ ਨੇ ਜਿਹੜੇ ਇਹ ਗੱਲ ਮੇਰੇ ਤੇ ਦੋਸ਼ ਲਾ ਰਹੇ ਨੇ। ਹੁਣ ਤੁਸੀਂ ਕੁਝ ਕੁ ਲੋਕਾਂ ਦੀ ਜਿਹੜੀ ਗੱਲ ਹੈ ਤੁਸੀਂ ਮੇਰੇ ਅੱਗੇ ਰੱਖ ਲਈ। ਗੱਗੀ ਪੰਡਤ ਮੇਰੇ ਨਾਲ ਇੰਟਰਵਿਊ ਕਰਦਾ ਹੈ, ਬੋਲੋ ਕਰਦਾ ਨਾ, ਤੁਸੀਂ ਵੀ ਕਈ ਵਾਰੀ ਸੁਣੀ ਹੈ। ਅਸੀਂ ਸਮਾਜਿਕ ਮੁੱਦੇ ਚੁੱਕਦੇ ਹਾਂ। ਸੋ ਇਹ ਚੀਜ਼ਾਂ ਨਹੀਂ ਹੈ। ਜਿਹੜੇ ਲੋਕ ਮੇਰੇ ਤੇ ਕੱਟੜ ਹੋਣ ਦਾ ਦੋਸ਼ ਲਾਉਂਦੇ ਨੇ, ਪਤਾ ਨਹੀਂ ਉਹ ਕਿਉਂ ਲਾਉਂਦੇ ਨੇ, ਜਾਂ ਇੰਜ ਕਹਿ ਲਈਏ ਵੀ ਉਹ ਕਿਸੇ ਇੱਕ ਵਿਸ਼ੇਸ਼ ਧਿਰ ਦੇ ਨਾਲ ਜੁੜੇ ਹੋਏ ਨੇ ਜਿਹੜੀ ਪੰਜਾਬ ਦੇ ਵਿੱਚ ਸਦਾ ਕੀ ਤੋਮਤਾਂ ਦੀ ਰਾਜਨੀਤੀ ਜੀ ਕਰਦੀ ਪਈ ਹੈ, ਤੇ ਉਹ ਇਸ ਤਰੀਕੇ ਦਾ ਮੇਰੇ ਤੇ ਦੋਸ਼ ਲਾ ਦਿੰਦੇ ਨੇ। ਔਰ ਤੁਸੀਂ ਕਹਿੰਦੇ ਵੀ ਮਖੂ ਵਾਕਈ ਹਿੰਦੂ ਵਿਰੋਧੀ ਹੋਣਾ। ਮਖੂ ਹਿੰਦੂ ਅਸੀਂ ਨਹੀਂ ਕਹਿੰਦੇ ਸਰ, ਅਸੀਂ ਸਿਰਫ ਸਵਾਲ ਕਰਦੇ। ਅਸੀਂ ਕੌਣ ਹੁੰਦੇ? ਫੈਸਲਾ ਜੋ ਕਰਨਾ ਸੰਗਤ ਨੇ ਕਰਨਾ। ਮਖੂ ਕਿਸੇ ਹਿੰਦੂ ਦਾ ਵਿਰੋਧੀ ਨਹੀਂ, ਕਿਸੇ ਮੁਸਲਮਾਨ ਦਾ ਵਿਰੋਧੀ ਨਹੀਂ, ਪਰ ਜਿਹੜਾ ਗਲਤ ਬੰਦਾ ਹੁੰਦਾ ਉਹਦਾ ਕੋਈ ਧਰਮ ਨਹੀਂ ਹੁੰਦਾ। ਚੋਰ ਦਾ ਕੀ ਧਰਮ ਹੁੰਦਾ ਬੋਲੋ ਵੀ? ਬਿਲਕੁਲ ਠੀਕ ਹੈ ਜੀ। ਜੇ ਕੋਈ ਸਿੱਖ ਗਲਤ ਕੰਮ ਕਰੇਗਾ, ਹਰਪ੍ਰੀਤ ਸਿੰਘ ਮਖੂ ਸਿੱਖ ਦਾ ਵਿਰੋਧੀ ਵੀ ਹੈ। ਜੇ ਕੋਈ ਮੁਸਲਮਾਨ ਗਲਤ ਕੰਮ ਕਰੇਗਾ, ਹਰਪ੍ਰੀਤ ਸਿੰਘ ਮਖੂ ਉਹਦਾ ਵੀ ਵਿਰੋਧੀ ਹੈ। ਸੋ ਗੱਲ ਕੀ ਹੈ ਵੀ ਗਲਤ ਬੰਦੇ ਦਾ ਵਿਰੋਧ ਸਦਾ ਕਰਾਂਗੇ। ਹਾਂ, ਇਹ ਮੇਰੇ ਤੇ ਦੋਸ਼ ਲੱਗ ਜਾਂਦਾ ਵੀ ਹਰਪ੍ਰੀਤ ਸਿੰਘ ਮਖੂ ਖਾੜਕੂਆਂ ਦੀ ਇੰਟਰਵਿਊ ਕਰਦਾ ਹੈ, ਜਿਹੜੇ ਖਾੜਕੂਵਾਦ ਦੇ ਦੌਰਾਨ ਹਿੰਦੂ ਮਾਰੇ ਗਏ ਉਹਨਾਂ ਦੀ ਗੱਲ ਨਹੀਂ ਕਰਦਾ। ਮੈਂ ਤੁਹਾਨੂੰ ਚੈਨਲ ਦੇ ਉੱਪਰ ਕਹਿ ਰਿਹਾ ਵਾਂ, ਕੋਈ ਵੀ ਹਿੰਦੂ ਭਰਾ ਉਹ ਅੰਕੜੇ ਲੈ ਕੇ ਸਾਡੇ ਕੋਲ ਆਵੇ ਵੀ ਕਿਹੜਾ ਕਿਹੜਾ ਸੀ, ਕਿੱਥੇ ਕਿੱਥੇ ਕਿਵੇਂ ਕਿਵੇਂ ਮਾਰਿਆ ਗਿਆ, ਠੀਕ ਹੈ ਜੀ। ਉਹ ਸਾਰੇ ਅੰਕੜੇ ਲੈ ਕੇ ਆਵੇ, ਅਸੀਂ ਉਹਨਾਂ ਦੀ ਗੱਲ ਕਰਨ ਨੂੰ ਵੀ ਤਿਆਰ ਹਾਂ, ਠੀਕ ਹੈ ਜੀ। ਸਾਨੂੰ ਪਤਾ ਤਾਂ ਲੱਗੇ ਨਾ ਕਿਸੇ ਗੱਲ ਦਾ, ਕੋਈ ਦਿੱਕਤ ਨਹੀਂ। ਹਲੇ ਤੱਕ ਅੰਕੜੇ ਨਹੀਂ ਆ ਤੁਹਾਡੇ ਕੋਲ ਕਿ ਕਿੰਦੇ? ਮੇਰੇ ਕੋਲ ਨਹੀਂ, ਜਿਹੜੇ ਵੀਰ ਮੇਰੇ ਤੇ ਦੋਸ਼ ਲਾਉਂਦੇ ਉਹ ਅੰਕੜੇ ਲੈ ਕੇ ਮੇਰੇ ਕੋਲ ਆ ਜਾਣਾ, ਉਹ ਲੈ ਕੇ ਆ ਜਾਣ। ਮੈਂ ਹੁਣ ਸਾਰੇ ਢੋਲ ਤੇ ਇਕੱਲਾ ਨਹੀਂ ਨਾ ਵਜਾ ਸਕਦਾ। 328 ਸਰੂਪਾਂ ਦੇ ਮਾਮਲੇ 'ਚ ਮਖੂ ਨੇ ਕੀ ਕੀਤਾ, ਠੀਕ ਹੈ ਜੀ। ਇਹ ਸਿਆਸੀ ਪਾਰਟੀਆਂ ਵਿੱਚ ਮਖੂ ਜਾ ਰਿਹਾ, ਸਾਰੇ ਸਵਾਲ ਮਖੂ ਤੇ ਨਹੀਂ ਹੋ ਸਕਦੇ। ਮਖੂ ਇੱਕ ਸਿੱਧੇ ਸ਼ਬਦਾਂ ਵਿੱਚ ਕਹਾਂ ਵੀ ਜਿੰਨੀਆਂ ਲੱਤਾਂ ਭਾਰ ਚੱਲਦੀਆਂ ਉਹਨਾਂ ਭੱਜਾ ਫਿਰਦਾ। ਸਮਾਜਿਕ ਮੁੱਦੇ ਵੀ ਮੈਂ ਚੱਕਦਾ ਵਾਂ। ਸਾਡੇ ਕੋਲ ਹੁਣ ਰੋਜ਼ ਇਹੋ ਜਿਹੇ ਮੁੱਦੇ ਆ ਜਾਂਦੇ। ਆਹ ਥਾਣੇ ਵਿੱਚ ਸਾਡੇ ਨਾਲ ਧੱਕਾ ਹੋ ਗਿਆ ਜੀ, ਆਹ ਹੋ ਗਿਆ। ਮੈਂ ਬਕਾਇਦਾ ਤੁਹਾਡੇ ਚੈਨਲ ਦੇ ਉੱਪਰ ਕਹਿ ਰਿਹਾ, ਕੱਲ ਅਸੀਂ 15-20 ਮਿੰਟ CP ਸਾਹਿਬ ਨੂੰ ਮਿਲ ਕੇ ਆਏ ਹਾਂ। ਲੁਧਿਆਣੇ ਇੱਕ 14 ਸਾਲਾਂ ਦੀ ਕੁੜੀ ਨਹੀਂ ਲੱਭਦੀ ਪਈ, ਠੀਕ ਹੈ। ਉਸ ਮਾਮਲੇ ਦੇ ਵਿੱਚ ਵੀ ਜਨਾਬ ਕਰੋ ਕਿਰਪਾ,
ਪ੍ਰਸ਼ਾਸਨ ਨੂੰ ਥੋੜਾ ਜਿਹਾ ਤੁਸੀਂ ਧੱਕਾ ਦਿਓ ਤੇ ਆਪਾਂ ਰਲ ਮਿਲ ਕੇ ਆ ਜਿਹੜੇ ਪਰਿਵਾਰ ਕੋਲੇ ਕੁੜੀ ਵੀ ਸਾਡੇ ਕੋਲੇ ਸਾਰਾ ਦਿਨ ਜਿੰਨੇ ਜੋਗੇ ਆ ਲੱਗੇ ਫਿਰਦੇ ਆ ਤੇ ਜੇ ਫਿਰ ਵੀ ਤੁਸੀਂ ਗੱਲ ਕਹੋ ਵੀ ਮਖੂ ਇਸ ਕਰਕੇ ਕਰਦਾ, ਮਖੂ ਨੂੰ ਟਿਕਟ ਲੈਣੀ, ਮੁੜ ਕੇ ਇਹਨਾਂ ਦੀਆਂ ਵੋਟਾਂ ਲੈਣੀਆਂ ਨੇ, ਤੇ ਫਿਰ ਮੈਂ ਹੁਣ ਕੀ ਕਰਾਂ ਜੀ ਦੱਸੋ ਜੀ। ਨਵਜੋਤ ਸਿੰਘ ਸਿੱਧੂ ਦਾ ਸਵਾਲ ਸੀਗਾ ਮੇਰੇ ਮਨ ਦੇ ਵਿੱਚ, ਇੱਕ ਲਾਸਟ ਸਵਾਲ ਤੁਹਾਨੂੰ ਕਰੂੰਗਾ ਕਿ ਉਹਨਾਂ ਦਾ ਬਿਆਨ ਆਇਆ ਜਦੋਂ ਦੇ ਪ੍ਰਧਾਨ ਬਣੇ ਨੇ ਕਿ ਬਿਜਲੀ ਜਿਹੜੀ ਆ 3 ਰੁਪਏ ਯੂਨਿਟ ਦੇਵਾਂਗੇ ਅਸੀਂ। ਹੋਰ ਵੀ ਕਾਫੀ ਕਹਿੰਦੇ ਨੇ ਕਿ ਚੰਗੇ ਲੀਡਰ ਨੇ ਨਵਜੋਤ ਸਿੰਘ ਸਿੱਧੂ, ਕਰਤਾਰਪੁਰ ਸਾਹਿਬ ਦਾ ਕੋਰੀਡੋਰ ਉਹਨਾਂ ਨੇ ਖਲਵਾਇਆ, ਉਹਨਾਂ ਦੀ ਮਿਹਨਤ ਦੇ ਨਾਲ, ਇਮਰਾਨ ਖਾਨ ਦੇ ਨਾਲ ਯਾਰੀ ਕਰਕੇ ਖੁੱਲਿਆ ਗਿਆ। ਕਾਫੀ ਕਹਿੰਦੇ ਨੇ ਕਿ ਨਵਜੋਤ ਸਿੰਘ ਸਿੱਧੂ ਕੁਰਸੀ ਦਾ ਭੁੱਖਾ। ਕੀ ਕਹਿੰਦੇ? ਪਹਿਲੀ ਗੱਲ ਇਹ ਹੈ ਵੀ ਜਿਹੜਾ ਪੋਲੀਟੀਕਲ ਮੈਟਰ ਹੁੰਦਾ ਨਾ, ਇਹਨੂੰ ਥੋੜਾ ਸਮਝਣਾ ਪੈਣਾ ਜੀ। ਜਿੱਥੇ ਤੁਸੀਂ ਤੇ ਮੈਂ ਸੋਚਦੇ ਆ ਇਹ ਉੱਥੇ ਕੰਮ ਨਹੀਂ ਕਰਦੇ ਜੀ। ਇਹ ਕੰਮ ਉੱਥੇ ਕਰਦੇ ਆ ਜਿੱਥੇ ਜਾ ਕੇ ਸਾਡੀ ਸੋਚ ਦੇ ਘੋੜੇ ਜਿਹੜੇ ਖਤਮ ਹੋ ਜਾਂਦੇ, ਇਹ ਉੱਥੋਂ ਚੱਲਦੇ ਆ। ਤੁਹਾਨੂੰ ਕੀ ਲੱਗਦਾ ਪਿਆ ਵੀ ਸਿੱਧੂ ਨੂੰ ਜਿਹੜਾ ਉਤਾਰਿਆ ਗਿਆ, ਸਿੱਧੂ ਇੱਕਦਮ ਆ ਗਿਆ, ਸਿੱਧੂ ਸਿੱਧਾ ਸੋਨੀਆ ਗਾਂਧੀ ਨੂੰ ਮਿਲਿਆ ਆ ਤੇ ਉਸ ਤੋਂ ਬਾਅਦ ਸਾਰੇ ਲੋਕ ਸਿੱਧੂ ਦੇ ਨਾਲ ਤੁਰ ਪਏ? ਇਹ ਕੀ ਹੈ ਭਲਾ? ਇਹ ਤੁਹਾਨੂੰ ਮੈਨੂੰ ਬੁੱਧੂ ਬਣਾਇਆ ਜਾ ਰਿਹਾ ਹੈ, ਹੋਰ ਕੁਛ ਨਹੀਂਗਾ। ਇਹ ਭਾਜੀ ਇੱਕ ਨਾ ਚੋਣਾਂ ਦੀ ਰਾਜਨੀਤੀ ਹੁੰਦੀ ਹੈ, ਇਹ ਵੀ ਇੱਕ ਸਟ੍ਰੈਟਜੀ ਦਾ ਹਿੱਸਾ ਆ ਵੀ ਕੈਪਟਨ ਅਮਰਿੰਦਰ ਸਿੰਘ ਕੰਮ ਵਰਕ ਨਹੀਂ ਕਰ ਪਾਇਆ, ਜਾਂ ਇੰਜ ਕਹਿ ਲਓ ਵੀ ਚਿਹਰਾ ਹੁਣ ਕਾਫੀ ਜਾਣਿਆ ਪਛਾਣਿਆ ਹੋ ਗਿਆ ਲੋਕਾਂ ਦੇ ਵਿੱਚ, ਜਿੰਨੇ ਜੋਗਾ ਸੀ ਵਿਚਰਦਾ ਸੀ, ਕਈ ਪ੍ਰਕਾਰ ਦੀਆਂ ਲੱਗੀਆਂ ਹਨਾ। ਉਸ ਫੇਲੀਅਰ ਨੂੰ ਇਸ ਤਰੀਕੇ ਨਾਲ ਕੱਢਿਆ ਵੀ ਜਿਹੜੇ ਕੰਮ ਪਿਛਲੇ 4.5 ਸਾਲਾਂ ਵਿੱਚ ਨਹੀਂ ਹੋਏ, ਸਿੱਧੂ ਆ ਗਿਆ, ਠੀਕ ਹੈ ਜੀ, ਆ ਗਿਆ ਸਿੱਧੂ ਆ ਕਰ ਦੂਗਾ। ਸਿੱਧੂ ਕੋ ਜਾਦੂ ਦੀ ਛੜੀ ਲੈ ਕੇ ਆਇਆ ਵੀ ਯਾਰ ਐਂ ਘੁਮਾ ਦੂਗਾ ਤਾਂ ਸਾਰੇ ਕੰਮ ਹੋ ਜਾਣਗੇ, ਠੀਕ ਹੈ ਜੀ। ਠੋਕੋ ਤਾਲੀ, ਹਰ ਕੰਮ ਦੇ ਉੱਪਰ ਠੋਕੋ ਤਾਲੀ, ਐਂ ਥੋੜਾ ਹੁੰਦਾ ਯਾਰ, ਠੋਕੋ ਤਾਲੀ ਨਾਲ ਕੰਮ ਹੁੰਦੇ ਹੁੰਦੇ ਸਾਰਾ ਸਰ ਜਾਂਦਾ, ਠੋਕੋ ਤਾਲੀ ਨਾਲ ਨਹੀਂ। ਤੁਸੀਂ ਦੱਸੋ ਵੀ ਬੇਅਦਬੀਆਂ ਦੀ ਗੱਲ ਇਹ ਘਟ ਕਿਉਂ ਗਈ ਜੀ? ਪਹਿਲੇ ਦਿਨ ਜਿਸ ਠੋਕ ਕੇ ਬੇਅਦਬੀਆਂ ਦੀ ਗੱਲ ਕੀਤੀ ਸੀ, ਹੁਣ ਬੇਅਦਬੀਆਂ ਦੀ ਗੱਲ ਕਿੱਥੇ ਹੈ? ਠੋਕ ਕੇ ਬੇਅਦਬੀ ਦੀ ਗੱਲ ਕਿਉਂ ਨਹੀਂ ਕਰਦੇ ਪਏ ਇਹ? ਠੀਕ ਹੈ ਨਾ। ਸਿੱਧੂ ਦੇ ਆਉਣ ਨਾਲ ਕੋਈ 3 ਮਹੀਨੇ ਹੁਣ ਤਾਂ ਚੋਣ ਜਾਬਤਾ ਲੱਗਣ ਵਾਲਾ ਯਾਰ, ਹੁਣ ਕੀ ਕਰ ਦੇਣਗੇ? ਇੱਕ ਸਟ੍ਰੈਟਜੀ ਹੁੰਦੀ ਵੀ ਇੱਕ ਨਵਾਂ ਚਿਹਰਾ ਲੈ ਕੇ ਆਉਣਾ, ਨਵੇਂ ਚਿਹਰੇ ਦੇ ਦਬਾ ਦਬ ਮਗਰ ਲੱਗ ਜਾਣਾ ਸਾਰਿਆਂ ਨੇ, ਮਗਰ ਲੱਗਣ ਤੋਂ ਬਾਅਦ ਕੀ ਹੋ ਜਾਣਾ ਇੱਕਦਮ, ਠੀਕ ਹੈ ਜੀ, ਦੁਬਾਰਾ ਫਿਰ ਆਪਾਂ ਸਰਕਾਰ ਬਣਾਉਣ ਦੇ ਵਿੱਚ ਕੰਮ। ਇਹ ਸਟ੍ਰੈਟਜੀ ਦਾ ਹਿੱਸਾ ਆ। ਜਿਵੇਂ ਇਹ ਇੱਕ ਸਟ੍ਰੈਟਜੀ ਹੋ ਗਈ, ਦੂਜੇ ਪਾਸੇ ਸੁਖਬੀਰ ਬਾਦਲ ਦੀ ਆਪਣੀ ਸਟ੍ਰੈਟਜੀ ਹੋ ਗਈ। ਉਹ ਕਹਿੰਦਾ 100 ਦਿਨ ਜੀ ਮੈਂ ਬਾਹਰ ਨਿਕਲਣਾ, ਮੈਂ ਪਿੰਡ ਪਿੰਡ ਜਾਣਾ, ਮੈਂ ਘਰ ਘਰ ਜਾਣਾ। ਮੈਨੂੰ ਇੱਕ ਨਾਲ ਦਾ ਮੇਰਾ ਵੀਰ ਕਹਿੰਦਾ ਮਖੂ ਜੀ, ਮੈਂ ਕਿਹਾ ਹਾਂਜੀ, ਕਹਿੰਦਾ ਯਾਰ ਇਹ 100 ਦਿਨ ਇਹਨੇ ਹੁਣੇ ਹੀ ਪੂਰੇ ਕਰਤੇ ਤੇ ਇਲੈਕਸ਼ਨ ਨੂੰ ਤੇ ਸਮਾਂ ਪਿਆ, ਇਲੈਕਸ਼ਨ ਦੇ ਨੇੜੇ ਜੇ ਕਰਦਾ। ਮੈਂ ਕਿਹਾ ਨਹੀਂ, ਉਹ ਬੜੇ ਜਿੱਥੇ ਤੂੰ ਸੋਚਦਾ ਉੱਥੇ ਨਹੀਂ ਇਹ ਸੋਚਦੇ। ਉਹ ਪਤਾ ਕੀ ਚੱਕਰ ਆ, ਉਹਨਾਂ ਨੇ ਹੁਣ ਕਿਉਂ ਤੁਰੇ ਆ ਵੀ ਹੁਣ ਹੀ ਵੇਖ ਲਓ ਵੀ ਕਿਹੜੀ ਕਿਹੜੀ ਗੱਲ ਨੂੰ ਲੈ ਕੇ ਵਿਰੋਧ ਹੁੰਦਾ ਹੈ, ਫਿਰ ਸਟ੍ਰੈਟਜੀ ਉਹੋ ਜੀ ਆਪਾਂ ਬਣਾ ਲਾਂਗੇ। ਅੱਜ ਬਾਹਰ ਨਿਕਲਾਂਗੇ, ਜਿਹੜਾ ਵਿਰੋਧ ਹੋਣਾ 2-4 ਦਿਨਾਂ 'ਚ ਹੋ ਕੇ ਹਟ ਜਾਣਾ, ਮੁੜ ਕੇ ਫਿਰ ਆਪਾਂ ਵਿਚਰਨ ਜੋਗੇ ਖੋਜਾਂਗੇ। ਇਹ ਇੱਕ ਸਟ੍ਰੈਟਜੀ ਦਾ ਹਿੱਸਾ ਆ। ਚਲੋ ਮੈਨੂੰ ਦੱਸੋ ਪਹਿਲੇ ਦਿਨ ਕਿੰਨਾ ਡਟ ਕੇ ਵਿਰੋਧ ਹੋਇਆ? ਬਿਲਕੁਲ। ਦੂਜੇ ਦਿਨ ਘਟ ਗਿਆ, ਦੂਜੇ ਦਿਨ ਉਹਨਾਂ ਨਹੀਂ ਹੋਇਆ ਜਿੰਨਾ ਪਹਿਲੇ ਦਿਨ ਹੋਇਆ ਸੀ, 98 ਦਿਨ ਹੋ ਰਹੇ ਤੇ 98 ਦਿਨਾਂ ਤੱਕ ਤੁਸੀਂ ਵੇਖ ਲਓ ਕੀ ਹੋ ਜਾਣਾ। ਉਹਨਾਂ ਨੇ ਦੇਖ ਲੈਣਾ, ਪਾਲਿਸੀ ਬਣਾ ਲੈਣੀ ਵੀ ਕਿਹੜੇ ਕਿਹੜੇ ਮੁੱਦੇ ਤੇ ਸਾਨੂੰ ਲੋਕ ਘੇਰਦੇ ਨੇ, ਕਿਹੜੇ ਕਿਹੜੀਆਂ ਚੀਜ਼ਾਂ ਇਹਨਾਂ ਦੇ ਮਾਈਂਡ 'ਚ ਚੱਲਦੀਆਂ ਪਈਆਂ ਨੇ, ਉਹਨਾਂ ਨੇ ਕੋਈ ਨਾ ਕੋਈ ਸਟ੍ਰੈਟਜੀ ਬਣਾ ਕੇ ਦੁਬਾਰਾ ਫਿਰ ਤੁਹਾਡੇ ਵਿੱਚ ਆ ਜਾਣਾ। ਇਹ ਇੱਕ ਪਾਲਿਸੀ ਹੁੰਦੀ ਹੈ। ਸਿੱਧੂ ਆਪਣੀ ਪਾਲਿਸੀ ਚਲਾ ਰਿਹਾ ਹੈ, ਠੀਕ ਹੈ ਜੀ। ਦੂਜੇ ਨੰਬਰ ਦੇ ਉੱਪਰ ਜਿਹੜਾ ਪਹਿਲੀ ਗੱਲ ਤੇ ਸਿੱਧੂ ਇਹੀ ਕਲੀਅਰ ਕਰਦੇ, ਦੇਖੋ ਮੈਂ ਕਿਸੇ ਧਰਮ ਨੂੰ ਮਾੜਾ ਨਹੀਂ ਕਹਿੰਦਾ, ਇਹਨੂੰ ਕਿਤੇ ਹੋਰ ਪਾਸੇ ਨਾ ਲੈ ਜਾਣ ਵੀ ਮਖੂ ਦੀ ਸਿੱਧੂ ਦੇ ਇਸ ਕਰਕੇ ਆਖਣ ਲੱਗ ਪਿਆ। ਕਹਿੰਦਾ ਮੈਂ ਗੁਰੂ ਕਾ ਸਿੱਖ ਹਾਂ। ਜਿਹੜਾ ਸਿੱਖ ਹੁੰਦਾ ਹੈ ਨਾ, ਉੱਤੇ ਕੁਝ ਕੰਡੀਸ਼ਨਸ ਵੀ ਹੁੰਦੀਆਂ ਨੇ, ਠੀਕ ਹੈ ਜੀ। ਕਿਸੇ ਅਦਰ ਕਮਿਊਨਿਟੀ ਦੇ ਚਿੰਨ੍ਹ ਪਾ ਕੇ ਸਿੱਖਾਂ ਨੂੰ ਵੀ ਬੇਵਕੂਫ ਬਣਾ ਰਿਹਾ ਤੇ ਲੋਕਾਂ ਨੂੰ ਵੀ ਬੇਵਕੂਫ ਬਣਾ ਰਿਹਾ, ਉਹਨਾਂ ਨੂੰ ਵੀ ਬੇਵਕੂਫ ਬਣਾ ਰਿਹਾ ਤੇ ਸਾਨੂੰ ਵੀ ਬੇਵਕੂਫ ਬਣਾ ਰਿਹਾ, ਠੀਕ ਹੈ ਜੀ। ਇਸ ਕਰਕੇ ਮੇਰਾ ਮੰਨਣਾ ਇਹ ਹੈ ਵੀ ਹਿੰਦੂ ਆਪਣੇ ਧਰਮ ਅਕੀਦੇ ਦੇ ਵਿੱਚ ਪੱਕਾ ਹੋਣਾ ਚਾਹੀਦਾ, ਸਿੱਖ ਆਪਣਾ ਪੱਕਾ ਹੋਣਾ ਚਾਹੀਦਾ। ਅਗਰ ਰਹੀ ਤੀਸਰੀ ਗੱਲ, ਪੰਜਾਬ ਦੀ ਗੱਲ, ਜਿਹੜੀ ਪੰਜਾਬ ਦੇ ਵਿੱਚ ਗੱਲ ਸਿੱਖ ਹਿੰਦੂ ਦੀ ਨਹੀਂ, ਪੰਜਾਬ ਦੀ ਗੱਲ ਹੈ ਕਾਬਲ ਪੁਰਸ਼ ਦੀ ਹੈ। ਜਿਹੜਾ ਪੰਜਾਬ ਦੇ ਵਿੱਚ ਕਾਬਲੀਅਤ ਰੱਖ ਕੇ ਆਵੇ, ਪੰਜਾਬ ਦੇ ਕਰਜ਼ੇ ਦੀ ਗੱਲ ਕਰੇ, ਪੰਜਾਬ ਦੇ ਵਿੱਚ ਸਾਨੂੰ ਜਿਹੜੀਆਂ ਲੋੜੀਂਦੀਆਂ ਚੀਜ਼ਾਂ ਚਾਹੀਦੀਆਂ ਉਹਦੀ ਗੱਲ ਕਰੇ, ਪੰਜਾਬ ਦੇ ਪਾਣੀਆਂ ਦੀ ਗੱਲ ਕਰੇ, ਸਾਡੇ ਸਿਹਤ ਸਹੂਲਤਾਂ ਦੀ ਗੱਲ ਕਰੇ, ਇਹ ਸਾਰੇ ਮੁੱਦਿਆਂ ਦੀ ਗੱਲ ਕਰੇ। ਸਾਨੂੰ ਉਹੋ ਜਿਹਾ ਬੰਦਾ ਚਾਹੀਦਾ। ਹੁਣ ਤੁਸੀਂ ਲੱਭੋ ਵੀ ਕਿਹੜਾ ਜੀ, ਉਹ ਤਾਂ ਲੋਕ ਫੈਸਲਾ ਕਰ ਦੇਣਗੇ 2022 ਦੇ ਵਿੱਚ। ਬਹੁਤ ਬਹੁਤ ਸ਼ੁਕਰੀਆ ਮਿਹਰਬਾਨੀ ਸਾਹਿਬ, ਆਪਣਾ ਕੀਮਤੀ ਸਮਾਂ ਸਾਡੇ ਨਾਲ। ਵੈਸੇ ਅੱਜ ਤੁਸੀਂ ਨਾ ਮੇਰੇ ਖਿਆਲ 'ਚ ਇੰਟਰਵਿਊ ਘੱਟ ਕੀਤੀ ਹੈ ਤੇ ਕੱਪੜੇ ਜ਼ਿਆਦਾ ਲਾਏ ਆ। ਇਹ ਸੰਗਤ ਦੇ ਸਵਾਲ ਸੀਗੇ, ਸਾਡਾ ਹੱਕ, ਸਾਡਾ ਫਰਜ਼ ਬਣ ਜਾਂਦਾ ਹੈ। ਜਿਵੇਂ ਕਹਿੰਦਾ ਨਵਾਂ ਡਰਾਈਵਰ ਹੌਰਨ ਬੜੇ ਮਾਰਦਾ ਹੁੰਦਾ ਹੈ, ਤੁਸੀਂ ਉਹ ਨਵੇਂ ਪੱਤਰਕਾਰ, ਇਹ ਕਰਕੇ ਸਾਰੇ ਸਵਾਲ ਦਵਾ ਦਵ ਇਕੱਠੇ ਕਰੀ ਜਾਂਦੇ ਹੋ। ਮੈਨੂੰ ਹੁਣ ਮੈਂ ਦੱਸਦਾ ਜੀ, ਮੈਨੂੰ ਹੁਣ ਹੋ ਗਿਆ ਸਮਾਂ, ਹੈਨਾ, ਮੈਨੂੰ ਹੋ ਗਿਆ ਸਮਾਂ। ਮੇਰੇ ਕੋਲੇ ਪਹਿਲਾਂ ਗੈਸਟ ਵੀ ਘੱਟ ਆਉਂਦੇ ਸੀ, ਮੈਨੂੰ ਜੋ ਘੱਟ ਆਉਂਦੇ ਸੀ ਮੈਨੂੰ ਹੁੰਦਾ ਦਵਾ ਦਵ ਦੱਬਦੇ ਆ। ਹੁਣ ਸਾਨੂੰ ਪਤਾ ਨਾ, ਮੈਨੂੰ ਤਾਂ ਤੁਹਾਨੂੰ ਮੈਂ ਤੱਤੇ ਸਵਾਲ ਕਰ ਰਿਹਾ, ਤਾਂ ਮੈਂ ਠੋਕ ਕੇ ਸਵਾਲ ਕਰ ਰਿਹਾ, ਕਿਉਂਕਿ ਮੈਨੂੰ ਪਤਾ ਕਿ ਤੁਹਾਨੂੰ ਇੱਥੇ ਤੱਕ ਲਿਆਉਣ ਦੇ ਲਈ ਮੇਰੀ ਕਿੰਨੀ ਮਿਹਨਤ ਲੱਗੀ। ਬਿਲਕੁਲ ਜੀ। ਜਿਹੜੇ ਤੁਸੀਂ ਬਾਰ-ਬਾਰ ਇੱਕ ਸਵਾਲ ਕੀਤਾ ਨਾ, ਉਹਦਾ ਆਪਾਂ ਜਵਾਬ ਦੇ ਕੇ ਤੇ ਆਪਾਂ ਵਿਸ਼ੇ ਨੂੰ ਸੰਕੋਚੀਏ। ਉਸ ਤੋਂ ਬਾਅਦ ਅਸੀਂ ਅੱਗੇ ਜਾਣਾ। ਮੈਂ ਪਰਵਾਨਾ ਜੀ ਦੇ ਘਰ ਜਾ ਰਿਹਾ ਵਾਂ ਜੀ। ਪਰਵਾਨਾ ਜੀ ਦੇ ਘਰ ਤੋਂ ਬਾਅਦ ਮੈਂ ਪਟਿਆਲੇ ਪਹੁੰਚਣਾ। ਇੱਕ ਮੈਂ ਤੁਹਾਨੂੰ ਛੋਟੀ ਜਿਹੀ ਵਿਚਾਰ ਦੇਣਾ, ਤੁਸੀਂ ਬਾਰ-ਬਾਰ ਸਵਾਲ ਕਰਦੇ ਪਏ ਹੋ ਵੀ
ਮਖੂ ਦਾ ਰਾਜਨੀਤੀ ਨਾਲ ਕੀ ਹੈ, ਧਾਰਮਿਕ ਬੰਦੇ ਦਾ ਸਾਡਾ ਬੇੜਾ ਗਰਕ ਹੀ ਇਹਨਾਂ ਗੱਲਾਂ ਨੇ ਕੀਤਾ ਪਿਆ, ਜਿਹੜੀਆਂ ਅਸੀਂ ਇਹ ਗੱਲਾਂ ਬਾਰ-ਬਾਰ ਜਦੋਂ ਕੋਈ ਪ੍ਰਚਾਰਕ ਰਾਜਨੀਤੀ ਵਾਲੇ ਪਾਸੇ ਆਉਣ ਲੱਗਦਾ ਨਾ, ਅਸੀਂ ਪਹਿਲੇ ਪਤਾ ਕੀ ਕਹਿ ਦਿੰਦੇ ਆ, ਬਾਬੇ ਉਹ ਇਸ ਗੰਦ ਚੋਂ ਤੁਸੀਂ ਕੀ ਲੈਣਾ ਹੈ, ਤੁਸੀਂ ਬਚੋ ਹੈ, ਇਹ ਗੱਲ ਆਮ ਹੀ ਪਹਿਲੇ ਕਹਦੇ, ਬਾਬੇ ਉਹ ਤੁਸੀਂ ਚਿੱਟੇ ਕੱਪੜੇ ਤੁਸੀਂ ਐਵੇਂ ਕੋਈ ਦਾਗ ਲਵਾਓਗੇ, ਤੁਸੀਂ ਗੰਦ ਚੋਂ ਕੀ ਲੈਣਾ, ਉਹ ਸਾਨੂੰ ਪਹਿਲਾਂ ਹੀ ਪਰਾਂ ਕੱਢ ਦਿੰਦੇ ਨੇ। ਮੈਂ ਕਈ ਵਾਰੀ ਕਹਿਣਾ ਹੁੰਨਾ ਵੀ ਜੇ ਅਸੀਂ ਆ ਜਾਾਂਗੇ ਹੋ ਸਕਦਾ ਤੁਹਾਡਾ ਇਹ ਗੰਦ ਇਕੱਠਾ ਕਰ ਦਈਏ, ਠੀਕ ਹੈ ਜੀ, ਚੰਗੀ ਵਿਚਾਰਧਾਰਾ ਆਵੇ, ਸੁਲਝੀ ਵਿਚਾਰਧਾਰਾ ਆਵੇ, ਜਿਨ੍ਹਾਂ ਨੂੰ ਪੰਜਾਬ ਦੇ ਮੁੱਦਿਆਂ ਬਾਰੇ ਗਰਾਊਂਡ ਜ਼ੀਰੋ ਬਾਰੇ ਨੌਲੇਜ ਹੈ, ਇਹ ਸਾਰੀਆਂ ਚੀਜ਼ਾਂ ਅੱਗੇ ਆ ਜਾਂਦੀਆਂ। ਇੱਕ ਮਿੰਟ ਫੇਰ ਆ ਜਾਂਦਾ, ਔਰ ਮੀਰੀ ਤੇ ਪੀਰੀ ਦਾ ਸਿਧਾਂਤ ਸਾਡੇ ਗੁਰੂ ਨੇ ਦਿੱਤਾ ਹੈ। ਇੱਕ ਤੁਸੀਂ ਕਹਿ ਰਹੇ ਹੋ, ਇੱਕ ਪਾਸੇ ਕਹਿ ਰਹੇ ਹੋ ਕਿ ਮੱਖੂ ਸਾਹਿਬ ਪੋਲੀਟੀਕਲੀ ਨਹੀਂ ਆਉਣਗੇ, ਇੱਕ ਪਾਸੇ ਇਸ ਗੱਲ ਦਾ ਅਸੀਂ ਇਸ਼ਾਰਾ ਇਹ ਨਹੀਂ ਕਹਿ ਰਿਹਾ ਕਿ ਪੋਲੀਟੀਕਲੀ ਨਹੀਂ ਆਉਣਗੇ। ਜਦੋਂ ਤੁਸੀਂ ਪੋਲੀਟੀਕਲੀ ਗੱਲ ਕੀਤੀ ਹੈ, ਮੈਂ ਤੇ ਹਰ ਇੱਕ ਸਿੱਖ ਨੂੰ ਕਹਿਣਾ ਵਾ ਵੀ ਤੁਸੀਂ ਆਪਣੇ ਵਿੱਚੋਂ ਕਾਬਲੀਅਤ ਲੱਭੋ, ਤੁਹਾਡੇ ਵਿੱਚ ਇੱਕ ਲੀਡਰ ਲੁਕਿਆ ਹੋਇਆ ਹੈ, ਤੁਹਾਡੇ ਵਿੱਚ ਇੱਕ ਸਿਆਸਤਦਾਨ ਲੁਕਿਆ ਹੋਇਆ, ਆਪਣੇ ਅੰਦਰੋਂ ਬਾਹਰ ਕੱਢੋ। ਔਰ ਦੂਜੀ ਜਿਹੜੀ ਗੱਲ ਹੈ, ਮੈਂ ਹਰ ਪ੍ਰਚਾਰਕ ਨੂੰ ਇਹ ਗੱਲ ਕਹਿਣਾ ਪਿਆ ਵਾਂ ਵੀ ਸਾਡੇ ਪ੍ਰਚਾਰਕ ਜਿਹੜੇ ਨੇ ਨਾ, ਇਹ ਵੀ ਸਾਰੇ ਅੱਗੇ ਆਉਣ। ਪੰਜਾਬ ਦੇ ਵਿੱਚ ਸਾਡੀ ਕੋਈ ਐਸੀ ਖੇਤਰੀ ਪਾਰਟੀ ਹੋਵੇ, ਖੇਤਰੀ ਪਾਰਟੀ ਦੇ ਵਿੱਚ ਸਾਡਾ ਆਪਣਾ ਯੋਗਦਾਨ ਹੋਵੇ, ਮੀਰੀ ਤੇ ਪੀਰੀ ਦੇ ਸਿਧਾਂਤ ਲੈ ਕੇ ਅਸੀਂ ਅੱਗੇ ਆਈਏ, ਪੰਜਾਬ ਦੇ ਮੁੱਦਿਆਂ ਦੀ ਯਾਰ ਗੱਲਬਾਤ ਕਰਾਂਗੇ। ਕੌਣ ਕਰੇਗਾ ਪੰਜਾਬ ਦੇ ਮੁੱਦਿਆਂ ਦੀ ਗੱਲਬਾਤ? ਸੋ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਨਾ ਸਾਨੂੰ ਸਮਝਣੀਆਂ ਪੈਣੀਆਂ ਨਾ, ਸਾਨੂੰ ਜਿਹੜਾ ਪਹਿਲਾਂ ਹੀ ਪਾਸੇ ਕਰ ਦਿੰਦੇ ਆ ਨਾ, ਉਹ ਚੀਜ਼ ਕਿਤੇ ਨਾ ਕਿਤੇ ਠੀਕ ਨਹੀਂ ਗੀ। ਇਸ ਕਰਕੇ ਬਹੁਤ ਬਹੁਤ ਤੁਹਾਡਾ ਵੀ ਧੰਨਵਾਦ, ਜਿਹੜਾ ਤੁਸੀਂ ਅੱਜ ਸਾਨੂੰ ਸਮਾਂ ਅੱਜ ਇੰਝ ਕਹਿਣਾ ਵੀ ਧੱਕੇ ਨਾਲ ਹੀ ਲਿਆ ਆ ਤੇ ਸਾਰਾ ਤੁਹਾਡਾ ਧੰਨਵਾਦ ਕਰਦਾ ਵਾਂ, ਤੇ ਆਸ ਕਰਦਾ ਵਾਂ ਕਿ ਬਾਕੀ ਵੀ ਜਿਹਨੂੰ ਮਿਲੋਗੇ ਇੰਜ ਦੇ ਸਵਾਲ ਲੈ ਕੇ ਮਿਲੋਗੇ ਜੀ, ਸੱਚ ਬੋਲਦੇ ਰਹਾਂਗੇ। ਹਾਂ, ਮਿਹਰਬਾਨੀ ਜੀ, ਮਿਹਰਬਾਨੀ। ਸੋ ਪਿਆਰੇ ਦਰਸ਼ਕੋ, ਇਹ ਸੁਣਿਆ ਤੁਸੀਂ ਨੇ ਭਾਈ ਸਾਹਿਬ ਭਾਈ ਹਰਪ੍ਰੀਤ ਸਿੰਘ ਜੀ ਮੱਖੂ ਨੂੰ, ਜਿਨ੍ਹਾਂ ਨੇ ਜੋ ਇਹਨਾਂ ਦੇ ਉੱਪਰ ਇਲਜ਼ਾਮ ਲੱਗਦੇ ਸੀ, ਚਾਹੇ ਉਹ ਜਸਵੀਰ ਸਿੰਘ ਗੜੀ ਜੋ ਬਹੁਜਨ ਸਮਾਜ ਪਾਰਟੀ ਪੰਜਾਬ ਦੇ ਪ੍ਰਧਾਨ ਨੇ, ਉਹਨਾਂ ਦੇ ਨਾਲ ਨੇੜਤਾ ਨੂੰ ਲੈ ਕੇ ਹੋਵੇ, ਜਾਂ ਲੁਧਿਆਣਾ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ, ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਤੇ ਜੀਰਾ ਸਾਹਿਬ ਵੱਲੋਂ ਜੋ ਮੀਟਿੰਗ ਇਹਨਾਂ ਦੇ ਨਾਲ ਕੀਤੀ ਗਈ, ਉਸ ਦੇ ਬਾਰੇ ਵੀ ਮੱਖੂ ਸਾਹਿਬ ਨੇ ਸਪਸ਼ਟੀਕਰਨ ਦਿੱਤਾ। ਬਾਕੀ ਇਹਨਾਂ ਦੇ ਜਵਾਬਾਂ ਤੋਂ, ਇਹਨਾਂ ਦੇ ਉੱਪਰ ਲੱਗੇ ਦੋਸ਼ਾਂ ਤੋਂ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ, ਇਹਨਾਂ ਵੱਲੋਂ ਦਿੱਤੇ ਗਏ ਜਵਾਬਾਂ ਤੋਂ ਕਿੰਨੇ ਕੁ ਸੰਤੁਸ਼ਟ ਹੋ, ਕਮੈਂਟਾਂ ਦੇ ਰਾਹੀਂ ਸਾਨੂੰ ਸਾਡੀ ਆਪਣੀ ਰਾਏ ਜਿਹੜੀ ਆ ਜ਼ਰੂਰ ਦੇ ਦਿਓ। ਉਮੀਦ ਕਰਦੇ ਹਾਂ ਤੁਹਾਨੂੰ ਮੱਖੂ ਸਾਹਿਬ ਦੇ ਨਾਲ ਸਾਡੀ ਇਹ ਗੱਲਬਾਤ ਬਹੁਤ ਚੰਗੀ ਲੱਗੀ ਹੋਊਗੀ। ਕਿਸੇ ਹੋਰ ਨਵੀਂ ਸ਼ਖਸੀਅਤ ਦੇ ਨਾਲ ਬਹੁਤ ਜਲਦੀ ਤੁਹਾਡੇ ਤੱਕ ਪਹੁੰਚਦੇ ਹਾਂ। ਤਦ ਤੱਕ ਲਈ ਪ੍ਰਾਈਡ ਪੰਜਾਬ ਟੀਵੀ ਦੇਖਦੇ ਰਹੋ। ਇਜਾਜ਼ਤ ਦਿਓ, ਬਹੁਤ ਬਹੁਤ ਧੰਨਵਾਦ। ਠੀਕ ਹੈ ਜੀ। ਤਾਜ਼ਾ ਖਬਰਾਂ ਤੇ ਨਵੀਆਂ ਜਾਣਕਾਰੀ ਭਰਪੂਰ ਵੀਡੀਓਜ਼ ਵੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪ੍ਰਾਈਡ ਪੰਜਾਬ ਟੀਵੀ ਤੇ ਸਾਡਾ Facebook ਪੇਜ ਪ੍ਰਾਈਡ ਪੰਜਾਬ ਟੀਵੀ ਨੂੰ ਫੋਲੋ ਜ਼ਰੂਰ ਕਰੋ ਤੇ ਨਾਲ ਹੀ ਨਾਲ ਇਸ ਨੂੰ ਲਾਈਕ ਵੀ ਕਰ ਲਵੋ।